मैं ਜਿਹੜਾ ਖਾਲਿਸਤਾਨੀ ਰਾਜ ਦੇ ਹਮੇਸ਼ਾ ਖਿਲਾਫ ਆ, ਚਾਹੇ ਹਿੰਦੂ ਰਾਸ਼ਟਰ ਆ ਜਾਏ, मैं ਉਹਦਾ ਸਮਰਥਨ ਕਰੂੰਗਾ। मैं हाई कोर्ट जाऊंगा, ਤੁਹਾਡੇ ਚੈਨਲ ਲਈ ਕਹਿ ਰਿਹਾ, ਆਪ ਦਿਲ ਦੀ ਗੱਲ ਦੱਸਣ ਲੱਗਾ ਅੱਜ ਤੁਹਾਨੂੰ। ਹੋਰ ਮੈਂ ਜਿੰਨੀ ਸਮਗਰੀ ਆ ਦੇਸ਼ ਵਿਰੋਧੀ, ਚਾਹੇ ਜਰਨੈਲ ਭਿੰਡਰਾਂ ਵਾਲੇ ਦੀ ਹੋਵੇ, ਚਾਹੇ ਜਗਤਾਰ ਹਵਾਰੇ ਦੀ, ਬਲਵੰਤ ਰਾਜੋਵਾਲੇ ਦੀ, ਇਹ ਸਾਰੀਆਂ ਹਾਈ ਕੋਰਟ ਜਾ ਕੇ ਪਾਬੰਦੀ ਲਗਾਉਂਗਾ। ਦਸਤਾਰ ਸਾਡੇ ਰਾਜੀਵ ਗਾਂਧੀ ਦੀ ਦੇਣ, ਜਿਹੜੀ ਆਪਣਾ ਤੁਸੀਂ ਮੰਨਦੇ ਹੋ ਦਸਤਾਰ ਰਾਜੀਵ ਗਾਂਧੀ ਦੀ ਦੇਣ, ਪਰ ਜਿਹੜੇ ਗੁਰੂ ਸਾਹਿਬ ਨੇ 4 ਸੀਸ ਆਪਦੇ ਬੱਚੇ ਵਾਰਤੇ, ਆਪਦਾ ਪਿਓ ਵਾਰਤਾ, ਆਪਦੀ ਮਾਂ ਵਾਰਤੀ, ਇਹ ਦਸਤਾਰ ਦੇਣ ਦੀ ਜਿਹੜਾ ਗਿੱਲ ਸਾਹਿਬ ਜੋ ਅਸੀਂ ਰਾਜੀਵ ਗਾਂਧੀ ਨੂੰ ਉਹਦੇ ਬਰਾਬਰ ਕਰਤਾ। ਭਾਰਤ ਰਤਨ ਦੇ ਪ੍ਰਧਾਨ ਮੰਤਰੀ ਤੇ ਭਾਰਤ ਰਤਨ ਗੁਰੂ ਗੋਬਿੰਦ ਸਿੰਘ ਨਾਲ ਉੱਪਰ ਹੋ ਗਿਆ ਜੀ। ਕਿੰਨਾ ਫਿਰ ਕੁੜੀ ਦੇ ਇਹ ਲੋਕ ਕੌਣ ਨੇ? ਇਹ ਲੋਕ ਖਾਲਿਸਤਾਨੀ ਜਿਹੜੇ ਬਾਹਰ ਬੈਠੇ ਮੈਨੂੰ ਰੋਜ਼ ਫੋਨ ਕਰਦੇ ਆ ਪ੍ਰਾਈਵੇਟ ਨੰਬਰ ਤੇ, ਇਹਦੀ ਟ੍ਰੇਸਿੰਗ ਨਹੀਂ ਹੋ ਰਹੀ ਕੋਈ। ਉਹ ਮਾਂ ਤੇਰੀ ਮਾਰੀ ਹੋਈ ਜਿਹੜੇ ਰਾਜੀਵ ਗਾਂਧੀ ਜੀ ਪਾਕ ਪਵਿੱਤਰ ਆਤਮਾ ਸੀ, ਰਾਜੀਵ ਗਾਂਧੀ ਦਾ ਕੋਈ ਵੀ ਰੋਲ ਨਹੀਂ ਸੀ। ਮੈਂ ਅੱਜ ਵੀ ਤੁਹਾਡੇ ਸਾਹਮਣੇ ਕਹੂੰਗਾ, ਕੱਲ ਵੀ ਕਹੂੰਗਾ, ਜਦੋਂ ਵੀ ਕਹਾਂਗਾ ਤੁਹਾਡੇ ਚੈਨਲ ਤੇ ਮੈਂ ਬਾਰ-ਬਾਰ ਇਹੀ ਕਹੂੰਗਾ ਵੀ ਸ਼੍ਰੀ ਰਾਜੀਵ ਗਾਂਧੀ ਦਾ ਕੋਈ ਇਹ 'ਚ ਰੋਲ ਨਹੀਂ ਸੀ। ਤਾਂ ਹੀ ਰਾਜੀਵ ਗਾਂਧੀ ਨੇ ਕਹਿਤਾ ਸੀਗਾ ਕਿ ਜਦੋਂ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ। ਕਿਸਾਨਾਂ ਦੇ ਭੇਸ ਵਿੱਚ ਖਾਲਿਸਤਾਨੀ ਦਿੱਲੀ ਦੇ ਵੜ ਗਏ ਸੀਗੇ, ਲਾਲ ਕਿਲੇ ਵੱਲ ਗਏ ਨੇ। ਕਿਸਾਨ ਜਥੇਬੰਦੀ ਦੇ ਆਗੂ ਵੀ ਕਹਿੰਦੇ ਨੇ ਵੀ ਸਾਡਾ ਕੋਈ ਰੋਲ ਨਹੀਂ ਇਹਦੇ ਵਿੱਚ। ਉਹੀ ਰੋਲ ਕਾਂਗਰਸ ਦਾ ਉਸ ਟਾਈਮ ਕੋਈ ਰੋਲ ਨਹੀਂ ਸੀ। ਪੰਜਾਬ ਦੇ ਜਿਹੜੇ ਮਾੜੇ ਹਾਲਾਤਾਂ ਦੇ ਜ਼ਿੰਮੇਵਾਰ ਕੌਣ ਸੀਗਾ? ਕੌਣ ਸੀ? ਮੈਂ ਕਹੂੰਗਾ ਇਹ ਜਿਹੜਾ ਅੱਤਵਾਦੀ ਜਰਨੈਲ ਸਿੰਘ ਭਿੰਡਰਾਂਵਾਲਾ ਸੀ ਤੇ ਸੀ ਹੈ। ਤੁਸੀਂ ਕਹਿੰਦੇ ਹੋ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹ ਭਿੰਡਰਾਂਵਾਲੇ ਕਰਕੇ ਹੋਇਆ ਜੀ। ਜਿਹੜੇ 37 ਗੁਰਦੁਆਰਿਆਂ ਤੇ ਹੋਰ ਹੋਇਆ ਸੀ, ਉੱਥੇ ਤਾਂ ਭਿੰਡਰਾਂਵਾਲਾ ਹੈ ਨਹੀਂ ਸੀ। ਉਸੇ ਅਡਵਾਇਰ ਨੂੰ ਜਿਹੜਾ ਡਿਨਰ ਕਰਾਇਆ ਗਿਆ, ਉਹ ਬਾਦਲ ਦੇ ਪਰਿਵਾਰ ਨੇ ਕਰਾਇਆ। ਮਜੀਠੀਆ ਸਾਹਿਬ ਨੇ ਤੇ ਜਿਹੜੇ ਤੁਹਾਡੇ ਕੈਪਟਨ ਸਾਹਿਬ ਨੇ, ਉਹਨਾਂ ਦੇ ਦਾਦੇ ਨੇ ਵੀ ਫਿਰ ਸਰੂਪਾ ਪਾ ਕੇ ਸਨਮਾਨਿਤ ਕੀਤਾ ਸੀ। ਉਹ ਰਾਜੇ ਸੀ ਨਾ। ਕਿਸਾਨ ਕਹਿ ਰਿਹਾ ਕਿ MSP ਦਾ ਕਾਨੂੰਨ ਬਣਾ ਦਿਓ ਪੱਕਾ, ਅਸੀਂ ਅੱਜ ਸਹਿਮਤੀ ਕਰਨ ਨੂੰ ਤਿਆਰ ਹਾਂ। 70 ਸਾਲ ਚ ਕਾਂਗਰਸ ਨੇ ਕਿਉਂ ਨਹੀਂ ਬਣਾਇਆ? ਨਹੀਂ, ਉਹਦਾ ਕੋਈ ਲੋੜ ਨਹੀਂ ਭਾਈ। ਜਦੋਂ ਕਿਸੇ ਨੂੰ ਤਕਲੀਫ ਹੀ ਨਹੀਂ ਹੋਈ, ਆਰਾਮ ਨਾਲ ਚੱਲੀ ਜਾ ਰਿਹਾ। ਤਕਲੀਫ ਤਾਂ ਹੁਣ ਭਾਈ ਜਿਹੜਾ ਆਪਾਂ ਕਾਨੂੰਨ ਨੂੰ ਛੇੜਛਾੜ ਕੀਤੀ। ਇਹ ਜਿਹੜੇ ਬਿੱਲ ਅੱਜ ਰੌਲਾ ਪੈ ਰਿਹਾ, ਸਾਰਾ ਵਰਲਡ ਇਸ ਲਈ ਕਹਿ ਰਿਹਾ ਵੀ ਇਹ ਗਲਤ ਨੇ, ਗਲਤ ਨੇ। ਇਹ ਲੈ ਕੇ ਮਨਮੋਹਨ ਸਿੰਘ ਸਰਕਾਰ ਆਈ ਸੀ। ਨਹੀਂ, ਉਹਨਾਂ ਦਾ ਕਰਨ ਦਾ ਤਰੀਕੇ ਹੋਰ ਸੀ। ਸਾਡੀ ਕਾਂਗਰਸ ਜਦੋਂ ਸਰਕਾਰ ਆਉਂਦੀ ਆ, ਇੰਨੀ ਜ਼ਿਆਦਾ ਜ਼ਮੀਨ ਦਾ ਰੇਟ ਵੱਧਦੇ ਆ, ਫਿਰ ਅਗਲਾ ਕਹਿੰਦਾ ਮੈਂ ਇੱਥੇ ਰੋਡ ਤੇ ਹਾਂ, ਮੈਂ ਜੇ ਮੇਰੇ ਕੋਲ 2 ਕਿੱਲੇ ਆ, ਮੇਰੇ 20 ਬਣਦੇ, ਮੈਨੂੰ ਕੀ ਇਤਰਾਜ਼ ਆ? ਇਹਦਾ ਕਾਂਗਰਸ ਦਾ ਲੋਕ ਧੰਨਵਾਦ ਕਰਨ। ਬਰਗਾੜੀ ਕਾਂਡ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕੀਤੀ ਆ, ਇਹ ਕਿਹਨੇ ਕਰਾਈ? ਸਾਹ ਪ੍ਰਕਾਸ਼ ਸਿੰਘ ਬਾਦਲ ਤੇ ਸਾਹ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਨੇ। ਸਾਡੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਅੰਗ ਗਲੀਆਂ 'ਚ ਰੋਲੇ, ਇਹ ਜ਼ਿੰਮੇਵਾਰ ਹੈ। ਕਦੇ ਵੀ ਮਾਫ ਨਹੀਂ ਕਰਨਾ ਗੁਰੂ ਸਾਹਿਬ ਨੇ ਇਹਨਾਂ ਨੂੰ। ਬਿਲਕੁਲ। ਤੇ ਫਿਰ ਕੈਪਟਨ ਸਾਹਿਬ ਨੇ ਹੁਣ ਤੱਕ ਅੰਦਰ ਕੱਢ ਕੈਪਟਨ ਸਾਹਿਬ ਵਰਗਾ ਦਾ ਹੀਰਾ ਕੋਈ ਮਿਲਣਾ ਹੀ ਨਹੀਂ ਪੰਜਾਬੀ 'ਚ। ਉਹ ਫਿਰ ਜੇ ਹੀਰੇ ਨੇ, ਹਾਂ, ਫਿਰ ਪਾਰਸ ਬਣਾ ਦਿਓ ਨਾ। 2.5 ਮਹੀਨੇ ਇੱਥੇ ਪ੍ਰਦਰਸ਼ਨ ਕੀਤਾ, ਕੋਈ ਕਿਸਾਨਾਂ ਨੂੰ ਪ੍ਰੋਬਲਮ ਆਈ? ਦਿੱਲੀ 'ਚ ਕਿਉਂ ਪ੍ਰੋਬਲਮ ਆ ਰਹੀ ਹੈ? ਹਰ ਚੌਥੇ ਘੰਟੇ ਇੱਕ ਕਿਸਾਨ ਫਾਹਾ ਲੈਂਦਾ ਸੀ। ਬਹੁਤ ਮਾੜੀ ਗੱਲ ਹੈ ਨਾ ਉਹ। ਕਾਂਗਰਸ ਵੇਲੇ ਜੇ ਵਧੀਆ ਚੱਲਦਾ ਸੀ ਫਿਰ ਕਿਉਂ ਲੈਂਦੇ ਸੀ? ਉਹ ਏਦਾਂ ਵਾ, ਮੈਂ ਹੁਣ ਤੁਹਾਡੇ ਸਾਹਮਣੇ ਮੈਂ ਫਿਰ ਕਿਸਾਨ ਭਰਾਵਾਂ ਨੇ ਕਰ ਮੈਨੂੰ ਗਾਲਾਂ ਕੱਢਣੀਆਂ ਨੇ। ਉਹ ਕਿਉਂ? ਆਪਣਾ ਖਰਚਾ ਹੁੰਦਾ ਘਰ ਦਾ 20,000 ਰੁਪਈਆ, ਆਪਣਾ ਹੋ ਜਾਂਦਾ ਲੋੜ ਤੋਂ ਵੱਧ ਖਰਚਾ ਕਰਦਾ 50,000 ਮਹੀਨਾ। ਜਾਂ ਜ਼ਮੀਨ ਵੇਚ ਕੇ ਆਪਣੀ ਕਰ ਲਈ, ਉਹ ਆਪਣੀ ਫਸਲ ਨੂੰ ਜ਼ਮੀਨ ਵੇਚ ਲਈ, ਆਪਾਂ ਘਰ ਪਾ ਲਿਆ, ਗੱਡੀ ਵੱਡੀ ਲੈ ਲਈ, ਉਹ ਕਰਕੇ ਹੀ ਪ੍ਰੋਬਲਮ ਆ ਰਹੀ ਆ, ਹੋਰ ਕੋਈ ਨਹੀਂ ਪ੍ਰੋਬਲਮ ਨਹੀਂ ਆਉਂਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਏਕਮ ਨਿਊਜ਼ ਕੈਨੇਡਾ। ਮੈਂ ਤਰਲੋਚਨ ਸਿੰਘ ਗਿੱਲ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਕਿਸਾਨੀ ਜਿਹੜਾ ਸੰਘਰਸ਼ ਆ, ਉਹ ਤਕਰੀਬਨ 90 ਦਿਨਾਂ ਦੇ ਦੌਰ ਦੇ ਵਿੱਚ ਪਹੁੰਚ ਚੁੱਕਿਆ ਵਾ। ਬੜੇ ਉਤਰਾਅ ਚੜ੍ਹਾਏ, ਕੁਝ ਕਿਸਾਨ ਆਗੂਆਂ ਨੇ ਹੀ ਆਪਣੇ ਨੌਜਵਾਨਾਂ ਨੂੰ ਗਲਤ ਕਿਹਾ। ਜਦੋਂ ਲੋਕਾਂ ਦਾ ਪ੍ਰੈਸ਼ਰ ਪਿਆ ਤਾਂ ਉਹੀ ਜਿਹੜੇ ਆਗੂ ਸੀ ਉਹਨਾਂ ਨੂੰ ਕਿਸੇ ਹੱਦ ਤੱਕ ਸਹੀ ਵੀ ਕਹਿਣ ਲੱਗ ਗਏ। ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਲਾਪਤਾ ਵੀ ਨੇ, ਕੁਝ ਜੇਲ੍ਹਾਂ 'ਚ ਵੀ ਨੇ। ਅੱਜ ਸਰਕਾਰ ਦੇ ਵਿੱਚ ਜਿਹੜੇ ਮੁੱਦੇ ਨੇ, 3-4 ਮੁੱਦੇ ਇੱਦਾਂ ਦੇ ਨੇ ਕਿ ਜਿਸ ਤਰ੍ਹਾਂ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ। ਜਿਹੜੀ BJP ਸਰਕਾਰ ਇਹ ਕਹਿ ਕੇ ਆਈ ਸੀ ਕਿ ਮਨਮੋਹਨ ਸਿੰਘ ਸਰਕਾਰ ਨੇ ਮਹਿੰਗਾਈ ਕੀਤੀ ਹੋਈ ਆ, ਉਹ ਅੱਜ ਇੰਨੀ ਕਿ ਜ਼ਿਆਦਾ ਮਹਿੰਗਾਈ ਦੀ ਰੇਟ ਵੱਧ ਗਈ ਆ ਕਿ
ਉਹ ਆਪੋਜੀਸ਼ਨ ਵੀ ਚੁੱਪ ਆ। ਆਪੋਜੀਸ਼ਨ ਕਾਂਗਰਸ ਦਾ ਜਿਹੜਾ ਉਹ ਕਿਉਂ ਚੁੱਪ ਆ, ਆਪੋਜੀਸ਼ਨ ਆਮ ਆਦਮੀ ਪਾਰਟੀ ਦਾ ਕਿਉਂ ਚੁੱਪ ਆ? ਜਦ ਕਿ ਜਦੋਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਜਦੋਂ 10 ਰੁਪਏ ਸਿਲੰਡਰ ਵੱਧਦਾ ਸੀ ਤਾਂ ਬੀਜੇਪੀ ਦੇ ਹੀ ਲੋਕ ਸੜਕਾਂ ਤੇ ਉਤਰੇ ਆਉਂਦੇ ਸੀ, ਮੰਤਰੀ ਸੰਤਰੀ ਸਾਰੇ, ਕਿ ਇੰਨੀ ਜ਼ਿਆਦਾ ਮਹਿੰਗਾਈ ਹੋ ਗਈ ਆ। ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਸੈਂਟਰ ਦੇ ਵਿੱਚ ਆਈ ਸੀ ਬੀਜੇਪੀ ਸਰਕਾਰ। ਮੇਰੇ ਨਾਲ ਗੁਰਸਿਮਰਨ ਸਿੰਘ ਮੰਡ ਨੇ, ਚਰਚਾ ਦੇ ਵਿੱਚ ਰਹਿੰਦੇ ਨੇ। ਜਿਹੜੇ ਮੁੱਦਿਆਂ ਤੇ ਉਹ ਪਹਿਲਾਂ ਗੱਲ ਕਰਦੇ ਨੇ ਮੈਂ ਅੱਜ ਉਹਨਾਂ ਤੋਂ ਹਟ ਕੇ ਕਰੂੰਗਾ, ਕਿਉਂਕਿ ਉਹਨਾਂ ਮੁੱਦਿਆਂ ਦੇ ਉੱਤੇ ਬਹੁਤ ਸਾਰੇ ਚੈਨਲਾਂ ਨੇ ਗੱਲ ਕੀਤੀ ਆ। ਮੇਰਾ ਅੱਜ ਦਾ ਵਿਸ਼ਾ ਜ਼ਿਆਦਾਤਰ ਰਹੂਗਾ ਕਿਸਾਨੀ ਖੇਤੀ ਬਿੱਲਾਂ ਦੇ ਸੰਬੰਧ ਦੇ ਵਿੱਚ, ਕਿਉਂਕਿ ਲੋਕਾਂ ਦਾ, ਸਾਰਿਆਂ ਦਾ, ਪੂਰੇ ਵਰਲਡ ਦਾ ਇਸ ਸਮੇਂ ਜਿਹੜਾ ਧਿਆਨ ਆ ਉਹ ਖੇਤੀ ਕਾਨੂੰਨਾਂ ਦੇ ਜਿਹੜਾ ਸੰਘਰਸ਼ ਅੰਦੋਲਨ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਆ। ਸੋ ਪਹਿਲਾਂ ਮੈਂ ਸਵਾਗਤ ਕਰਦਾ ਸਰ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜੈ ਮਾਤਾ ਦੀ। ਮੰਡ ਸਾਹਿਬ, ਤੁਸੀਂ ਪਿੱਛੇ ਜੇ ਚਲੋ ਇੱਕ ਗੱਲ ਵੀ ਜਦੋਂ ਮੁੱਦਾ ਬੜਾ ਛਿੜਿਆ ਸੀ, ਰਣਜੀਤ ਬਾਵੇ ਦਾ ਗਾਣਾ ਆਇਆ ਸੀਗਾ, ਉਹ ਗਊ ਮੂਤਰ ਦਾ ਵੀ ਬੜਾ ਮੁੱਦਾ ਉੱਠਿਆ ਸੀਗਾ। ਉਦੋਂ ਤੁਸੀਂ ਵੀ ਪੀ ਕੇ ਦਿਖਾਇਆ ਕਿ ਮੈਂ ਠੀਕ ਆ ਉਹਦੇ ਨਾਲ, ਤੁਸੀਂ ਕਹਿੰਦੇ ਬੀਪੀ ਠੀਕ ਰਹਿੰਦਾ। ਅੱਜ ਬੀਪੀ ਠੀਕ ਆ, ਮੇਰੇ ਨਾਲ ਨਾ ਕੁਝ ਚੱਕ ਚੁੱਕ ਕੇ ਮਾਰ ਦਿਓ। ਅੱਜ ਠੀਕ ਆ? ਨਹੀਂ, ਆਪਾਂ ਸਦਾ ਹੀ ਠੀਕ ਆ। ਆਪਾਂ ਰਹਿੰਦੇ ਆ, ਜਿਹੜਾ ਸਾਡਾ ਹਿੰਦੁਸਤਾਨ ਦਾ ਸੰਵਿਧਾਨ ਆ ਉਹਦੇ ਅਨੁਸਾਰ ਹੀ ਆਪਾਂ ਗੱਲ ਕਰੀਦਾ, ਫਾਲਤੂ ਕਿਸੇ ਨਾਲ ਲੜੀਦਾ ਜੀ। ਜਿਹੜਾ ਕੋਈ ਪਹਿਲ ਕਰਦਾ ਉਹਨੂੰ ਜਵਾਬ ਜ਼ਰੂਰ ਦੇਈਦਾ। ਜਿਹੜਾ ਖੇਤੀ ਕਾਨੂੰਨ ਬਿੱਲਾਂ ਦੇ ਉੱਤੇ ਅੱਜ ਜਿਹੜਾ ਇੰਨਾ ਕੁਝ ਹੋ ਰਿਹਾ, ਰਵਨੀਤ ਬਿੱਟੂ ਜੀ ਉੱਥੇ ਕਾਫੀ ਚਿਰ ਬੈਠੇ ਰਹੇ ਨੇ। ਹਾਂਜੀ ਹਾਂਜੀ, ਅੱਜ ਵੀ ਬੈਠੇ ਆ। ਅੱਜ ਵੀ ਬੈਠੇ ਆ। ਉੱਥੇ ਗਏ, ਉਹਨਾਂ ਨਾਲ ਧੱਕਾ ਮੁੱਕੀ ਵੀ ਹੋਈ ਆ। ਬੜੀਆਂ ਗੱਲਾਂ ਬਾਹਰ ਨਿਕਲ ਕੇ ਆਉਂਦੀਆਂ। ਕੋਈ ਕਹਿੰਦਾ ਜੀ ਇੱਥੇ ਖਾਲਿਸਤਾਨੀ ਨੇ, ਕੋਈ ਕਹਿੰਦਾ ਜੀ ਇੱਥੇ ਨਕਸਲੀ ਨੇ, ਕੋਈ ਕਹਿੰਦਾ ਜੀ ਇਹ ਕਾਮਰੇਡ ਨੇ। ਜਦ ਕਿ ਜਿਹੜਾ ਸਾਰਾ ਅੰਦੋਲਨ ਅਸੀਂ ਦੇਖ ਕੇ ਆਏ ਆ ਉਹ ਆਪ ਮੁਹਾਰੇ ਲੋਕ ਵੀ ਬਹੁਤ ਸਾਰੇ ਗਏ ਹੋਏ ਨੇ, ਜਦ ਕਿ ਜਿਹੜੇ ਯੂਨੀਅਨਾਂ ਦੇ ਜਿਹੜੇ ਵਰਕਰ ਨੇ ਉਹ ਬਹੁਤ ਘੱਟ ਨੇ। ਤੁਹਾਨੂੰ ਕੀ ਲੱਗਦਾ ਵਾ ਕਿ ਇਹ ਜਿਹੜੇ ਖੇਤੀ ਕਾਨੂੰਨ ਬਿੱਲ ਨੇ ਰੱਦ ਹੋਣੇ ਚਾਹੀਦੇ ਆ? ਕਿੰਨੇ ਕੁ ਮਾੜੇ ਆ, ਕਿੰਨੇ ਕੁ ਚੰਗੇ ਆ? ਭਾਜੀ, ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 6.5 ਸਾਲ ਦਾ ਕਰੀਬ ਬਕਵਾ ਹੋ ਗਿਆ। ਇੰਨਾ ਮਾੜਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਦੇ ਨਹੀਂ ਮੈਂ ਦੇਖਿਆ ਜੀ। ਨੰਬਰ 1, ਕਿਉਂਕਿ ਜਿਹੜੇ ਸਾਡੇ ਬੀਜੇਪੀ ਦੇ, ਮੈਂ ਸਾਰਿਆਂ ਨੂੰ ਭਰਾ ਕਹੂੰਗਾ, ਕਿਉਂਕਿ ਸਾਡੇ ਬੀਜੇਪੀ ਦੇ ਭਰਾਵਾਂ ਦੀ ਚਲਦੀ ਨਹੀਂ ਹੈਗੀ ਉਹਨਾਂ ਦੀ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਮੂਹਰੇ ਪ੍ਰਧਾਨ ਮੰਤਰੀ ਜੀ ਦਾ ਨਾਰਾ ਹੈਗਾ ਵੀ ਹਮ ਦੋ ਹਮਾਰੇ ਦੋ, ਅਡਾਨੀ ਔਰ ਅੰਬਾਨੀ ਜੀ। ਜਿਵੇਂ ਇੱਧਰ ਅਮਿਤ ਸ਼ਾਹ ਜੀ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਕਿਉਂਕਿ ਦੋ ਤੋਂ ਬਾਅਦ ਤੀਜੇ ਦੀ ਚੱਲਦੀ ਨਹੀਂ ਹੈਗੀ ਜੀ। ਕਿਉਂਕਿ ਚਾਹੇ ਜਿਹੜੇ ਸਾਡੇ ਪੰਜਾਬ ਜਿਹੜੇ ਬੀਜੇਪੀ ਦੇ ਆਗੂ ਨੇ, ਉਹਨਾਂ ਦਾ ਤੁਸੀਂ ਹੁਣ ਇਹ ਹਾਲ ਦੇਖ ਹੀ ਲਿਆ ਕਿ ਜਿਹੜੀਆਂ ਕਾਰਪੋਰੇਸ਼ਨ ਦੀਆਂ ਨਗਰ ਪੰਚਾਇਤਾਂ ਚੋਣਾਂ ਹੋਈਆਂ ਨੇ ਉਹਨਾਂ 'ਚ ਕੀ ਹਾਲ ਹੋਇਆ ਉਹਨਾਂ ਦਾ। ਜਿਹੜੀ ਬਿੱਲਾਂ ਦੀ ਗੱਲ ਕਰਦੇ ਆ ਵੀ ਬਿੱਲ ਤੁਹਾਡੇ ਮੁਤਾਬਕ ਗਲਤ ਨੇ? ਬਿੱਲ 100 ਪੈਸੇ ਗਲਤ ਨੇ। ਜਿਹੜਾ ਤੁਸੀਂ ਆਟਾ ਵੀ ਲੈਣਾ ਨਾ, ਆਪਾਂ 20 ਰੁਪਏ ਜਾਂ 25 ਰੁਪਏ ਕਿਲੋ ਆਟਾ ਮਿਲਦਾ, ਉਹ 50-60 ਰੁਪਏ ਕਿਲੋ ਮਿਲਣਾ ਉਹ ਜੀ। ਇਹ ਤਾਂ ਸਾਡੇ ਲੋਕਾਂ ਦੇ ਵਿੱਚ ਏਕਤਾ ਨਹੀਂ ਹੈਗਾ। ਹੋਰ ਕੀ ਫਰਕ ਪਊਗਾ ਤੁਹਾਡੇ ਮੁਤਾਬਕ? ਸਾਰੀਆਂ ਜ਼ਰੂਰੀ ਵਸਤਾਂ ਨੇ ਜਿਹੜੀਆਂ, ਉਹ ਜੇ ਅੱਜ ਜਿਹੜਾ ਬਿੱਲ ਆ ਜਿਵੇਂ ਨਹੀਂ ਕੈਂਸਲ ਕਰਦੇ, ਉਹਦੀ ਆੜ 'ਚ 91 ਰੁਪਏ ਲੀਟਰ, 92 ਰੁਪਏ ਲੀਟਰ ਤੇਲ ਹੋ ਗਿਆ ਲੁਧਿਆਣੇ 'ਚ। ਹੋਰ ਜਿਹੜੇ ਸਟੇਟਾਂ ਨੂੰ ਤਾਂ ਕਦੇ 95-96 ਟੱਪ ਗਿਆ। ਜਾਂ ਜਿਹੜਾ ਸਿਲੰਡਰ ਆ ਉਹ 150 ਰੁਪਈਆ 15-20 ਦਿਨ 'ਚ ਹੀ ਵੱਧ ਗਿਆ। ਉਹਦਾ ਜ਼ਿੰਮੇਵਾਰ ਕੌਣ ਆ? ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਅਡਾਨੀ ਤੇ ਅੰਬਾਨੀ। ਮੈਂ ਤਿੰਨਾਂ ਨੂੰ ਟਾਰਗੇਟ ਕਰੂੰਗਾ ਜੀ, ਔਰ ਲਹਿਜੇ 'ਚ ਗੱਲ ਕਰੂੰਗਾ, ਤਮੀਜ਼ 'ਚ ਗੱਲ ਕਰਾਂਗੇ ਹਮੇਸ਼ਾ। ਤੁਹਾਨੂੰ ਯਾਦ ਆ ਇਹ ਜਿਹੜੇ ਬਿੱਲ ਅੱਜ ਰੌਲਾ ਪੈ ਰਿਹਾ, ਸਾਰਾ ਵਰਲਡ ਇਸ ਲਈ ਕਹਿ ਰਿਹਾ ਵੀ ਇਹ ਗਲਤ ਨੇ, ਗਲਤ ਨੇ, ਇਹ ਲੈ ਕੇ ਮਨਮੋਹਨ ਸਿੰਘ ਸਰਕਾਰ ਆਈ ਸੀ। ਨਹੀਂ, ਉਹਨਾਂ ਦਾ ਕਰਨ ਦਾ ਤਰੀਕੇ ਹੋਰ ਸੀ। ਇਹੀ ਆਰਡੀਨੈਂਸ ਸੀਗਾ ਜੀ, ਇਹੀ ਕਾਨੂੰਨ ਸੀਗੇ, ਇਹੀ ਆੜ੍ਹਤੀਆਂ ਨੂੰ ਖਤਮ ਕਰਨ ਦਾ ਮੁੱਦਾ ਸੀ। ਮੇਰੀ ਬੇਨਤੀ ਸੁਣ ਲਿਓ, ਇਹੀ ਸਾਰਾ ਕੁਝ ਸੀਗਾ। ਉਦੋਂ ਬੀਜੇਪੀ ਸਰਕਾਰ ਨੇ ਇਹ ਲਾਗੂ ਨਹੀਂ ਹੋਣ ਦਿੱਤਾ ਸੀ। ਸਮ੍ਰਿਤੀ ਇਰਾਨੀ, ਆਪਣੇ ਜੈ ਲਲਿਤਾ ਜੀ ਦੇ ਬਿਆਨ ਨੇ ਉੱਥੇ, ਸਾਰੇ ਸਮ੍ਰਿਤੀ ਇਰਾਨੀ ਦਾ, ਅਰੁਣ ਜੇਟਲੀ ਦਾ ਬਿਆਨ ਆ। ਬਿਲਕੁਲ, ਮੈਂ ਉਹੀ ਕਹਿੰਦਾ ਨਾ ਕਿ ਉਦੋਂ ਇਹ ਬਣਾਇਆ ਬਣਤਰ ਜਿਹੜੀ ਸੀ ਇਹ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਸੀਗੀ। ਉਦੋਂ ਤੁਸੀਂ ਕਿਉਂ ਫਿਰ ਇਸ ਚੀਜ਼ ਨੂੰ? ਨਹੀਂ, ਉਦੋਂ ਜਿਹੜੀਆਂ ਗੱਲਾਂ ਹੋਰ ਸੀਗੀਆਂ, ਜਿਹੜੀਆਂ ਪਹਿਲਾਂ ਸਾਡੇ ਕਿਸਾਨ ਭਰਾ, ਜਿਵੇਂ 11-12 ਮੀਟਿੰਗਾਂ ਹੋ ਗਈਆਂ ਸੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਖੇਤੀ ਮੰਤਰੀ ਦੇ ਨਾਲ ਕੇਂਦਰੀ। ਇਹਨੂੰ ਛੱਡੋ, ਤੁਹਾਡੇ ਵਾਲੇ ਵਕਫੇ ਦੀ ਗੱਲ ਕਰਦਾ। ਜਦੋਂ ਤੁਹਾਡੇ ਵਾਲਾ ਸਮਾਂ ਸੀਗਾ, ਤੁਹਾਡੀ ਸਰਕਾਰ ਸੀਗੀ ਸੈਂਟਰ ਦੇ ਵਿੱਚ, ਇਹ ਬਿੱਲ ਉਦੋਂ ਲਾਗੂ ਕਰਨ ਲੱਗੇ ਸੀ, ਪਰ ਬੀਜੇਪੀ ਦਾ ਨਹੀਂ ਲੱਗਿਆ। ਉਹ ਹੋਰ ਖੜਨਾ ਸੀ ਨਾ ਕਿ ਲੋਕ ਕਿਸਾਨਾਂ ਨੂੰ ਤੰਗ ਕਰਨ ਦਾ ਕਿਸੇ ਮਤਲਬ ਹੀ ਨਹੀਂ। ਕਿਸਾਨ ਜਿਹੜੀ ਕੇਂਦਰ ਦੀ ਸਰਕਾਰ ਮਨਮੋਹਨ ਸਿੰਘ ਰਹੀ ਆ, ਉਹ ਕਿਸੇ ਵੀ ਵਰਗ ਨਾਲ ਧੱਕਾ ਨਹੀਂ ਕੀਤਾ ਉਹਨੇ ਜੀ। ਫਿਰ ਇਹ ਬਿੱਲ ਕਿਉਂ ਲਿਆਉਣ ਲੱਗੇ ਸੀ? ਨਹੀਂ, ਉਹ ਹੋਰ ਦੇਖੋ ਨਾ, ਉਹ ਤਰੀਕਾ ਹੋਰ ਸੀ। ਦੱਸੋ, ਤਰੀਕੇ ਹੋਰ ਸੀਗੇ। ਜਦੋਂ ਪਾਸ ਹੀ ਨਹੀਂ ਉਹ ਤਰੀਕੇ, ਹੁਣ ਫੇਲ ਹੀ ਸਾਰੇ ਬੰਦ ਹੋ ਗਏ। ਲੈ ਕੇ ਆਏ ਸੀਗੇ ਉਹਨਾਂ ਨੇ, ਆਖਰ ਨੂੰ ਰੱਖਿਆ ਸੀਗਾ ਸੰਸਦ ਦੇ ਵਿੱਚ, ਰੱਖਿਆ ਸੀ ਵੀ ਅਸੀਂ ਇਦਾਂ ਕਰਕੇ ਆਹ ਕਰਨਾ ਵਾ। ਤੁਸੀਂ ਪੁਰਾਣੇ ਵਰਕਰ ਗਿੱਲ ਸਾਹਿਬ, ਗੱਲ ਪਤਾ ਕੀ ਗੱਲ ਆ,
ਜਿਹੜੇ ਮੁੱਦੇ ਜਿਵੇਂ ਹੁਣ ਕਿਸਾਨਾਂ ਦੀਆਂ ਮੰਡੀਆਂ ਨੂੰ ਅਪਗ੍ਰੇਡ ਕਰਨਾ ਸੀ, ਨਾ ਕਿ ਮੰਡੀਆਂ ਦੀ ਪਾਵਰ ਆਪਾਂ ਖੋਣੀ ਸੀ ਉਹਨਾਂ ਦੀ। ਤੇ ਇਹ ਚ ਵੀ ਕਹਿੰਦੇ ਖੋ ਨਹੀਂ ਰਹੇ ਨਹੀਂ ਸਾਰਾ ਜਿਹੜੀ ਆ ਰਿਲਾਇੰਸ ਨੇ ਕੀ ਕੀਤਾ, ਜਿਹੜੀਆਂ ਉਹ ਬਾਰਦਾਨੇ ਦੇ ਬੋਰੀਆਂ ਪੰਜਾਬ 'ਚ ਭੇਜਣ ਲੱਗ ਗਏ, ਉਹ ਨਾਲ ਆਨਲਾਈਨ ਵੀ ਕਹਿੰਦਾ ਜਿਹਨੇ ਬੋਰੀ ਲੈਣੀ ਹੈ 20 ਤੋਂ 25 ਰੁਪਏ ਦੀ 50 ਰੁਪਏ ਤੁਹਾਨੂੰ ਥੈਲਾ ਮਿਲੂਗਾ ਜੀ। ਬਾਬਾ ਰਾਮਦੇਵ ਕੀ ਕਹਿੰਦਾ ਸੀ, ਅੱਜ ਉਹ ਪ੍ਰੋਡਕਟ ਬਣਾ ਰਿਹਾ ਉਹ ਕਿੱਥੇ ਕਾਲਾ ਧਨ, ਉਦੋਂ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਖਿਲਾਫ ਕਾਫੀ ਕਰ ਰਿਹਾ ਸੀ ਨਾ ਬਾਬਾ ਰਾਮਦੇਵ, ਕਾਲਾ ਧਨ ਲੈ ਕੇ ਕਾਲਾ ਧਨ ਲਓ। ਅੱਜ ਕਿੱਥੇ ਗਿਆ ਕਾਲਾ ਧਨ, ਲੈ ਕੇ ਨਹੀਂ ਆਇਆ ਕੋਈ ਜੀ। ਇਹ ਸਾਰੀਆਂ ਗੱਲਾਂ ਹੁੰਦੀਆਂ ਨੇ, ਰਾਜਨੀਤਿਕ ਗੱਲਾਂ ਨੇ ਇਹ, ਜਿਹੜੀਆਂ ਇਹੀ ਤਾਂ ਰਾਜਨੀਤਿਕ ਗੱਲਾਂ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨਾ। ਬਿਲਕੁਲ। ਜਦੋਂ ਤਾਂ ਇਹ ਦੋ ਚਿਹਰੇ ਇੱਥੇ ਕਿਉਂ ਨੇ, ਜਦੋਂ ਤਾਂ ਕਾਂਗਰਸ ਉਹੀ ਬਿੱਲ ਲੈ ਕੇ ਆਉਣ ਲੱਗੀ ਸੀ, ਕੁਝ ਸ਼ਰਤਾਂ ਤੁਸੀਂ ਕਹਿੰਦੇ ਚਲੋ ਚੇਂਜ ਸੀ ਵਿੱਚ, ਜਦੋਂ ਇਹੀ ਬਿੱਲ ਉਹ ਲੈ ਕੇ ਆਉਣ ਲੱਗੇ ਸੀ ਉਦੋਂ ਬਿੱਲ ਚੰਗਾ ਸੀ। ਅੱਜ ਇਹ ਬੀਜੇਪੀ ਸਰਕਾਰ ਲੈ ਕੇ ਆਈ ਆ, ਅੱਜ ਇਹ ਮਾੜਾ ਹੋ ਗਿਆ, ਜਦ ਕਿ ਹੈ ਉਸ ਵੇਲੇ ਵੀ ਮਾੜਾ ਸੀ, ਹੈ ਅੱਜ ਵੀ ਮਾੜਾ। ਮੈਂ ਦੇਖੋ ਨਾ, ਪ੍ਰਧਾਨ ਮੰਤਰੀ ਸ਼੍ਰੀ ਮਨਮੋਹਨ ਸਿੰਘ ਜੀ ਨੇ ਨੋਟਾਂ ਦੀ ਕਰੰਸੀ ਚੇਂਜ ਕੀਤੀ, ਕੋਈ ਲੋਕ ਨੂੰ ਪਤਾ ਲੱਗਿਆ ਕਿਵੇਂ ਕੀਤੇ? 500 ਨੋਟ ਜਿਹੜੇ ਚੇਂਜ ਕੀਤੇ ਸੀ ਹਲਕਾ ਫੁਲਕਾ ਆਪਣੇ ਆਪ ਅੰਦਰ ਹੀ ਚੇਂਜ ਕਰੀ ਗਏ। ਉਹੀ ਇਹ ਗੱਲ ਆ, ਪ੍ਰਧਾਨ ਮੰਤਰੀ ਨੇ ਪਹਿਲਾਂ ਨੋਟਬੰਦੀ ਲੋਕਾਂ ਨੂੰ ਤੰਗ ਕੀਤਾ, ਫਿਰ GST ਤੰਗ ਕੀਤਾ, ਕਰੋਨਾ ਦੀ ਮਹਾਮਾਰੀ 'ਚ ਆ ਕੇ ਲੋਕ ਵਿਚਾਰੇ ਭੁੱਖੇ ਮਰ ਗਏ। ਹੁਣ ਉਸ ਤੋਂ ਬਾਅਦ ਇਹਨਾਂ ਨੇ ਲਿਆ ਕੇ ਕਾਲਾ ਜਿਹੜੇ 3 ਬਿੱਲ ਲਿਆ ਕੇ ਜ਼ਰੂਰੀ ਵਸਤਾਂ ਦਾ ਬਿਲਕੁਲ ਹੀ ਬੇੜਾ ਬਿਠਾਉਣ। ਤੁਸੀਂ ਇੰਨਾ ਚਿਰ ਕਾਂਗਰਸ ਸਰਕਾਰ ਦੀ ਭਗਤੀ ਕੀਤੀ ਆ, ਕੋਈ ਮਿਲ ਰਹੀ ਹੈ ਐਤਕੀ ਟਿਕਟ ਵਗੈਰਾ ਕੋਈ MLA? ਨਹੀਂ, ਆਪਾਂ ਤਾਂ ਟਿਕਟ ਲੈਣੀ ਨਹੀਂ, ਆਪਾਂ ਦੇਸ਼ ਭਗਤੀ ਦੇ ਨਾਲ, ਕਾਂਗਰਸ ਦੇ ਨਾਲ ਦੇਸ਼ ਭਗਤੀ ਨਾਲ ਖੜੇ ਆ, ਆਪਾਂ ਤਾਂ ਲੋਕਾਂ ਨੂੰ ਜਿਤਾਉਣਾ। ਇਹ ਦੇਸ਼ ਭਗਤੀ ਕਿਹੜੀ ਹੋਈ ਕਿ ਤੁਸੀਂ ਆਪਣੀ ਦਸਤਾਰ ਦੇ ਨਾਲ ਬੁੱਤ ਸਾਫ਼ ਕਰ ਦੇਣਾ? ਨਹੀਂ, ਉਹ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਭਾਰਤ ਰਤਨ ਸੀਗੇ ਜੀ। ਭਾਰਤ ਰਤਨ ਦੇ ਨਾਲ ਉਹ ਭਾਰਤ ਦੇ ਪ੍ਰਧਾਨ ਮੰਤਰੀ ਰਹੇ, ਔਰ ਤੁਹਾਨੂੰ ਵੀ ਪਤਾ ਉਹਨਾਂ ਦੀ ਡੈਥ ਕਿਵੇਂ ਹੋਈ ਜੀ, ਬੜਾ ਇੰਦਰਾ ਗਾਂਧੀ ਜੀ ਦੀ ਡੈਥ ਕਿਵੇਂ ਹੋਈ ਜੀ। ਇਸ ਕਰਕੇ ਸਾਹਿਬ ਬਿਆਨ ਸਿੰਘ ਜੀ ਦੀ, ਜਿੰਨੇ ਵੀ ਸਾਡੇ ਜਿਹੜੇ ਦੇਸ਼ ਵਿਰੋਧੀਆਂ ਲੋਕਾਂ ਨੇ ਕੰਮ ਕੀਤਾ, ਮੈਂ ਉਹਨਾਂ ਦੇ ਖਿਲਾਫ ਹਮੇਸ਼ਾ ਰਹਾਂਗਾ। ਹੱਤਿਆ ਕਿਸੇ ਦੀ ਵੀ ਹੋਣੀ ਮਾੜੀ ਆ, ਹਾਂਜੀ ਕਹਿੰਦੇ ਆ, ਹੱਤਿਆ ਕਿਸੇ ਦੀ ਨਹੀਂ ਹੋਣੀ, ਹੱਤਿਆ ਨਹੀਂ, ਆਮ ਬੜੀ ਮਾੜੀ ਹੱਤਿਆ ਕਰਨੀ, ਆਮ ਵਿਅਕਤੀ ਦੀ ਵੀ ਚਲੋ ਹੋਣੀ ਮਾੜੀ ਆ। ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਸ ਤੋਂ ਬਾਅਦ ਉਹ ਕੁਝ ਸਿੱਖਾਂ ਨੇ ਭੜਕੇ ਹੋਏ ਨੇ, ਉਹਨਾਂ ਦੇ ਗਨਮੈਨਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਕੀ ਤੁਸੀਂ ਦਰਬਾਰ ਸਾਹਿਬ ਤੇ ਹਮਲੇ ਨੂੰ ਜਾਇਜ਼ ਸਮਝਦੇ ਹੋ? ਨਹੀਂ, ਉਹ ਬਹੁਤ ਹੀ ਨਿੰਦਣਯੋਗ ਸੀਗਾ। ਅਸੀਂ ਸਾਰੇ, ਕਿਉਂਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਪਰਿਵਾਰ ਨੇ ਉੱਥੇ ਬਾਰ-ਬਾਰ ਮਾਫੀ ਮੰਗੀ ਜਾ ਕੇ, ਬਾਰ-ਬਾਰ। ਮੇਰੇ ਅੱਜ ਕੋਈ ਗੋਲੀ ਮਾਰ ਦੇਵੇ, ਕੱਲ ਨੂੰ ਮੇਰੇ ਪਰਿਵਾਰ ਨੂੰ ਕਵੇ ਮੈਨੂੰ ਮਾਫ ਕਰ ਦਿਓ, ਕਰ ਹੋ ਜਾਊਗਾ? ਨਹੀਂ, ਉਹ ਤਾਂ ਆਪਣੇ ਤਰੀਕੇ ਤੇ ਆ ਜਾਂ ਸਾਡੀ ਸੋਚ ਤੇ ਆ। ਏਦਾਂ ਦੀ ਸੋਚ ਕਿਹੜੀ ਸੀ? ਹੁਣ ਰਾਹੁਲ ਗਾਂਧੀ ਜੀ ਨੇ ਮਾਫ ਕਰਤੇ ਆਪਣੇ, ਜਿਹੜੇ ਉਹ ਕਹਿੰਦੇ ਜਿਹੜੇ ਮੇਰੇ ਪਿਤਾ ਨੇ ਰਾਜੀਵ ਗਾਂਧੀ ਜੀ ਨੂੰ ਜਿਹਨੇ ਮਾਰਿਆ, ਮੈਂ ਉਹਨੂੰ ਮਾਫ ਕਰਤਾ। ਨਹੀਂ, ਚਲੋ ਇਹ ਮਾਫ ਕਰਤਾ। ਇੰਦਰਾ ਗਾਂਧੀ ਦੇ ਕਤਲ ਹੋਣ ਤੋਂ ਬਾਅਦ ਲੱਖਾਂ ਸਿੱਖਾਂ ਦਾ ਕਤਲੇਆਮ ਹੋਇਆ, ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ, ਉਹਨੂੰ ਜਾਇਜ਼ ਠਹਿਰਾਉਣੇ? ਨਹੀਂ, ਜਿਹੜਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਰੋਲ ਦਾ ਕੋਈ ਨਹੀਂ ਸੀਗਾ। ਜਿਵੇਂ ਲੋਕ ਇੱਥੇ ਕਿਸਾਨਾਂ ਦੇ ਭੇਸ ਵਿੱਚ ਖਾਲਿਸਤਾਨੀ ਦਿੱਲੀ ਦੇ ਵੜ ਗਏ ਸੀਗੇ, ਲਾਲ ਕਿਲੇ ਵੱਲ ਗਏ ਨੇ, ਕਿਸਾਨ ਜਥੇਬੰਦੀ ਆਗੂ ਵੀ ਕਹਿੰਦੇ ਨੇ ਵੀ ਸਾਡਾ ਕੋਈ ਰੋਲ ਨਹੀਂ ਇਹਦੇ ਵਿੱਚ, ਉਹੀ ਰੋਲ ਕਾਂਗਰਸ ਦਾ ਉਸ ਟਾਈਮ ਕੋਈ ਰੋਲ ਨਹੀਂ ਸੀ। ਸੱਜਣ ਕੁਮਾਰ ਜਗਦੀਸ਼ ਟਾਈਟਲਰ ਦਾ ਸਾਫ਼ ਨਾਮ ਵੀ ਆ ਗਿਆ, ਇੱਕ ਬੰਦਾ ਸਜ਼ਾ ਵੀ ਭੁਗਤ ਰਿਹਾ। ਸੱਜਣ ਕੁਮਾਰ ਸੇਮ ਪੈਟਰਨ ਦੇ ਨਾਲ ਪੂਰੇ ਦਿੱਲੀ ਦੇ ਵਿੱਚ, ਇੱਕ ਤਾਂ ਹੁੰਦਾ ਨਾ ਜੀ ਲੋਕ ਆਪਣੇ ਆਪ ਭੜਕੇ, ਇੱਕ ਹੁੰਦਾ ਸੇਮ ਪੈਟਰਨ ਦੇ ਨਾਲ ਦਿੱਲੀ ਦੇ ਵਿੱਚ ਉਸੇ ਤਰ੍ਹਾਂ ਦੀਆਂ ਕੇਨੀਆਂ ਤੇਲ ਦੀਆਂ ਜਾਂਦੀਆਂ, ਉਸੇ ਤਰ੍ਹਾਂ ਦੀਆਂ ਰਾੜਾਂ ਜਾਂਦੀਆਂ ਨੇ, ਇੱਕੋ ਤਰ੍ਹਾਂ ਦਾ ਸਮਾਨ ਜਾਂਦਾ। ਕੀ ਇਹ ਕਿਸੇ ਉਹਨੇ ਪਹੁੰਚਾਤਾ, ਕਿਸੇ ਖਾਲਿਸਤਾਨੀਆਂ ਨੇ ਪਹੁੰਚਾਤਾ? ਇਹਦੇ 'ਚ ਮੈਂ ਕਹੂੰਗਾ ਜਿਹੜੇ ਰਾਜੀਵ ਗਾਂਧੀ ਜੀ ਪਾਕ ਪਵਿੱਤਰ ਆਤਮਾ ਸੀ, ਰਾਜੀਵ ਗਾਂਧੀ ਦਾ ਕੋਈ ਵੀ ਰੋਲ ਨਹੀਂ ਸੀ। ਮੈਂ ਅੱਜ ਵੀ ਤੁਹਾਡੇ ਸਾਹਮਣੇ ਕਹੂੰਗਾ, ਕੱਲ ਵੀ ਕਹੂੰਗਾ, ਜਦੋਂ ਵੀ ਕਹਾਂਗਾ ਤੁਹਾਡੇ ਚੈਨਲ ਤੇ ਮੈਂ ਬਾਰ-ਬਾਰ ਇਹੀ ਕਹੂੰਗਾ ਵੀ ਸ਼੍ਰੀ ਰਾਜੀਵ ਗਾਂਧੀ ਦਾ ਕੋਈ ਇਹ 'ਚ ਰੋਲ ਨਹੀਂ ਸੀ। ਤਾਂ ਹੀ ਰਾਜੀਵ ਗਾਂਧੀ ਨੇ ਕਹਿਤਾ ਸੀਗਾ ਕਿ ਜਦੋਂ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ। ਨਹੀਂ, ਉਹਦੇ ਮਤਲਬ ਹੋਰ ਹੁੰਦੇ ਆ ਭਾਜੀ, ਇਹ ਨਹੀਂ ਹੁੰਦਾ ਵੀ ਉਹੀ ਗੱਲ। ਇੱਕ ਪੰਜਾਬੀ ਦੇ ਵੀ 2-3 ਮਤਲਬ ਨਿਕਲਦੇ ਆ ਹਰ ਗੱਲ ਦੇ। ਮੈਨੂੰ ਦੂਸਰਾ ਮਤਲਬ ਕੱਢ ਦਿਓ। ਇਹ ਨਹੀਂ ਭਾਜੀ, ਉਹ ਖਬਰਾਂ ਕਿਹੜੀ ਗੱਲ ਤੇ ਉਹਨੇ ਗੱਲ ਕਹੀ ਹੈ ਆਪਾਂ ਨੂੰ। ਇੰਦਰਾ ਗਾਂਧੀ ਜੀ ਦੀ ਮੌਤ ਤੇ ਬੋਲਦੇ ਹੋਏ ਕਿਹਾ ਸੀਗਾ ਕਿ ਜਦੋਂ ਇੰਦਰਾ ਗਾਂਧੀ ਜੀ ਦੀ ਮੌਤ ਹੋਈ ਆ, ਜਿਹੜੇ ਇਹ ਕਹਿੰਦੇ ਨੇ ਇੰਨਾ ਕਤਲੇਆਮ ਹੋਇਆ, ਜਾਂ ਕਹਿੰਦੇ ਜੀ ਜਦੋਂ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ, ਇਹ ਜਿਹੜਾ ਬੜਾ ਪੇੜ ਗਿਰਿਆ ਸੀ, ਇਹ ਧਰਤੀ ਜਿਹੜੀ ਹਿੱਲੀ ਸੀ, ਇਹ ਇਕੱਲੀ ਸਿੱਖਾਂ ਲਈ ਕਾਤੇ ਹਿੱਲਦੀ? ਨਹੀਂ, ਸਿੱਖਾਂ ਨੇ ਨਹੀਂ, ਕਾਂਗਰਸ ਪਾਰਟੀ ਹਰ ਧਰਮ ਦਾ ਸਤਿਕਾਰ ਕਰਦੀ ਆ, ਚਾਹੇ ਕਾਂਗਰਸੀ ਆ, ਚਾਹੇ ਉਹ ਸਿੱਖ ਆ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਈਸਾਈ ਆ, ਸਾਰੇ ਧਰਮਾਂ ਨੂੰ ਸਤਿਕਾਰ ਕਰਦੀ ਆ। ਜਦੋਂ ਇਹ ਹੋਇਆ, ਸਿੱਖਾਂ ਦਾ ਕਤਲੇਆਮ ਹੋਇਆ ਸਾਰੇ ਕਿਤੇ, ਤੁਹਾਨੂੰ ਵੀ ਪਤਾ, ਅਮਿਤਾਭ ਬੱਚਨ ਤੱਕ ਦਾ ਨਾਮ ਵੀ ਵਿੱਚ ਬੋਲਦਾ ਰਿਹਾ ਕਿ ਉਹਨੇ ਵੀ ਨਾਅਰੇ ਲਗਾਏ ਨੇ ਆ ਕੇ ਖੂਨ ਦਾ ਬਦਲਾ ਖੂਨ। ਠੀਕ ਹੈ ਜੀ, ਉਹਨਾਂ ਦਾ ਕਤਲੇਆਮ ਹੋਇਆ ਤਾਂ ਸਿੱਖਾਂ ਦਾ ਕਤਲੇਆਮ ਹੋ ਗਿਆ। ਜਦੋਂ ਤੁਹਾਡੀ ਇਸੇ ਕਾਂਗਰਸ ਪਾਰਟੀ ਦੇ ਮਹਾਤਮਾ ਗਾਂਧੀ ਨੂੰ ਨੱਥੂ ਰਾਮ ਗੌਡਸੇ ਗੋਲੀ ਮਾਰਦਾ,
ਉਦੋਂ ਕਦੇ ਨਹੀਂ ਇਹੀ ਦਰਖਤ ਡਿੱਗਿਆ ਤੇ ਫਿਰ ਉਦੋਂ ਕਦੇ ਨਹੀਂ ਉਸ ਕੌਮ ਦੇ ਉੱਤੇ ਨਹੀਂ ਅਸੀਂ ਮਹਾਤਮਾ ਗਾਂਧੀ ਜੀ ਨਾਲ ਖੜੇ ਆ, ਅਸੀਂ ਨਥੂਰਾਮ ਗੌਡਸੇ ਦਾ ਵਿਰੋਧ ਕਰਦੇ ਆ। ਨਥੂਰਾਮ ਗੌਡਸੇ ਨੇ ਜਦੋਂ ਗੋਲੀ ਮਾਰੀ, ਜਿਸ ਤਰ੍ਹਾਂ ਸਿੱਖਾਂ ਨੇ ਜੇ ਗੋਲੀ ਮਾਰੀ 2 ਗਨਮੈਨਾਂ ਨੇ, ਤਾਂ ਉਹਨਾਂ ਦੇ ਪੂਰੀ ਕੌਮ ਨੂੰ ਨਸਲਕੁਸ਼ੀ ਕੀਤੀ ਗਈ। ਜਦੋਂ ਮਹਾਤਮਾ ਗਾਂਧੀ ਨੂੰ ਨਥੂਰਾਮ ਗੌਡਸੇ ਗੋਲੀ ਮਾਰਦਾ, ਫਿਰ ਉਦੋਂ ਕਿਉਂ ਨਹੀਂ ਦਰਖਤ ਉਹਨਾਂ ਉਸ ਕੌਮ ਤੇ ਕਿਉਂ ਨਹੀਂ ਡਿੱਗਿਆ, ਸਿੱਖਾਂ ਦੇ ਕਿਉਂ ਡਿੱਗਦਾ? ਭਾਜੀ ਜਰਨੈਲ ਸਿੰਘ ਭਿੰਡਰਾਂਵਾਲਾ ਕੀ ਸੀਗਾ ਤੁਸੀਂ ਮੈਨੂੰ ਦੱਸੋ। ਚਲੋ ਮੈਂ ਹੁਣ ਤੁਹਾਡੇ ਤੇ ਆ ਗਿਆ। ਉਹ ਤਾਂ ਤੁਹਾਡੇ ਲੋਕ ਅੱਜ ਤੱਕ ਵੀ ਕਹਿੰਦੇ ਨੇ ਕਿ ਇੰਦਰਾ ਗਾਂਧੀ ਨੇ ਖੜਾ ਕੀਤਾ ਸੀ। ਨਹੀਂ ਖੜਾ ਕੀਤਾ ਨਹੀਂ ਕੀਤਾ ਉਹ ਨਹੀਂ ਗੱਲ। ਕਿੰਨੇ ਬੰਦੇ, ਕਿੰਨੇ 35,000 ਜੋ ਲੋਕ ਸਾਡਾ ਆਵਾਮ ਕਹਿੰਦਾ ਪੰਜਾਬ ਦਾ ਵੀ 35,000 ਲੋਕਾਂ ਨੂੰ ਕਿਹਨੇ ਮਰਵਾਇਆ? ਪਰਚੀ ਘੜੇ 'ਚ ਪਰਚੀ ਕਿਹਦੀ ਨਿਕਲਦੀ ਸੀ? ਕੋਈ ਡਾਟਾ ਨਹੀਂ ਜੀ, ਇਹ ਸਿਰਫ ਗੱਲਾਂ ਫੋਕੀਆਂ ਨੇ ਕਿ 35,000 ਹਿੰਦੂ ਮਾਰਤਾ। ਨਹੀਂ ਹਿੰਦੂ ਨਹੀਂ, ਸਾਰੇ ਵਿੱਚ ਹੀ ਸੀ। ਪੰਜਾਬ ਪੁਲਿਸ ਦੇ ਭਰਾ ਵੀ ਸੀ ਵਿੱਚ, ਪਰਿਵਾਰ ਵੀ ਸੀ ਉਹਨਾਂ ਦੇ। ਤੁਸੀਂ 5 ਸਾਲ ਰੁਕੋ ਜੀ, ਇਹ 35 ਤੋਂ 50 ਚਲੇ ਜਾਣਾ। ਇਹਨਾਂ ਦਾ ਕੋਈ ਬੇਬੁਨਿਆਦ ਗੱਲਾਂ ਨੇ। ਜਿਹੜਾ ਖਾਲੜਾ ਸਾਹਿਬ ਨੇ ਲਿਆ ਕੇ ਲਿਸਟਾਂ ਤਾਂ ਮੂਹਰੇ ਰੱਖਤੀਆਂ ਸੀਗੀਆਂ, ਉਸ ਸਮੇਂ ਤਾਂ ਕਾਂਗਰਸ ਸਰਕਾਰ ਸੀ। ਕਿ ਆਹ ਦੇਖੋ ਜੀ, ਆਹ ਕਤਲੇਆਮ ਹੋਇਆ, ਅਣਪਛਾਤੇ ਕਹਿ ਕੇ ਮਾਰੇ ਗਏ ਨੇ, ਇਹਨਾਂ ਦੇ ਡੈੱਡ ਬੋਡੀਆਂ ਸਾਨੂੰ ਦਿਓ। ਨਹੀਂ ਪੰਜਾਬ ਦੇ ਜਿਹੜੇ ਮਾੜੇ ਹਾਲਾਤਾਂ ਦੇ ਜ਼ਿੰਮੇਵਾਰ ਕੌਣ ਸੀਗਾ? ਕੌਣ ਸੀ? ਮੈਂ ਕਹੂੰਗਾ ਇਹ ਜਿਹੜਾ ਅੱਤਵਾਦੀ ਜਰਨੈਲ ਸਿੰਘ ਭਿੰਡਰਾਂਵਾਲਾ ਸੀ ਤੇ ਸੀ ਹੈ। ਤੁਹਾਨੂੰ ਕੀ ਲੱਗਦਾ ਦਰਬਾਰ ਸਾਹਿਬ ਤੇ ਉਹਨਾਂ ਕਰਕੇ ਹਮਲਾ ਹੋਇਆ ਸੀ? ਦਰਬਾਰ ਸਾਹਿਬ ਤੇ ਜਰਨੈਲ ਸਿੰਘ ਭਿੰਡਰਾਂਵਾਲਾ ਜ਼ਿੰਮੇਵਾਰ ਸੀਗਾ। ਉਹ ਕਿਉਂ? ਮੈਂ ਕਿਤੇ ਇੱਕ ਰੋਡ ਤੇ ਜਾ ਰਿਹਾ, ਮੈਂ ਰੋਡ ਤੇ ਜਾ ਰਿਹਾ, ਵਿਚਾਲੇ ਜਾ ਕੇ ਮੈਂ ਆਪਦੀ ਕਾਰ ਲਾ ਦਿੰਦਾ। ਜੇ ਮੈਂ ਨਹੀਂ ਹਟੂੰਗਾ ਉੱਥੋਂ, ਫਿਰ ਮੇਰੇ ਕੀ ਹੋਊਗਾ? ਮੇਰੇ ਡਾਂਗਾ ਹੀ ਪੈਣਗੀਆਂ। ਮੈਨੂੰ ਪਹਿਲਾਂ ਪਬਲਿਕ ਮਾਰੂਗੀ, ਮੈਨੂੰ ਬੁਰਾ ਭਰਾ ਬੋਲੂਗੀ। ਕਹਿਣ ਦਾ ਇਹੀ ਮਤਲਬ ਆ ਕਿ ਵੀ ਦਮਦਮੀ ਟਕਸਾਲ ਤੇ ਜਾ ਕੇ ਬੈਠਣਾ ਚਾਹੀਦਾ ਸੀ। ਤੁਹਾਡੇ ਕਹਿਣ ਦਾ ਇਹੀ ਮਤਲਬ ਕਿ ਦਰਬਾਰ ਸਾਹਿਬ ਤੇ, ਵੀ ਦਰਬਾਰ ਸਾਹਿਬ ਤੋਂ ਜੇ ਅਸੀਂ ਇੰਨਾ ਸੰਤ ਸੀ ਨਾ, ਸੱਚੇ ਸੁੱਚੇ ਬਣਦੇ ਸੀ, ਅਸੀਂ ਬੜਾ ਵੀ ਗੁਣੀ ਗਿਆਨੀ ਹੈ ਜਾਂ ਬੜਾ ਸਾਨੂੰ ਗੁਰਬਾਣੀ ਦਾ ਮਹੱਤਵ ਆਉਂਦਾ ਵਾ, ਉੱਥੋਂ ਜਰਨੈਲ ਸਿੰਘ ਭਿੰਡਰਾਂਵਾਲੇ ਅੱਤਵਾਦੀ ਨੂੰ ਉੱਥੋਂ ਹਟ ਜਾਣਾ ਚਾਹੀਦਾ ਸੀ। ਤੁਸੀਂ ਅੱਤਵਾਦੀ ਕਹਿੰਦੇ ਹੋ, ਪੂਰੀ ਕੌਮ ਉਹਨਾਂ ਨੂੰ ਸੰਤ ਮੰਨਦੀ ਆ। ਮੇਰੀ ਬੇਨਤੀ ਗੱਲ ਸੁਣ ਲਓ ਅੱਗੇ। ਤੁਸੀਂ ਕਹਿੰਦੇ ਹੋ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹ ਭਿੰਡਰਾਂਵਾਲੇ ਕਰਕੇ ਹੋਇਆ ਜੀ। ਜਿਹੜੇ 37 ਗੁਰਦੁਆਰਿਆਂ ਤੇ ਹੋਰ ਹੋਇਆ ਸੀ, ਉੱਥੇ ਤਾਂ ਭਿੰਡਰਾਂਵਾਲਾ ਹੈ ਨਹੀਂ ਸੀ। ਭਾਜੀ ਸੋਚ ਤਾਂ ਉਹਦੀ ਚੱਲਦੀ ਪਈ ਅੱਜ ਵੀ। ਕਿਹੜੀ ਸੋਚ? ਜਿਹੜੀ ਉਹ ਟੀ-ਸ਼ਰਟਾਂ, ਭੜਕਾਊ ਬਿਆਨਬਾਜ਼ੀ। ਇਕੱਲੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ 37 ਗੁਰਦੁਆਰਿਆਂ 'ਚ, ਉੱਥੇ ਭਿੰਡਰਾਂਵਾਲਾ ਨਹੀਂ ਸੀ। ਕੀ ਉਹਦੀ ਸੋਚ ਨੂੰ ਅੱਜ ਮਾਰ ਦਿੱਤਾ ਗਿਆ? ਉਹ ਗੁਰਦੁਆਰਿਆਂ ਤੇ ਹਮਲਾ ਕਰਨ ਦੇ ਨਾਲ ਗੁਰਦੁਆਰੇ ਕੌਣ ਹਮਲਾ ਕਰਦਾ? ਇਹੀ ਲੋਕ। ਗੁਰਦੁਆਰੇ ਸਰਕਾਰ ਨੇ ਕੀਤਾ ਜੀ, ਫੋਰਸ ਨੇ ਕੀਤਾ। ਤੁਸੀਂ ਰਿਕਾਰਡ ਆ। ਤੁਸੀਂ ਇਹ ਗੱਲ ਛੱਡੋ, ਤੁਸੀਂ ਬਈ ਪਤਾ 37 ਗੁਰਦੁਆਰਾ ਜਿਹੜਾ 4 ਵਾਰ ਮੈਨੂੰ ਮਾਰਨ ਵਾਸਤੇ ਲੋਕ ਆ ਰਹੇ ਨੇ, ਉਹ ਕਿਹੜੇ ਆ ਰਹੇ ਨੇ ਦੱਸੋ? ਮੈਂ ਕਿਸੇ ਦਾ ਕੋਈ ਮਾੜਾ ਕਰਤਾ ਦੱਸੋ? ਮੈਂ ਕਿਹਦਾ ਮਾੜਾ ਕਰਦਾ ਵਾਂ? ਮੈਂ ਸੱਚ ਦੀ ਗੱਲ ਕਰਦਾ ਹਮੇਸ਼ਾ। ਤੁਸੀਂ ਇੱਕ ਹੋ ਨਾ। ਹਾਂ, ਉੱਥੇ ਮੈਂ ਕਹਿੰਦਾ ਲੱਖਾਂ ਦਾ ਹੋਇਆ ਵਾ, ਲੱਖਾਂ ਦਾ ਕਤਲੇਆਮ ਹੋਇਆ ਵਾ। ਅਸੀਂ ਕਹਿੰਦੇ ਆ, ਮੈਂ ਪਹਿਲਾਂ ਕਹਿ ਕੇ ਹਟਿਆ ਸ਼ਬਦ ਕਿ ਹੱਤਿਆ ਹੋਣੀ ਕਿਸੇ ਦੀ ਵੀ ਗਲਤ ਆ, ਉਹ ਚਾਹੇ ਤੁਹਾਡਾ ਦੁਸ਼ਮਣ ਵੀ ਆ, ਨਹੀਂ ਹੋਣੀ ਚਾਹੀਦੀ। ਅਸੀਂ ਕਹਿੰਦੇ ਆ ਤੁਹਾਡੀ ਕਾਂਗਰਸ ਸਰਕਾਰ ਨੇ ਉਸ ਸਮੇਂ ਫੋਰਸ ਨੇ ਹਮਲਾ ਕੀਤਾ 37 ਗੁਰਦੁਆਰਿਆਂ ਤੇ, ਕੋਈ ਭਿੰਡਰਾਂਵਾਲਾ ਨਹੀਂ ਸੀ। ਜੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੀ ਸੋਚ ਉੱਥੇ ਉਸ ਟਾਈਮ ਚੱਲਦੀ ਪਈ ਸੀ, ਕੀ ਅੱਜ ਉਹਨਾਂ ਦੀ ਸੋਚ ਖਤਮ ਹੋ ਗਈ? ਅੱਜ ਵੀ ਉਹਨਾਂ ਗੁਰਦੁਆਰਿਆਂ ਤੇ ਹਮਲਾ ਕਰਨ ਦੇ ਨਾਲ ਖਤਮ ਹੋ ਗਈ? ਮੈਂ ਕਹਿੰਦਾ ਕਿਸੇ ਵੀ ਧਰਮ ਤੇ ਹਮਲਾ ਨਹੀਂ ਕਰਨਾ ਚਾਹੀਦਾ। ਤੇ ਕੋਈ ਨਾ ਕਾਂਗਰਸ ਵਾਲੇ ਕਦੇ ਵੀ ਕੁਛ ਵੀ ਨਹੀਂ ਕਰਾ ਸਕਦੀ ਕਿਸੇ ਦੇ ਬਾਰੇ ਬੁਲਾ ਤੱਕਦੀ ਕਾਂਗਰਸ ਪਾਰਟੀ। ਜਿਹੜੇ ਇੰਦਰਾ ਗਾਂਧੀ ਜੀ ਨੇ ਐਡਾ ਵੱਡਾ ਸਟੈਪ ਲਿਆ, ਤੇ ਅਡਵਾਨੀ ਨੇ ਆਪਦੀ ਬੁੱਕ ਦੇ ਵਿੱਚ ਬਕਾਇਦਾ ਲਿਖੀ ਆ ਇਹ ਗੱਲ ਕਿ ਇੰਦਰਾ ਗਾਂਧੀ ਨਹੀਂ ਕਰਦੀ ਸੀ, ਅਸੀਂ ਪ੍ਰੈਸ਼ਰ ਪਾਇਆ। ਕੀ ਕਿਸੇ ਪ੍ਰੈਸ਼ਰ ਤੇ ਹਿੱਟ ਕਰਨਾ? ਸਾਹ ਪ੍ਰਕਾਸ਼ ਸਿੰਘ ਬਾਦਲ ਵੀ ਜ਼ਿੰਮੇਵਾਰ ਆ। ਅਸੀਂ ਤਾਂ ਕਹਿੰਦੇ ਆ ਸਾਹ ਪ੍ਰਕਾਸ਼ ਸਿੰਘ ਬਾਦਲ, ਸਾਹ ਸੁਖਵੀਰ ਸਿੰਘ ਬਾਦਲ ਨੂੰ ਬੇਟੇ ਨੂੰ ਬਾਹਰ ਭੇਜਤਾ ਉਹਨੇ ਪੜਨ ਵਾਸਤੇ, ਬੇਟਾ ਤੂੰ ਬਾਹਰ ਜਾ। ਅਸੀਂ ਉਹਨਾਂ ਨੂੰ ਕਿਹੜਾ ਜਸਟੀਫਾਈ ਕਰ ਰਹੇ ਆ? ਮੈਂ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਰਿਹਾ ਕਿ ਉਹ ਦੋਸ਼ੀ ਨਹੀਂ ਜਾਂ ਅਡਵਾਨੀ ਸਾਹਿਬ ਤਾਂ ਆਪਣੇ ਪੰਜਾਬ ਤੋਂ ਬਾਹਰ ਲਿਆ ਨਾ। ਸਾਹ ਪ੍ਰਕਾਸ਼ ਸਿੰਘ ਬਾਦਲ ਹੱਥ ਖੜੇ ਕਰਕੇ ਬਾਹਰ ਆ ਗਏ ਜੀ। ਹਾਂ, ਬੇਈਮਾਨੀਆਂ ਹੋ ਗਿਆ, ਲੋਕਾਂ ਨੂੰ ਕੌਮ ਨੂੰ ਪਤਾ ਨਹੀਂ ਲੱਗ ਗਿਆ। ਉਸੇ ਅਡਵਾਇਰ ਨੂੰ ਜਿਹੜਾ ਡਿਨਰ ਕਰਾਇਆ ਗਿਆ, ਉਹ ਬਾਦਲ ਦੇ ਪਰਿਵਾਰ ਨੇ ਕਰਾਇਆ, ਮਜੀਠੀਆ ਸਾਹਿਬ ਨੇ। ਤੇ ਜਿਹੜੇ ਤੁਹਾਡੇ ਕੈਪਟਨ ਸਾਹਿਬ ਨੇ, ਉਹਨਾਂ ਦੇ ਦਾਦੇ ਨੇ ਵੀ ਫਿਰ ਸਰੂਪਾ ਪਾ ਕੇ ਸਨਮਾਨਿਤ ਕੀਤਾ ਸੀ। ਉਹ ਰਾਜੇ ਸੀ ਨਾ। ਕੈਪਟਨ ਰਾਜੇ ਕਰ ਸਕਦੇ ਆ ਜੀ। ਇੱਕ ਕਤਲੇਆਮ ਹੋਣਾ, ਸਿੱਖਾਂ ਦਾ ਕਤਲੇਆਮ ਹੋਣਾ, ਜਲਿਆਂਵਾਲੇ ਬਾਗ ਦੇ ਵਿੱਚ ਬੇਦੋਸ਼ੇ ਮਾਰੇ ਜਾਣੇ, ਕੋਈ ਦੋਸ਼ ਨਹੀਂ ਸੀ, ਕੋਈ ਉਹਨਾਂ ਦਾ ਉਹ ਨਹੀਂ ਸੀਗਾ, ਉਹਨਾਂ ਨੂੰ ਮਾਰਿਆ ਜਾਣਾ। ਤੇ ਉਦੋਂ ਬਾਅਦ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਜਾਣਾ। ਅੱਛਾ, ਰਾਜੇ ਨੇ ਤਾਂ ਕਰ ਸਕਦੇ ਨੇ? ਨਹੀਂ, ਉਹ ਨਹੀਂ ਗੱਲ ਕਰਦਾ, ਮੈਂ ਕਰ ਨਹੀਂ ਸਕਦੇ। ਉਸ ਟਾਈਮ ਨਹੀਂ, ਉਹ ਪਹਿਲਾਂ ਦੀਆਂ ਫੋਟੋਆਂ ਨੇ, ਉਹ ਬਾਅਦ ਦੀਆਂ ਹੋਣੀਆਂ ਨੇ, ਪਹਿਲਾਂ ਨੇ। ਉਹ ਰਿਕਾਰਡ ਆ ਜੀ। ਮੈਂ ਨਾ ਤਾਂ ਆਪਦੇ ਕੋਲੋਂ ਕੋਈ ਗੱਲਾਂ ਕਰ ਰਿਹਾ ਨਾ ਰਿਕਾਰਡ ਦਾ ਇੱਧਰ ਉੱਧਰ ਹੋ ਸਕਦਾ, ਕੋਈ ਦਿੱਕਤ ਨਹੀਂ। ਤੁਹਾਡੇ ਲਈ ਕਿਉਂ ਹੁੰਦਾ? ਕਾਂਗਰਸ ਲਈ ਕਿਉਂ ਹੁੰਦਾ? ਨਹੀਂ, ਫਿਰ ਤਾਂ ਕੋਈ ਨਹੀਂ। ਬੀਜੇਪੀ ਦਾ ਅਲੱਗ ਸੋਚ ਆ, ਸਾਡੀ ਜਿਹੜੀ ਕਾਂਗਰਸ ਦੀ ਸੋਚ ਆ ਅਲੱਗ ਆ। ਕਾਂਗਰਸ ਦੀ ਸੋਚ ਆ ਵੀ ਹਰ ਗਰੀਬ ਵਿਅਕਤੀ, ਹਰ ਮੱਧਮ ਵਰਗ ਰੋਟੀ ਖਾਊਗਾ, ਭੁੱਖਾ ਨਹੀਂ ਸੌਊਗਾ। ਸਾਡੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਆ, ਇਹ ਕਹਿੰਦੇ ਸਾਰੇ ਭੁੱਖੇ ਮਾਰ ਦੋ, ਗਰੀਬੀ ਭੁੱਖੇ ਮਾਰ ਦੋ, ਮੱਧਮ ਵਰਗ ਭੁੱਖਾ ਮਾਰ ਦੋ, ਅਮੀਰ ਨੂੰ ਅਮੀਰ ਕਰੀ ਚਲੋ। ਪੰਜਾਬ ਦੇ ਲੋਕਾਂ ਨੂੰ ਆਪਾਂ ਅਮੀਰ ਕਿਉਂ ਨਹੀਂ ਕਰਦੇ? ਉਹੀ ਕਹਿਣ ਲੱਗਿਆ ਜੀ। 1960 ਤੋਂ ਲੈ ਕੇ 64 ਦੇ ਵਿੱਚ ਕਾਲ ਪੈਣ ਵਾਲਾ ਹਾਲਾਤ ਸੀਗੇ ਦੇਸ਼ ਦੇ ਵਿੱਚ, ਜਦੋਂ ਨਹਿਰੂ ਜੀ ਨੇ ਤੇ ਉਹਨਾਂ ਨੇ ਬੇਨਤੀ ਕੀਤੀ
ਕਿ ਤੁਸੀਂ ਆਪਣਾ ਇੱਥੇ ਅਨਾਜ ਪੈਦਾ ਕਰੋ, ਤੁਹਾਨੂੰ MSP ਦੇਵਾਂਗੇ, ਤੁਹਾਨੂੰ ਸਪੈਸ਼ਲ ਮੁੱਲ ਦੇਵਾਂਗੇ, ਕਣਕ ਉੱਤੇ ਝੋਨਾ ਪੈਦਾ ਕਰੋ ਤਾਂ ਕਿ ਪੈਦਾਵਾਰ ਜਿਹੜਾ ਦੇਸ਼ ਆ ਸਾਨੂੰ 50 ਲੱਖ ਮੈਟ੍ਰਿਕ ਟਨ ਬਾਹਰੋਂ ਮੰਗਾਉਣਾ ਪੈਂਦਾ ਸੀ। ਉਹ MSPਆਂ ਦਿੱਤੀਆਂ ਗਈਆਂ ਪੰਜਾਬ ਹਰਿਆਣੇ ਨੂੰ। ਐਡਾ ਦਿਲ ਦੇ ਵਿੱਚ ਜੇ ਬੇਈਮਾਨੀ ਸੀਗੀ, ਅੱਜ ਤੱਕ ਉਹ MSP ਦਾ ਕਾਨੂੰਨ ਨਹੀਂ ਬਣਾਇਆ ਗਿਆ। ਜੇ ਬਣਾਇਆ ਹੁੰਦਾ ਤਾਂ ਅੱਜ ਕਿਸਾਨ ਸੜਕਾਂ ਤੇ ਨਾ ਹੁੰਦੇ। ਇਸ ਤਰ੍ਹਾਂ ਮੈਂ ਤਾਂ ਇੱਥੇ ਘਰੇ ਬੈਠੇ ਵੀ ਇਹੀ ਗੱਲ ਕਰਦਾ ਹੁੰਦਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਡਾਨੀ ਤੇ ਅਬਾਨੀ ਦੀ ਗੱਲ ਕਰਦਾ। ਜੇ ਹਮੇਸ਼ਾ ਪੰਜਾਬ ਦਾ ਹਤੈਸ਼ੀ ਆ ਤਾਂ ਹੀਰੋ ਸਾਈਕਲ ਵਾਲੇ ਬੈਠੇ ਆ, ਉਹਨਾਂ ਨੂੰ ਆਪਾਂ ਅਮੀਰ ਕਿਉਂ ਨਹੀਂ ਕਰਦੇ? ਜਾਂ A1 ਸਾਈਕਲ ਵਾਲੇ ਆ, ਜਿੰਨੀਆਂ ਇੰਡਸਟਰੀਆਂ ਨੇ, ਜਾਂ ਓਸਵਾਲ ਵਾਲੇ ਆ, ਇੰਡਸਟਰੀਅਲਿਸਟ ਹੋ ਜਾਣਗੇ। ਅਸੀਂ ਨਹੀਂ ਹੋ ਰਹੇ, ਉਹਨਾਂ ਦੀ ਉਹਨਾਂ ਨੂੰ ਵੀ ਗਰੀਬ ਅਸੀਂ ਕਿਸਾਨ ਦੀ ਗੱਲ ਕਰਦੇ ਹਾਂ ਜੀ। ਕਿਸਾਨ ਉਦੋਂ ਵੀ ਫਾਹੇ ਲੈਂਦਾ ਸੀਗਾ, ਕਾਂਗਰਸ ਵੇਲੇ ਵੀ, ਕਿਸਾਨ ਅੱਜ ਵੀ ਫਾਹੇ ਲੈਂਦਾ। ਫਿਰ ਤੁਸੀਂ ਇਹ ਦੱਸੋ ਵੀ ਤੁਹਾਡੀ ਸਰਕਾਰ ਨਹੀਂ ਕਾਂਗਰਸ ਸਰਕਾਰ ਉਸ ਟਾਈਮ ਕਿਸੇ ਨੂੰ ਤੰਗ ਤਾਂ ਨਹੀਂ ਕਰਿਆ? ਸਾਹਿਬ ਮਨਮੋਹਨ ਸਿੰਘ ਦੇ ਰਾਜ ਵਿੱਚ ਜੇ ਤੰਗ ਨਹੀਂ ਕੀਤਾ ਤਾਂ ਵਾਅਦੇ ਵੀ ਸੀਗੇ। MSP ਕਹਿ ਕੇ ਤੁਹਾਨੂੰ ਦਿੱਤੀ 64 ਦੇ ਵਿੱਚ ਤੋਂ ਲੈ ਕੇ ਉਸ ਟਾਈਮ ਅਨਾਜ ਇੰਨਾ ਪੈਦਾ ਕਰਕੇ ਦਿੱਤਾ ਪੰਜਾਬ ਤੇ ਹਰਿਆਣੇ ਨੇ, ਸਾਰੇ ਦੇਸ਼ ਦਾ ਢਿੱਡ ਭਰਿਆ। ਜਿਹੜਾ ਇੰਨਾ ਪ੍ਰੋਟੈਸਟ ਹੋ ਰਿਹਾ ਇਹ ਲਾ ਮਿਸਾਲ ਆ, ਇਹ ਵਰਲਡ ਤੱਕ ਦੁਨੀਆ ਤੱਕ ਰਹਿੰਦੀ ਦੁਨੀਆ ਤੱਕ। ਪਰ ਮੈਂ ਤੁਹਾਡੇ ਚੈਨਲ ਇਹ ਵੀ ਕਹੂੰਗਾ ਕਿਸਾਨ ਭਰਾਵਾਂ ਨੂੰ, ਕਿਸਾਨ ਆਗੂਆਂ ਨੂੰ ਵੀ ਆਪਣੀ ਚੌਧਰ ਛੱਡ ਕੇ ਜਿਹੜੇ ਨਰੋਲ ਵਾਲੇ ਕਿਸਾਨ ਭਰਾ ਨੇ ਉਹਨਾਂ ਨੂੰ ਉੱਥੇ ਲੈ ਕੇ ਜਾਓ। 2-2 4-4 5-5 ਕਿੱਲੇ ਵਾਲੇ ਆ। ਨਰੋਲ ਕਿਸਾਨ ਵੀ ਗਏ ਨੇ ਜੀ, ਲੋਕ ਆਪ ਮਹਾਰੇ ਵੀ ਬਹੁਤ ਗਏ ਹੋਏ ਨੇ। ਪਰ ਅਨੁਸ਼ਾਸਨ ਚ ਰਹਿਣ, ਅਨੁਸ਼ਾਸਨ ਚ ਰਹਿਣ। ਮੇਰੇ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਡੇ ਚੈਨਲ ਅੱਗੇ, ਅਨੁਸ਼ਾਸਨ ਚ ਰਹਿਣ। ਅਸੀਂ ਵੀ ਜਾ ਕੇ ਆਏ ਆ, ਮੈਂ ਉੱਥੇ ਕਵਰਿੰਗ ਕਰਕੇ ਆਇਆ। ਅਨੁਸ਼ਾਸਨ ਉੱਥੇ ਪੂਰਾ ਵਾ। ਜਿਹੜੀ ਸ਼ਰਾਰਤਾਂ ਹੁੰਦੀਆਂ ਉਹ ਸਰਕਾਰ ਵੱਲੋਂ ਬੰਦੇ ਭੇਜ ਕੇ ਕਰਵਾਈਆਂ ਜਾਂਦੀਆਂ ਨੇ, ਉਹ ਬਾਅਦ ਚੋਂ ਫੜੇ ਵੀ ਜਾਂਦੇ ਨੇ। ਮੈਂ ਤਾਂ ਗੱਲ ਇੱਥੇ ਕਰਦਾ ਸੀ ਕਿ 70 ਸਾਲ ਰਾਜ ਕੀਤਾ ਕਾਂਗਰਸ ਨੇ। ਅੱਜ ਜਿਹੜੀ MSP ਦਾ ਹੁਣ ਤੱਕ ਰੌਲਾ ਪੈ ਰਿਹਾ, ਕਿਸਾਨ ਅੰਦੋਲਨ ਵਾਲੇ ਕਹਿ ਰਹੇ ਨੇ ਕਿ ਕਿਸਾਨ ਕਹਿ ਰਿਹਾ ਕਿ MSP ਦਾ ਕਾਨੂੰਨ ਬਣਾ ਦਿਓ ਪੱਕਾ। ਅਸੀਂ ਅੱਜ ਸਹਿਮਤੀ ਕਰਨ ਨੂੰ ਤਿਆਰ ਹਾਂ। 70 ਸਾਲ ਚ ਕਾਂਗਰਸ ਨੇ ਕਿਉਂ ਨਹੀਂ ਬਣਾਇਆ? ਨਹੀਂ, ਉਹਦਾ ਕੋਈ ਲੋੜ ਨਹੀਂ ਭਾਈ। ਜਦੋਂ ਕਿਸੇ ਨੂੰ ਤਕਲੀਫ ਹੀ ਨਹੀਂ ਹੋਈ, ਆਰਾਮ ਨਾਲ ਚੱਲੀ ਜਾ ਰਿਹਾ। ਤਕਲੀਫ ਤਾਂ ਹੁਣ ਭਾਈ ਜਿਹੜਾ ਆਪਾਂ ਕਾਨੂੰਨ ਨੂੰ ਛੇੜਛਾੜ ਕੀਤੀ, ਕਾਨੂੰਨ ਲਿਆ ਕੇ ਕਾਲੇ ਲਿਆਂਦੇ ਤਾਂ ਹੀ ਆਪਾਂ ਤਕਲੀਫ ਹੋਈ ਨਾ। ਡਾਕਟਰ ਕੋਲ ਕਿਉਂ ਜਾਂਦੇ ਆਪਾਂ? ਜੇ ਤਕਲੀਫ ਆਇਆ ਹੁੰਦਾ, ਜੇ ਤਕਲੀਫ ਦਾ ਇਲਾਜ ਕੀਤਾ ਹੁੰਦਾ ਪਹਿਲਾਂ, ਤਾਂ ਜੇ ਦਵਾਈ ਦਿੱਤੀ ਹੁੰਦੀ। ਜੇ ਕਿਸਾਨ ਭਰਾ ਵੀ ਤਾਂ ਹੁਣ ਜਿਹੜਾ MSP ਦਾ ਕਾਨੂੰਨ ਉਹ ਅੱਜ ਕੈਂਸਰ ਬਣ ਗਈ ਆ ਬਿਮਾਰੀ, ਉਹ ਉਦੋਂ ਇਲਾਜ ਕੀਤਾ ਹੁੰਦਾ ਤਾਂ ਅੱਜ ਉਹ ਬਿਮਾਰੀ ਨਾ ਬਣਦੀ। ਨਹੀਂ, ਜਦੋਂ ਬਿਮਾਰੀ ਉੱਠੀ ਨਹੀਂ ਹੈਗੀ, ਬਿਮਾਰੀ ਉੱਠੇ ਤਾਂ ਹੀ ਇਲਾਜ ਹੋਊਗਾ। ਕਿਸਾਨ ਭਰਾ ਉਦੋਂ ਸਾਰੇ ਆਰਾਮ ਨਾਲ ਵਧੀਆ ਚੱਲ ਰਿਹਾ, ਕੋਈ ਦਿੱਕਤ ਨਹੀਂ। ਕਦੇ ਕਾਂਗਰਸ ਆ ਗਈ, ਕਦੇ ਅਕਾਲੀ ਆ ਗਏ, ਕਦੇ ਕਾਂਗਰਸ ਆ ਗਈ, ਕਦੇ BJP ਆ ਗਈ, ਇੱਦਾਂ ਚੱਲਦਾ ਰਿਹਾ ਨਾ। ਹਰ ਚੌਥੇ ਘੰਟੇ ਇੱਕ ਕਿਸਾਨ ਫਾਹਾ ਲੈਂਦਾ ਸੀ। ਬਹੁਤ ਮਾੜੀ ਗੱਲ ਹੈ ਨਾ। ਕਾਂਗਰਸ ਵੇਲੇ ਜੇ ਵਧੀਆ ਚੱਲਦਾ ਸੀ ਫਿਰ ਕਿਉਂ ਲੈਂਦੇ ਸੀ? ਉਹ ਏਦਾਂ ਵਾ, ਮੈਂ ਹੁਣ ਤੁਹਾਡੇ ਸਾਹਮਣੇ ਮੈਂ ਫਿਰ ਕਿਸਾਨ ਭਰਾਵਾਂ ਨੇ ਮੈਨੂੰ ਗਾਲਾਂ ਕੱਢਣੀਆਂ ਨੇ। ਉਹ ਕਿਉਂ? ਆਪਣਾ ਖਰਚਾ ਹੁੰਦਾ ਘਰ ਦਾ 20,000 ਰੁਪਈਆ, ਆਪਣਾ ਹੋ ਜਾਂਦਾ ਲੋੜ ਤੋਂ ਵੱਧ ਖਰਚਾ ਕਰਦਾ 50,000 ਮਹੀਨਾ ਜੀ। ਜਾਂ ਜ਼ਮੀਨ ਵੇਚ ਕੇ ਆਪਣੀ ਕਰ ਲਈ, ਉਹ ਆਪਣੀ ਫਸਲ ਨੂੰ ਜ਼ਮੀਨ ਵੇਚ ਲਈ, ਆਪਾਂ ਘਰ ਪਾ ਲਿਆ, ਗੱਡੀ ਵੱਡੀ ਲੈ ਲਈ। ਉਹ ਕਰਕੇ ਹੀ ਪ੍ਰੋਬਲਮ ਆ ਰਹੀ ਆ, ਹੋਰ ਕੋਈ ਨਹੀਂ ਪ੍ਰੋਬਲਮ ਨਹੀਂ ਆਉਂਦੀ। ਕੀ ਗੱਲ ਕਿਸਾਨਾਂ ਦੀਆਂ ਸ਼ਾਮਾਂ ਨਹੀਂ, ਲੋਨ ਲੈ ਕੇ ਨਾ ਕਰੋ। ਲੋਨ ਲੈ ਕੇ ਕਰਾਂਗੇ ਫਿਰ ਆਪਣਾ, ਚਾਹੇ ਮੈਂ ਵੀ ਹੋਵਾਂ, ਫਿਰ ਮੈਂ ਵੀ ਫਾਹਾ ਲਊਂਗਾ। ਜੇ 70 ਸਾਲ ਸਰਕਾਰ ਨੇ ਬਣਦਾ ਮੁੱਲ ਦਿੱਤਾ ਹੁੰਦਾ ਫਿਰ ਲੋਨ ਲੈਂਦੇ ਹੀ ਨਾ। ਨਹੀਂ, ਲੋਨ ਮੋੜਨਾ ਵੀ ਤਾਂ ਹੈ ਨਾ। ਜਦੋਂ ਲੋਨ ਲਿਮਟ ਤੋਂ ਵੱਧ ਜਾਵਾਂਗੇ। ਲੋਨ ਦੀ ਲੋੜ ਕਿਉਂ ਪਈ? 70 ਸਾਲ ਜਦੋਂ ਕਾਂਗਰਸ ਸਰਕਾਰ ਰਹੀ ਆ, ਉਹ ਜਦੋਂ ਤੁਸੀਂ ਕਿਸਾਨ ਨੂੰ ਇੰਨਾ ਉੱਪਰ ਤੱਕ ਲੈ ਕੇ ਨਹੀਂ ਆ ਸਕੇ, ਉਹਨਾਂ ਨੂੰ ਲੋਨ ਲੈਣਾ ਪਿਆ। ਕਿਸਾਨ ਦਾ ਇੱਕ ਕਿਸਾਨ 6 ਲੱਖ 7 ਲੱਖ ਲਾ ਕੇ ਆਪਦੀ ਬੇਟੀ ਦਾ ਵਿਆਹ ਕਰ ਦਿੰਦਾ, ਕੀ ਗੱਲ? ਉਹਦਾ ਚਾਹ ਕਾਂਗਰਸ ਰਾਜ ਤੁਹਾਨੂੰ ਇਹ ਪਤਾ ਵੀ ਜ਼ਮੀਨਾਂ ਦੇ ਕਿੰਨੇ ਭਾਅ ਵਧੇ ਆ, ਇਹ ਵੀ ਤੁਹਾਨੂੰ ਪਤਾ ਨਾ। ਜਿਹੜੀ ਲੱਖਾਂ ਦੀ ਜ਼ਮੀਨ ਸੀ ਉਹ ਕਰੋੜਾਂ ਰੁਪਏ ਦੀ ਗਈ ਆ। ਫਿਰ ਤਾਂ ਵੇਚਣਗੇ, ਫਿਰ ਵੇਚਣੀ ਚਾਹੀਦੀ ਉਹਨਾਂ ਨੂੰ। ਵੇਚ ਕੇ ਕੀ ਕਰਨਗੇ? ਹਾਂ, ਨਹੀਂ ਅੱਜ ਭਾਅ ਕਿੱਥੇ ਆ? ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਰਾਜ ਵਿੱਚ ਭਾਅ ਕਿੱਥੇ ਜ਼ਮੀਨਾਂ ਦਾ? 10 ਤੋਂ 15 ਲੱਖ ਰੁਪਏ ਜ਼ਮੀਨ ਦਾ ਭਾਅ। ਜੇ ਭਾਅ ਘੱਟ ਆ ਤਾਂ ਕਿਸਾਨ ਵੇਚ ਵੀ ਨਹੀਂ ਰਿਹਾ ਨਾ। ਵੇਚੂਗੇ ਤਾਂ ਪਰੇਸ਼ਾਨ ਹੋ ਗਿਆ ਕਿਸਾਨ। ਮੈਂ ਉਹੀ ਕਹਿੰਦਾ ਮਾਲਕੀ ਤਾਂ ਹੈਗੀ ਆ ਨਾ। ਮਾਲਕੀ ਸਿਰਫ ਮਾਲਕੀ ਆ, ਸਿਰਫ ਬੀਜੂ ਬਟੂਗਾ। ਜੇ 70 ਸਾਲਾਂ ਦੇ ਵਿੱਚ ਉਹਨੂੰ ਜਗ੍ਹਾ ਜਿਹੜੀ ਵੀ ਮੈਨੂੰ ਘਰ-ਬਾਰ ਪਰਿਵਾਰ ਚਲਾ ਲਵਾਂ, ਪਰਿਵਾਰ ਨਹੀਂ ਚਲਾ ਸਕਦਾ ਅੱਜ ਦੀ ਡੇਟ 'ਚ ਕਿਸਾਨ। ਤੇ ਫਿਰ ਜੇ ਇੰਨੀ ਮਹਿੰਗਾਈ ਹੋ ਗਈ, ਅੱਜ ਦੀ ਡੇਟ 'ਚ ਦਵਾਈਆਂ ਜਿਹੜੀਆਂ ਆਪਾਂ ਪਾਉਂਦੇ ਆ ਜੀ, ਜੇ ਅੱਜ ਦੀ ਡੇਟ 'ਚ ਘਰ ਚਲਾ ਨਹੀਂ ਸਕਦਾ ਕਿਸਾਨ, ਤੇ ਪਹਿਲਾਂ ਕਿਉਂ ਫਾਹੇ ਲੈਂਦਾ? ਪਹਿਲਾਂ ਵੀ ਨਹੀਂ ਚੱਲਦਾ ਸੀ। ਪਹਿਲਾਂ ਤਾਂ ਜਿਹੜੀ ਮਾੜੀ ਮੋਟੀਆਂ ਕਿਸਾਨ ਭਰਾਵਾਂ ਦੀਆਂ ਵੀ ਗਲਤੀਆਂ ਸੀ ਨਾ। ਉਹ ਜਿਹੜੀ ਉਹ ਗੱਲ ਕਰ ਰਿਹਾ ਮੈਂ, ਅਮੀਰ ਜ਼ਮੀਨ ਵੇਚੀ, ਅੱਜ ਮੇਰੀ 10 ਲੱਖ ਦੀ ਜ਼ਮੀਨ ਹੋ ਗਈ, ਮੇਰੇ 3 ਕਰੋੜ ਦੀ ਜ਼ਮੀਨ, ਉਹ ਤਾਂ ਵੇਚ ਕੇ ਚੱਕ, ਚਾਹੇ ਆਪਾਂ ਮਰਸਡੀ ਲਾਈਓ, ਚਾਹੇ ਕੋਠੀ ਡਬਲ ਸਟੋਰੀ 'ਚ ਚੰਡੀਗੜ੍ਹ ਜਾ ਕੇ ਪਾ ਲਵਾਂ। ਕਿੰਨੇ % ਲੋਕਾਂ ਨੇ ਲੈ ਲਈ ਹੋ? ਤੁਹਾਨੂੰ ਸਾਰੇ ਤਕਰੀਬਨ ਵਧੀਆ ਸੀਗੇ, ਵਧੀਆ ਖਰਚੇ ਕੀਤੇ ਲੋਕਾਂ ਨੇ। ਜਿਹੜਾ 100 ਰੁਪਏ ਖਰਚਾ ਕਰਦਾ ਕਿਸਾਨ, ਉਹ 1000 ਰੁਪਏ ਦਾ ਮੁੰਡਾ ਕਰਦਾ ਖਰਚਾ ਰਾਤ ਨੂੰ। ਜੇ ਸਾਰਿਆਂ ਨੇ ਵੇਚੀਆਂ ਹੁੰਦੀਆਂ, ਸਾਰਿਆਂ ਨੇ ਫਾਇਦੇ ਚੱਕੇ ਹੁੰਦੇ, ਤਾਂ ਉਹਨੂੰ ਤਾਂ ਫਿਰ ਪੰਜਾਬ 'ਚ ਜ਼ਮੀਨ ਹੀ ਨਾ ਹੁੰਦੀ। ਭਾਜੀ ਫਾਇਦੇ ਨਹੀਂ ਲੋਕਾਂ ਨੇ, ਕਈਆਂ ਨੇ ਮਾਂ ਪਿਓ ਨੇ ਕਹਿਤਾ ਬੇਟਾ ਆਪਾਂ ਜ਼ਮੀਨ ਨਹੀਂ ਵੇਚਣੀ। ਜਿਹੜੇ ਚੰਗੇ ਬੰਦੇ ਸੀ, ਜਿਹਦਾ ਕਿੱਲਾ ਸੀਗਾ 1 ਕਰੋੜ ਦਾ ਫਰਕ ਵਿਕਿਆ, ਉਹਨੇ ਗਾਹਾਂ ਜਾ ਕੇ ਕਨਵਰਟ ਕਰ ਲਈ ਜ਼ਮੀਨ ਆਪਦੀ। 7 ਕਿੱਲੇ 8 ਕਿੱਲੇ ਲੈ ਲਿਆ ਅਗਲੇ ਨੇ, ਲੈ ਲਈ ਨਾ, ਲੈ ਲਿਆ ਅਗਲੇ ਨੇ। ਫਸਲ ਤਾਂ ਪੈਦਾ ਕਰ ਰਿਹਾ ਨਾ। ਉਹਨੇ ਆਪਦਾ ਘਰ ਦਾ ਖਰਚ ਵੀ ਚਲਾ ਲਿਆ ਅਗਲੇ ਨੇ, ਆਪਦਾ ਘਰ ਦਾ ਖਰਚ ਵੀ ਚਲਾਇਆ ਨੇ, ਕਰਜ਼ੇ ਵੀ ਉਤਾਰ ਲਏ, ਤੇ ਜ਼ਮੀਨ ਦੇ ਵੱਟੇ ਲੈ ਲਈ। ਵੱਡੀ ਗੱਲ ਇੱਥੇ ਇਹ ਆ ਕਿ ਤੁਸੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਤੁਸੀਂ
ਕਿ ਜੇ 70 ਸਾਲ ਕਾਂਗਰਸ ਨੇ ਰਾਜ ਕੀਤਾ ਵਾ ਤਾਂ ਕਿਸਾਨਾਂ ਨੂੰ ਆਤਮ ਨਿਰਭਰ ਇੰਨਾ ਕੁ ਵਧੀਆ ਕਰ ਦਿੱਤਾ ਜਾਂਦਾ, ਨਾ ਤਾਂ ਉਹਨਾਂ ਨੂੰ ਜ਼ਮੀਨ ਵੇਚਣ ਦੀ ਲੋੜ ਪੈਂਦੀ ਤੇ ਨਾ ਉਹਨਾਂ ਨੂੰ ਫਾਹੇ ਲੈਣ ਦੀ ਲੋੜ ਪੈਂਦੀ। ਜ਼ਮੀਨ ਤਾਂ ਜਦੋਂ ਜ਼ਮੀਨ ਜਦੋਂ ਸਾਡੀ ਕਾਂਗਰਸ ਜਦੋਂ ਸਰਕਾਰ ਆਉਂਦੀ ਆ ਇੰਨੀ ਜ਼ਿਆਦਾ ਜ਼ਮੀਨ ਦਾ ਰੇਟ ਵੱਧਦੇ ਆ, ਫਿਰ ਅਗਲਾ ਕਹਿੰਦਾ ਮੈਂ ਇੱਥੇ ਰੋਡ ਤੇ ਹਾਂ, ਮੈਂ ਜੇ ਮੇਰੇ ਕੋਲ 2 ਕਿੱਲੇ ਆ ਮੇਰੇ 20 ਬਣਦੇ, ਮੈਨੂੰ ਕੀ ਇਤਰਾਜ਼ ਆ? ਇਹਦਾ ਕਾਂਗਰਸ ਦਾ ਲੋਕ ਧੰਨਵਾਦ ਕਰਨ ਜੀ। 2 ਕਿੱਲੇ ਮਤਲਬ ਜੇ 2 ਕਿੱਲੇ ਮੇਰੇ 20 ਕਿੱਲੇ ਮੇਰੇ ਬਣਦੇ ਆ, ਫਿਰ ਮੈਨੂੰ ਫਾਲ ਥੋੜੀ ਲੱਗਦਾ ਪਊਗਾ, ਮੈਂ ਐਸ਼ ਕਰੂੰਗਾ, ਮੈਂ ਗੱਡੀ ਫਾਰਚੂਨਰ ਲੈ ਕੇ ਘੁੰਮੂਗਾ। ਤੁਹਾਡੀ ਗੱਲ ਤੇ ਮੈਂ ਗੱਲ ਕਰਦਾ, ਤੁਸੀਂ ਕਹਿੰਦੇ ਹੋ ਜ਼ਮੀਨਾਂ ਦੇ ਰੇਟ ਇੰਨੇ ਵੱਧ ਜਾਂਦੇ ਆ, 2 ਕਿੱਲਿਆਂ ਤੋਂ ਬੰਦਾ 20 ਬਣਾ ਲੈਂਦਾ, ਫਿਰ ਤਾਂ ਤਰੱਕੀ 'ਚ ਹੋਣੇ ਚਾਹੀਦੇ ਸੀ। ਤਰੱਕੀ 'ਚ ਪੈਸਾ ਮਿਸਯੂਜ਼ ਕਰ ਗਏ ਨਾ, ਸਮਝਿਆ ਨਹੀਂ ਪੈਸਾ। ਜਦੋਂ 2 ਤੋਂ 20 ਬਣ ਗਏ ਫਿਰ ਤਾਂ ਤਰੱਕੀ 'ਚ ਹੋਣਾ ਚਾਹੀਦਾ ਨਾ, ਘਾਟੇ 'ਚ ਹੋਣਾ ਚਾਹੀਦਾ। ਨਹੀਂ ਤਰੱਕੀ 'ਚ ਹੋਣਾ ਚਾਹੀਦਾ। ਜਿਹੜੇ ਸਾਡੇ ਖਰਚੇ ਸੀ, ਮੈਂ ਫਰਕ 20,000 ਸੀ, ਅਸੀਂ 50,000 ਲੈ ਗਏ, ਲੱਖ ਲੈ ਗਏ, ਖਰਚੇ ਵੱਡੇ ਕਰ ਲਏ, ਸ਼ੁਰੂ ਕਰ ਲਏ। ਪਹਿਲਾਂ ਉਹ 2 ਕਿੱਲਿਆਂ ਤੋਂ ਗੁਜ਼ਾਰਾ ਕਰਦਾ ਸੀ, ਹਾਂ, ਫਿਰ ਉਹ 20 ਕਿੱਲਿਆਂ ਤੋਂ ਕੀ ਗੱਲ ਖਰਚਾ ਵੀ ਨਹੀਂ ਕਰ ਸਕਦਾ, ਗੱਡੀ ਵੀ ਨਹੀਂ ਲੈ ਸਕਦਾ। ਨਹੀਂ 20 ਕਿੱਲਿਆਂ ਦੀ ਲਿਮਟ ਵੀ ਲੈ ਲਈ, ਫਿਰ ਖਰਚੇ ਡਬਲ ਜੋ ਆਮਦਨ ਆਉਣੀ ਰੁਕੀ। ਕਾਂਗਰਸ ਤੁਹਾਨੂੰ ਕੀ ਲੱਗਦਾ ਕਿਹੜੇ ਖਰਚੇ? ਆਪਣੇ ਘਰਾਂ ਦੇ ਗੱਡੀ ਲੈ ਲਈ, ਕੋਠੀ ਪਾ ਲਈ, ਡਬਲ ਸਟੋਰੀ ਪਾ ਲਈ, ਕੁੜੀ ਦਾ ਵਿਆਹ, ਜੇ ਆਪਣੀ ਲੜਕੀ ਦਾ ਸਾਡੀ ਦਾ ਚਾਹੇ ਚਲੋ ਜੋ ਵੀ ਹੈ 10 ਲੱਖ ਦਾ ਵਿਆਹ ਲਾਉਣਾ 30 ਲੱਖ ਰੁਪਈਆ, ਫਿਰ ਉਹ ਵੀ ਤਾਂ ਪੰਗਾ ਪੈ ਰਿਹਾ ਨਾ, ਲੋੜ ਤੋਂ ਵੱਧ। ਕਿਹਦਾ ਦਿਲ ਨਹੀਂ ਕਰਦਾ ਕਿ ਮੈਂ ਆਪਦੀ ਧੀ ਨੂੰ ਵੱਧ ਤੋਂ ਵੱਧ ਤੋਰਾਂ? ਜਿੰਨਾ ਮੇਰੇ ਕੋਲ ਪਣਾ ਮੈਂ ਉਨਾ ਹੀ ਪੰਗਾ ਲਾਉਂਗਾ, ਮੈਂ ਵੱਡਾ ਕਿਉਂ ਲਾਉਂਗਾ? ਸਰਕਾਰ ਨੇ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜੀ ਆ, ਉਹ ਚਾਹੇ ਕਾਂਗਰਸ ਹਮੇਸ਼ਾ, ਮੈਂ ਤੁਸੀਂ ਸਾਡੀ ਕਾਂਗਰਸ ਨੂੰ ਜੋ ਮਰਜ਼ੀ ਮਾੜਾ ਜੋ ਕਰੋ, ਚੰਗਾ ਕਹੋ, ਸਾਡੀ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਨਾਲ ਖੜੀ ਰਹੂਗੀ। ਅਸੀਂ ਇਕੱਲੀ ਕਾਂਗਰਸ ਨੂੰ ਨਹੀਂ ਕਹਿ ਰਹੇ, ਅਸੀਂ ਵਿੱਚ ਵਾਜਪਾਈ ਸਾਹਿਬ ਦਾ ਟਾਈਮ ਵੀ ਵਿੱਚ ਗਿਣ ਰਹੇ ਹਾਂ। ਵਾਜਪਾਈ ਸਾਹਿਬ ਤਾਂ ਬਹੁਤ ਵਧੀਆ ਬੰਦੇ ਸੀਗੇ, ਮਨੋਹਰ ਜੋਸ਼ੀ ਦਾ ਵੀ ਟਾਈਮ ਵਿੱਚ ਗਿਣ ਰਹੇ ਹਾਂ। ਅਟਲ ਬਿਹਾਰੀ ਵਾਜਪਾਈ ਦਾ ਬਹੁਤ ਵਧੀਆ ਬੰਦੇ ਸੀ, ਕਦੇ ਮਹਿੰਗਾਈ ਨਹੀਂ ਹੋਈ। ਮੈਂ ਮੋਦੀ ਸਾਹਿਬ ਦਾ ਵੀ ਸਮਾਂ ਵਿੱਚ ਗਿਣ ਰਿਹਾ, ਮੈਂ ਟੋਟਲ ਅੱਜ ਤੱਕ ਦੀ ਗੱਲ ਕਰਦਾ, ਰਾਉਂਡ ਫਿਗਰ, ਕਿ ਜਿੰਨੇ ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਨੂੰ। ਤੁਸੀਂ ਨਹਿਰੂ ਸਾਹਿਬ ਦੀ ਗੱਲ ਕੀਤੀ ਕਿ ਨਹਿਰੂ ਸਾਹਿਬ ਨੇ ਉਦੋਂ ਇੰਨਾ MSP ਦਿੱਤੀ ਜੀ, ਇਹ ਕੀਤਾ। ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਜੀ ਅਸੀਂ ਸੰਵਿਧਾਨ ਦੇ ਵਿੱਚ ਰਹਿ ਕੇ ਗੱਲ ਕੰਮ ਕਰਦੇ ਹਾਂ, ਅਨੁਸ਼ਾਸਨ 'ਚ ਰਹਿ ਕੇ। ਨਹਿਰੂ ਜੀ ਵੀ ਕਰਦੇ ਸੀ, ਸੰਵਿਧਾਨ ਦੇ ਅੰਡਰ ਰਹਿ ਕੇ ਗੱਲ ਕਰਦੇ ਸੀ। ਦੱਸੋ ਸਾਰੇ ਜੋ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਬਣੇ ਆ ਪ੍ਰਧਾਨ ਮੰਤਰੀ, ਜੋ ਕੋਈ ਵੀ ਡਿਸਿਪਲਿਨ 'ਚ ਰਹੂਗਾ। ਜੇ ਮੈਂ ਕੋਈ ਡਰਾਈਵਿੰਗ ਕਰ ਰਿਹਾ, ਮੈਂ ਵੀ ਡਿਸਿਪਲਿਨ 'ਚ ਰਹਿ ਕੇ ਕਰੂੰਗਾ, ਆਊਟ ਆਫ। ਤੁਹਾਨੂੰ ਪਤਾ ਵਾ ਕਿ ਜਵਾਹਰ ਲਾਲ ਨਹਿਰੂ ਜਦੋਂ ਪ੍ਰਧਾਨ ਮੰਤਰੀ ਬਣੇ ਨੇ, ਉਹ ਭਾਰਤੀ ਸੰਵਿਧਾਨ ਦੀ ਸਹੁੰ ਚੱਕ ਕੇ ਨਹੀਂ ਬਣੇ ਸੀ। ਉਦੋਂ ਮਾਊਂਟ ਬੈਟਨ ਦੇ ਅੰਗਰੇਜ਼ਾਂ ਦੇ ਮੂਹਰੇ ਜਾ ਕੇ ਸਹੁੰ ਚੱਕ ਕੇ 1946 ਦੇ ਵਿੱਚ ਪ੍ਰਧਾਨ ਮੰਤਰੀ ਬਣਦੇ ਪਏ ਨੇ। ਸੰਵਿਧਾਨ ਤਾਂ ਸਾਡਾ 1950 'ਚ ਬਣਦਾ, 50 ਲਾਗੂ ਹੈ ਨਾ, ਤੇ ਫਿਰ ਉਹ ਕਿਵੇਂ ਪ੍ਰਧਾਨ ਮੰਤਰੀ ਬਣ ਗਏ? ਪਰਿਵਾਰਵਾਦ ਉੱਥੋਂ ਚੱਲਦਾ ਆ ਰਿਹਾ। ਉਹ ਕੋਈ ਗੱਲ ਫਿਰ ਕਿਉਂ ਗਿਆ? ਹਰ ਦੁਨੀਆ ਚੱਲਦੀ ਹੁੰਦੀ ਹੈ, ਸੁਖਬੀਰ ਬਾਦਲ ਦਾ ਪਰਿਵਾਰਵਾਦ ਚੱਲਦਾ ਪਿਆ। ਬਿਲਕੁਲ, ਅਸੀਂ ਉਹਨੂੰ ਵੀ, ਮੈਂ ਤੁਹਾਨੂੰ ਜਸਟਿਫਾਈ ਕਿੱਥੇ ਨੇ? ਦੇਖੋ ਮੈਂ ਕੀ ਬੀਬੀ ਹਰਸਿਮਰਤ ਕੌਰ ਬਾਦਲ, ਸਾਰਾ ਟੱਬਰ ਹੀ ਬਣਿਆ ਪਿਆ। ਅਸੀਂ ਉਹਨਾਂ ਨੂੰ ਵੀ ਕਹਿੰਦੇ ਆ, ਜੇ ਪਰਿਵਾਰਵਾਦ ਕੀਤਾ ਤਾਂ ਅੱਜ ਖੁੰਝੇ ਵੀ ਲੱਗੇ ਬੈਠੇ ਨੇ। ਬੈਠਿਆ ਕਿ ਨਹੀਂ? ਹਜੇ ਲੋਕ ਮਾੜਾ ਮੋਟਾ ਉਹਨੂੰ ਸ਼ਹਿ ਦੇ ਰਿਹਾ ਜੀ ਅਕਾਲੀ ਦਲ ਨੂੰ। ਸਿਰਫ 2 ਸੀਟਾਂ ਰਹਿ ਗਈਆਂ ਨਾ ਜੀ, ਨਹੀਂ 2, ਮੈਂ ਤਾਂ ਕਹਿੰਦਾ 0 ਰਹਿਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਾਈ ਇਹਨਾਂ ਨੇ ਜੀ। ਬਰਗਾੜੀ ਕਾਂਡ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕੀਤੀ ਆ, ਇਹ ਕਿਹਨੇ ਕਰਾਈ? ਸਾਹ ਪ੍ਰਕਾਸ਼ ਸਿੰਘ ਬਾਦਲ ਤੇ ਸਾਹ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਨੇ। ਸਾਡੇ ਧੰਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਅੰਗ ਗਲੀਆਂ 'ਚ ਰੋਲੇ, ਇਹ ਜ਼ਿੰਮੇਵਾਰ ਹੈ, ਕਦੇ ਵੀ ਮਾਫ ਨਹੀਂ ਕਰਨਾ ਗੁਰੂ ਸਾਹਿਬ ਨੇ ਇਹਨਾਂ ਨੂੰ। ਬਿਲਕੁਲ। ਤੇ ਫਿਰ ਕੈਪਟਨ ਸਾਹਿਬ ਨੇ ਹੁਣ ਤੱਕ ਅੰਤਰਗਤ ਨਹੀਂ ਕੀਤੇ। ਨਹੀਂ, ਕੈਪਟਨ ਸਾਹਿਬ ਦਾ ਇਨਕੁਆਇਰੀ ਚੱਲਦੀ ਪਈ, SIT ਬਿਠਾਈ ਹੋਈ ਹੈ। ਕਿਹੜੀਆਂ SIT ਜਿਹੜੀਆਂ 4-4 ਸਾਲ ਚੱਲੀ ਜਾਂਦੀਆਂ? ਨਹੀਂ, ਪਹਿਲਾਂ CBI ਇਨਕੁਆਇਰੀ ਕਰਾਤੀ, ਫਿਰ ਇਹਨੇ ਪੰਗਾ ਪਾਇਆ, ਲੈ ਕੇ ਫਿਰ ਪੰਗਾ ਕੋਰਟਾਂ ਦਾ ਮੈਟਰ ਆ ਗਿਆ ਨਾ, ਕੋਰਟ ਮੈਟਰ ਆ ਗਏ ਨੇ ਵਿੱਚ। ਇਹਨਾਂ ਨੂੰ ਤੁਸੀਂ ਦੇਖੋ ਵੀ, ਤੁਸੀਂ ਕੋਰਟ ਮੈਟਰ ਦਾ ਹਮੇਸ਼ਾ ਲੰਬਾ ਰਹਿਣਾ ਜਾਣਾ। ਕੋਰਟ ਮੈਟਰ ਜਿੱਤੇ ਜਨਤਾ ਨੂੰ ਮੂਰਖ ਬਣਾਇਆ ਜਾ ਸਕਦਾ। ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸੁਖਬੀਰ ਬਾਦਲ ਨੇ ਕਰਾਈ ਆ, ਪ੍ਰਕਾਸ਼। ਹਾਂ, ਮੈਂ ਕਹਿ ਰਿਹਾ, ਮੈਂ ਅੱਜ ਵੀ ਕਰੂੰਗਾ, ਹਰ ਬੰਦਾ ਕਹਿ ਰਿਹਾ। ਹਾਂਜੀ, ਇਦੋਂ ਵੱਧ ਕੀ ਸਬੂਤ ਦੇ ਦੋਗੇ? ਨਹੀਂ ਉਹ ਜਿਹੜਾ ਕੋਰਟ ਕੈਪਟਨ ਸਾਹਿਬ ਲੈ ਰਹੇ, ਨਹੀਂ ਕੈਪਟਨ ਸਾਹਿਬ ਜਿਹੜੀ SI ਟੀਮ ਹੈ, ਪਹਿਲਾਂ ਤਾਂ ਹੁਣ ਤਾਂ ਮਹੀਨਾ ਹੋਇਆ ਜੇ CBI ਤੋਂ ਵਾਪਸ ਹੋਈ ਆ। ਸੱਚਾਈ ਤਾਂ ਇਹ ਆ ਕਿ ਕੈਪਟਨ ਸਾਹਿਬ ਦੀਆਂ ਵੀ ਕਮਜ਼ੋਰੀਆਂ ਆਪਣੇ ਮੋਦੀ ਸਰਕਾਰ ਦੇ ਕੋਲੇ ਹੈਗੀਆਂ ਨੇ। ਨਹੀਂ, ਕੋਈ ਕਮਜ਼ੋਰੀ ਨਹੀਂ। ਕੈਪਟਨ ਸਾਹਿਬ ਤਾਂ ਬਿਲਕੁਲ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਨੇ। ਐਸੀ ਸਰਕਾਰ ਕਦੇ ਪਹਿਲਾਂ ਵੀ ਕੈਪਟਨ ਸਾਹਿਬ ਨੇ ਸਰਕਾਰ ਚਲਾਈ ਸੀ, ਐਸੀ ਉਹ ਤੋਂ ਬਾਅਦ ਵਧੀਆ ਵੀ ਚਲਾਈ ਆ। ਇੱਥੋਂ ਕਦੇ ਤੁਸੀਂ ਗਿੱਲ ਨਹਿਰ ਤੋਂ ਪਰੇ ਨੂੰ ਗਏ ਹੋ? ਮੈਂ ਰੋਜ਼ ਜਾਂਦਾ ਦਰਾਹੇ ਕਨੇ ਨੂੰ। ਹਾਲਾਤ ਦੇਖਿਆ ਸੜਕਾਂ ਦੇ? ਸੜਕਾਂ ਦਾ ਮੇਨ ਹਾਈਵੇਆਂ ਦੇ ਖਜ਼ਾਨਾ ਕਿਹਨੇ ਛੱਡਿਆ? ਖਜ਼ਾਨਾ ਦਾ ਭੁੱਖਾ ਛੱਡ ਗਏ। ਪਹਿਲਾਂ ਮੁਲਾਜ਼ਮਾਂ ਨੂੰ ਆਪਾਂ ਤਰੱਕੀ ਦੇਣੀ ਹੈ ਕਿ ਨਹੀਂ? ਮੁਲਾਜ਼ਮਾਂ ਤਨਖਾਹ ਦੇਣੀ ਹੈ ਕਿ ਨਹੀਂ ਸਰਕਾਰ ਦੇ ਮੁਲਾਜ਼ਮਾਂ ਨੂੰ? ਉਸ ਤੋਂ ਬਾਅਦ ਹੀ ਡਿਵੈਲਪਮੈਂਟ ਦਾ ਕੰਮ ਚੱਲੂਗਾ ਨਾ। 6 ਮਹੀਨੇ ਤੋਂ ਪਿੱਟਦੇ ਪਏ ਨੇ ਜਿਹੜੇ ਮੁਲਾਜ਼ਮ ਨੇ, ਸਾਨੂੰ ਸੈਲਰੀਆਂ ਨਹੀਂ ਮਿਲੀਆਂ। ਨਹੀਂ, ਸਾਰਾ ਕੁਝ ਮਿਲਿਆ ਹੋਇਆ, ਲੇਕਿਨ ਐਵੇਂ ਅੰਦੋਲਨ ਕਰੀ ਜਾਂਦੇ ਆ ਭਾਜੀ। ਉਹ ਕਹਿੰਦੇ ਡਬਲ ਹੋਰ ਵਧਾਓ, ਪੇ ਕਮਿਸ਼ਨ ਕਰੋ। ਮਿਲੀਆਂ ਹੋਈਆਂ ਨੇ ਇੱਥੋਂ ਤੱਕ ਕਿ ਜਿਹੜੇ ਛੋਟੇ ਬੱਚਿਆਂ ਨੂੰ 4-4 5-5 ਘੰਟੇ ਸਾਂਭਦੀਆਂ ਆਂਗਨਵਾੜੀ ਟੀਚਰਾਂ, ਉਹ ਵਿਚਾਰੀਆਂ ਸੜਕਾਂ ਤੇ ਬੈਠੀਆਂ। ਨਹੀਂ, ਉਹਨਾਂ ਦਾ ਸਾਰਾ ਸੈਟਲਮੈਂਟ ਹੋਈ ਸੀਗੀ। ਉਹ ਫਿਰ ਉਹ ਕਹਿੰਦੇ ਨਹੀਂ, ਸਾਨੂੰ ਹੋਰ ਡਬਲ ਕਰੋ, ਤਨਖਾਹ ਕਰੋ। ਤੇ ਜੇ ਤਨਖਾਹ ਤੁਸੀਂ ਉਹਨੂੰ 1500 ਰੁਪਇਆ ਦਿਓਗੇ ਤਾਂ ਉਹ ਮੰਗਣਗੇ। 1500 ਨਹੀਂ ਜ਼ਿਆਦਾ, 3000 ਹੋ ਜੂ। 3000 ਨਾਲ ਘਰ ਚੱਲਦਾ ਜੀ।
ਨਹੀਂ ਉਹ ਤੇ ਜਿਹੜੀ ਸਰਕਾਰ ਦਾ ਰੂਲ ਆ ਉਹ ਰੂਲ ਦੇ ਮੁਤਾਬਕ ਹੀ ਕਰਨਗੇ ਨਾ, ਵਧਾਉਣਗੇ ਉਹ। ਜਦੋਂ ਇੱਕ ਐਮਐਲਏ ਦੀਆਂ ਤਨਖਾਹਾਂ ਡਬਲ ਕੀਤੀਆਂ ਜਾ ਸਕਦੀਆਂ ਨੇ, ਠੀਕ ਆ ਜੀ, ਉਹਨੂੰ ਭੱਤੇ ਦਿੱਤੇ ਜਾ ਸਕਦੇ ਆ, ਉਹਨਾਂ ਨੂੰ ਉਹ ਦਿੱਤਾ ਜਾ ਸਕਦਾ, ਫ੍ਰੀ ਕਾਲਾਂ ਦਿੱਤੀਆਂ ਜਾ ਸਕਦੀਆਂ ਨੇ। ਇੰਨਾ ਖਰਚਾ ਇੱਕ ਐਮਐਲਏ ਤੇ ਇੱਕ ਐਮਪੀ ਤੇ ਹੁੰਦਾ ਵਾ ਕਿ ਆਮ ਉਹਨਾਂ ਨੇ ਜਿਹੜਾ ਬੱਚਿਆਂ ਨੂੰ ਪੜਾਉਣਾ, ਦੱਸੋ ਕਿਹੜਾ ਐਮਐਲਏ ਐਮਪੀ ਕਿਹੜਾ ਹਲ ਵਾਉਂਦਾ ਵਾ ਜਿਹਦੀਆਂ ਲੱਖਾਂ ਤਨਖਾਹਾਂ ਵਾ। ਇੱਕ ਮਿੰਟ ਮੈਂ ਮਾਫ ਕਰਨਾ, ਹੁਣ ਮੈਂ ਧਰਮ ਦੇ ਵਿੱਚ ਥੋੜੀ ਜਿਹੀ ਐਡ ਕਰਨ ਲੱਗਾ ਗੱਲ। ਜਿਹੜੇ ਪਾਠੀ ਸਿੰਘ ਨੇ ਵਿਚਾਰੇ ਆਪਣੇ, ਉਹਨਾਂ ਨੂੰ 3500 ਰੁਪਏ ਤਨਖਾਹ ਮਿਲਦੀ ਗੁਰੂ ਘਰਾਂ 'ਚ, ਜਦ ਕਿ ਗੁਰੂ ਘਰਾਂ ਦੀ ਆਮਦਨ ਕਿੰਨੀ ਜ਼ਿਆਦਾ ਜੀ, ਉਹ ਵੀ ਤਾਂ ਦੇਖੋ 3500 ਸਾਰ ਰਹੇ ਆ। ਜਿਹੜਾ ਆਪਾਂ ਘਰੇ ਪਾਠ ਰਖਾਉਂਦੇ ਆ, ਸ਼੍ਰੀ ਅਖੰਡ ਪਾਠ ਸਾਹਿਬ, ਉਹ ਪਾਰਟੀ ਨੂੰ ਕਿੰਨੇ ਪੈਸੇ ਮਿਲਦੇ ਆ? 800 ਰੁਪਏ ਮੈਨੂੰ ਮਿਲਦਾ ਜੀ। ਫਿਰ ਇਹ ਇੱਕ ਰੀਤ ਬਣਾਈ ਹੋਈ ਹੈ। ਮੈਂ ਕਿਹਾ ਜੀ ਬਣਾ ਲਈ। ਤੁਸੀਂ ਇੱਕ ਗੁਰਦੁਆਰੇ ਨੂੰ, ਇੱਕ ਸਰਕਾਰ ਨੂੰ ਗੁਰਦੁਆਰੇ ਦੇ ਬਰਾਬਰ ਪੈਰਲਲ ਖੜਾ ਕਰਨਾ ਚਾਹੁੰਦੇ ਹੋ। ਇੱਕ ਗੁਰਦੁਆਰੇ ਦਾ ਪ੍ਰਬੰਧਕ ਹੁੰਦਾ ਗੁਰਦੁਆਰਾ ਪ੍ਰਬੰਧ, ਇੱਕ ਸਰਕਾਰ ਹੁੰਦੀ ਆ ਪੂਰਾ ਸੂਬਾ ਚਲਾਉਣਾ। ਜੀ ਜੀ। ਸੂਬੇ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਵੀ ਕਿੰਨਾ ਪੈਸਾ, ਕਿੰਨਾ ਟੈਕਸ ਆਉਂਦਾ। ਘੱਟੋ ਘੱਟ 15-16 ਕਰੋੜ ਦੀ ਤਾਂ ਡੇਲੀ ਸ਼ਰਾਬ ਪੀ ਜਾਂਦਾ ਪੰਜਾਬ। ਉਹ ਗਿੱਲ ਸਾਹਿਬ ਕਿੱਥੇ ਆ ਜੀ? ਗਿੱਲ ਸਾਹਿਬ ਜਿਹੜਾ ਖਜ਼ਾਨਾ ਅਕਾਲੀ ਦਲ ਬਾਦਲ ਛੱਡ ਕੇ ਗਿਆ ਸੀ ਜਾਂ ਮਿਸਯੂਜ਼ ਕੀਤਾ, ਇੱਧਰੋਂ ਪੈਸੇ ਕੱਢੇ ਦੂਜੇ ਬਾਈ ਤੇ, ਦੂਜੇ ਪੈਸੇ ਕੱਢੇ ਦੂਜੇ ਬਾਈ ਤੇ, ਉਹ ਤਾਂ ਸਾਰਾ ਸਿਸਟਮ 4 ਸਾਲ 2 ਮਹੀਨੇ ਹੋ ਗਏ, ਮੇਰਾ 1 ਮਹੀਨਾ ਹੋ ਗਿਆ ਚੱਲਦੀ ਸਰਕਾਰ ਨੂੰ। ਬਹੁਤ ਵਧੀਆ ਸਰਕਾਰ ਚੱਲ ਰਹੀ ਆ। ਤੇ ਜਿਹੜਾ ਕੋਈ ਮਾੜਾ ਮੋਟਾ ਨਿੰਦੀ ਜਾਂਦੇ ਹੋ, ਉਹ ਮੁਲਾਜ਼ਮ ਭਰਾਵਾਂ ਵੀ ਨਾਲ ਹੀ ਨੇ ਸਾਰੇ, ਉਹ ਕੋਈ ਦਿੱਕਤ ਨਹੀਂ ਐਸੀ ਹੈਗੀ। ਫਿਰ ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਮੂਰਖ ਨੇ ਜਿਹੜੇ ਸੜਕਾਂ ਤੇ ਬੈਠੇ। ਨਹੀਂ ਮੂਰਖ ਨੇ, ਸਾਡੇ ਭਾਈ ਨੇ। ਫਿਰ ਸੜਕਾਂ ਤੇ ਕਿਉਂ ਬੈਠੇ? ਨਹੀਂ ਉਹਨਾਂ ਦੀ ਜਿਹੜੇ ਇੱਛਾ ਨੇ, ਉਹ ਲੋੜ ਤਾਂ ਵੱਧ ਹੋਣੀਆਂ ਨੇ। ਕਿਹਦੀ ਨਹੀਂ ਵੱਧਦੀ ਜੀ? ਐਮਐਲਏ ਨੇ ਖੁਦ ਅਸੈਂਬਲੀ ਦੇ ਵਿੱਚ ਬਿੱਲ ਪਾਸ ਕਰਕੇ ਆਪਦੀਆਂ ਤਨਖਾਹਾਂ ਵਧਾ ਲਈਆਂ, ਉਹਨਾਂ ਦਾ ਵਿਚਾਰਾਂ ਦੀ ਪੇਸ਼ ਨਹੀਂ ਜਾਂਦੀ, ਉਹ ਸਰਕਾਰ ਨੂੰ ਪਿੱਟਣਗੇ, ਉਹ ਸੜਕਾਂ ਤੇ ਆਉਣਗੇ ਕਿ ਸਾਨੂੰ ਸਾਡਾ ਕੁਛ ਕਰੋ ਜੀ, ਸਾਡਾ 3000 ਚ ਗੁਜ਼ਾਰਾ ਨਹੀਂ ਹੁੰਦਾ। ਇਹ ਤਾਂ ਜੀ ਹੁਣ ਸਰਕਾਰ ਦੇਖੇ, ਹੁਣ ਮੈਂ ਸਰਕਾਰ ਵਿੱਚ ਹੈ ਨਹੀਂ ਗਿਆ, ਮੇਰੇ ਇੱਕ ਸਰਕਾਰ ਦਾ ਪਾਰਟੀ ਜ਼ਰੂਰ ਆ, ਮੈਂ ਕਿਹੜਾ ਐਮਐਲਏ ਐਮਪੀ ਆ। ਜੇ ਮੈਂ ਐਮਐਲਏ ਐਮਪੀ ਬਣੂਗਾ ਫਿਰ ਮੈਂ ਸਾਰਿਆਂ ਦੀ ਤਨਖਾਹ ਵਧਵਾ ਦੂੰਗਾ ਜਿੰਨੇ ਕਹੋਗੇ, ਮੈਂ ਖਾਲੀ ਗੱਲ ਸਹਿਣ ਕਰ ਦੂੰਗਾ, ਮੈਂ ਆਪਣੀ ਤਨਖਾਹ ਦਾਨ ਕਰ ਦੂੰਗਾ। ਸਰ ਸਲਾਹ ਤਾਂ ਦੇ ਸਕਦੇ ਹੋ ਆਪਦੇ। ਨਹੀਂ ਸਲਾਹ ਤਾਂ ਦੇਣੀ ਹੈ ਸਾਰਿਆਂ ਨੂੰ, ਆਪਾਂ ਸਾਰੇ ਬਹੁਤ ਸਲਾਹ ਤਾਂ ਦੇਣਗੇ ਆ ਬਹੁਤ। ਮੈਂ ਕਹਿੰਦਾ ਸਰਕਾਰ 100 ਚੋਂ 99.9% ਵਧੀਆ ਕੰਮ ਕਰ ਰਹੀ ਹੈ ਜੀ, ਕਾਂਗਰਸ ਸਰਕਾਰ। ਮੋਦੀ ਸਰਕਾਰ 100/100 ਗਲਤ ਆ। ਜਿੱਦਣ ਇਹੀ ਖੇਤੀ ਕਾਨੂੰਨ ਬਿੱਲ ਦੇ ਵਾਸਤੇ ਪਾਸ ਕਰਨ ਵਾਸਤੇ ਬੁਲਾਇਆ ਸੀ ਸੂਬਿਆਂ ਦੇ, ਕੈਪਟਨ ਸਾਹਿਬ ਉੱਥੇ ਗਏ ਹੋਏ ਸੀਗੇ, ਉਹਨਾਂ ਨੇ ਆ ਕੇ ਦੱਸਿਆ ਕਿਉਂ ਨਹੀਂ ਜੀ ਪੰਜਾਬ 'ਚ? ਨਹੀਂ ਕਾਹਦੇ ਵਾਸਤੇ? ਖੇਤੀ ਬਿੱਲਾਂ ਦਾ ਹਮੇਸ਼ਾ ਵਿਰੋਧ ਰਿਹਾ, ਕੈਪਟਨ ਸਾਹਿਬ ਕਰਦੇ ਆ ਰਹੇ, ਅੱਜ ਵੀ ਕਰਦਾ, ਪਹਿਲਾਂ ਵੀ ਕਰਦੇ ਆ ਰਹੇ। ਵਿਰੋਧ ਰਿਹਾ ਹਾਂਜੀ। ਇਹ 2 ਸਾਲ ਤੋਂ ਚੱਲ ਰਿਹਾ ਸਾਰਾ, 2 ਸਾਲ ਤੋਂ ਚੱਲ ਰਿਹਾ। ਕੈਪਟਨ ਸਾਹਿਬ 7 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੁਲਾਇਆ ਸੀ ਉਹਨਾਂ ਨੇ, ਉਦੋਂ ਕੈਪਟਨ ਸਾਹਿਬ ਵੀ ਉੱਥੇ ਗਏ ਸੀ, ਉਦੋਂ ਹੀ ਆ ਕੇ ਕਿਉਂ ਨਹੀਂ ਕਿਹਾ ਸਾਡੇ ਪੰਜਾਬ ਨਾਲ ਧੱਕਾ ਹੋਣ ਲੱਗਾ? ਨਹੀਂ ਬੀਬੀ ਹਰਸਿਮਰਤ ਕਿਉਂ ਡਰਾਮੇ ਕਰੀ ਆ ਜਦੋਂ ਉੱਥੇ ਲੋਕ ਸਭਾ ਦੇ ਵਿੱਚ? ਤੁਸੀਂ ਉਹਨੂੰ ਕਹਿੰਦੇ ਹੋ, ਮੈਂ ਕਹਿੰਦਾ ਮੈਂ ਤਾਂ ਉਹਨਾਂ ਨੂੰ ਵੀ ਜਸਟੀਫਾਈ ਨਹੀਂ ਕਰ ਰਿਹਾ, ਗਲਤੀ ਉਹਨਾਂ ਦੀ ਵੀ। ਨਹੀਂ ਬੀਬੀ ਹਰਸਿਮਰਤ ਬਤੌਰ ਕੇਂਦਰੀ ਮੰਤਰੀ ਉਹਨਾਂ ਨੇ ਸਾਈਨ ਕੀਤੇ ਆ ਜੀ, ਅਸੀਂ ਕਹਿੰਦੇ ਸਾਈਨ ਕੀਤੇ ਆ ਉਹਨਾਂ ਨੇ, ਸਾਈਨ ਕੀਤੇ, ਉਹਨਾਂ ਨੂੰ ਵੀ ਗਲਤ ਕਹਿੰਦੇ ਆ। ਪਰ ਗੱਲ ਇਹ ਆ ਵੀ ਜਦੋਂ ਕੈਪਟਨ ਸਾਹਿਬ ਨੂੰ ਪਤਾ ਲੱਗ ਗਿਆ ਸੀ ਪੰਜਾਬ ਚ ਆ ਕੇ ਰੌਲਾ ਕਿਉਂ ਨਹੀਂ ਪਾਇਆ ਕਿ ਸਾਡੇ ਕੈਪਟਨ ਸਾਹਿਬ ਤਾਂ ਬੀਜੇਪੀ ਦੇ ਵਿੱਚ ਹੀ ਖਿਲਾਫ ਬੋਲਦੇ ਆ ਰਹੇ ਆ। ਉਹ ਤਾਂ ਪਾਰਟੀ ਆਪੋਜੀਸ਼ਨ, ਉਹ ਤਾਂ ਬੋਲਣ ਨਹੀਂ, ਆਪੋਜੀਸ਼ਨ ਨਹੀਂ, ਉਹ ਕਹਿੰਦੇ ਨਹੀਂ ਇਹ ਗੱਲ ਗਲਤ ਆ, ਰਾਤ ਹੀ ਬੋਲੇ ਆ ਅਡਾਨੀ ਵਾਲੀ। ਤੁਸੀਂ ਤਾਂ ਦੇ ਖਿਲਾਫ, ਤੁਸੀਂ ਤਾਂ ਉਹ ਗੱਲ ਕਰਤੀ ਕਿ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਸਿਮਰਨਜੀਤ ਸਿੰਘ ਮਾਨ ਨੂੰ ਕਿ ਤੁਸੀਂ ਕਹਿੰਦੇ ਹੋ ਜੀ ਆ ਗਲਤ ਆ, ਤੇ ਕਿਉਂ ਗਲਤ ਆ? ਉਹ ਕਹਿੰਦੇ ਜੀ ਜੇ ਬੀਜੇਪੀ ਲੈ ਕੇ ਤਾਂ ਇਹਦਾ ਮਤਲਬ ਗਲਤੀ ਹੋਊ, ਮੈਨੂੰ ਇਹ ਨਹੀਂ ਪਤਾ ਵੀ ਹੈਗਾ ਕੀ ਆ। ਤੁਸੀਂ ਤਾਂ ਇਹ ਕਹਿੰਦੇ ਹੋ। ਨਹੀਂ ਕੈਪਟਨ ਸਾਹਿਬ ਵਰਗਾ ਤਾਂ ਹੀਰਾ ਕੋਈ ਮਿਲਣਾ ਹੀ ਨਹੀਂ ਪੰਜਾਬੀ ਚ। ਉਹ ਫਿਰ ਜੇ ਹੀਰੇ ਨੇ ਤੇ ਫਿਰ ਪਾਰਸ ਬਣਾ ਦੋ ਨਾ। 2.5 ਮਹੀਨੇ ਇੱਥੇ ਪ੍ਰਦਰਸ਼ਨ ਕੀਤਾ, ਕੋਈ ਕਿਸਾਨਾਂ ਨੂੰ ਪ੍ਰੋਬਲਮ ਆਈ? ਦਿੱਲੀ 'ਚ ਕਿਉਂ ਪ੍ਰੋਬਲਮ ਆ ਰਹੀ ਹੈ ਇਹ ਦੱਸੋ? ਕਿਉਂ ਆ ਰਹੀ ਹੈ ਜੀ ਦਿੱਲੀ 'ਚ? ਕਿਉਂ ਜੇ ਲਾਲ ਕਿਲ੍ਹੇ ਦੇ ਝੰਡਾ ਕਿਉਂ ਲਹਿਰਾਇਆ ਉਹਨਾਂ ਨੇ? ਜਿਹੜਾ ਇੱਕ ਰੂਟ ਦਿੱਤਾ ਗਿਆ, ਮੈਪ ਦਿੱਤਾ ਗਿਆ, ਦਿੱਲੀ ਪੁਲਿਸ ਨਾਲ ਮੈਂ ਮੀਟਿੰਗ ਕਰੀਆਂ ਨੇ, ਜਿਹੜਾ ਰੂਟ ਦਿੱਤਾ ਉਹਦੇ ਤੇ ਕਿਉਂ ਗਏ? ਤੁਸੀਂ ਉਦੋਂ ਸੀਗੇ ਉੱਥੇ? ਨਹੀਂ ਮੈਂ ਤਾਂ ਟੀਵੀ ਰਾਹੀਂ ਦੇਖਦਾ, ਅਖਬਾਰਾਂ ਰਾਹੀਂ ਦੇਖਦਾ ਮੈਂ, ਮੈਨੂੰ ਤਾਂ ਬੁਲਾਉਂਦੇ ਪਏ, ਮੈਨੂੰ ਤਾਂ ਕਹਿੰਦੇ ਤੈਨੂੰ ਮਾਰ ਦਿਆਂਗੇ। ਮੈਂ ਭਰਾਓ ਤੁਸੀਂ ਯਾਦ ਰੱਖੋ, ਤੁਸੀਂ ਮੀਡੀਆ ਨੂੰ ਸੱਚਾ ਮੰਨਦੇ ਹੋ? ਜਿਹੜਾ ਨਹੀਂ ਮੈਂ ਤਾਂ ਮੀਡੀਆ ਨੂੰ ਸਲੂਟ ਕਰਦਾ ਹਮੇਸ਼ਾ, ਚਾਹੇ ਮੇਰਾ ਜਿਹੜਾ ਗੋਦੀ ਮੀਡੀਆ। ਨਹੀਂ ਗੋਦੀ ਮੀਡੀਆ ਮੈਂ ਹਰ ਇੱਕ, ਮੈਂ ਇਹ ਜਿਹੜਾ ਤੁਹਾਡਾ ਸ਼ਬਦ ਹੈ ਵਾਪਸ ਲਓ। ਨਹੀਂ ਮੈਂ ਹਰ ਮੀਡੀਆ ਨੂੰ, ਸਾਰਾ ਦੇਸ਼ ਕਹਿ ਰਿਹਾ ਜੀ, ਸਾਰਾ ਵਰਲਡ ਕਹਿ ਰਿਹਾ, ਮੈਂ ਕਦੇ ਨਹੀਂ। ਦੇਖੋ ਮੇਰੇ ਵਾਸਤੇ, ਦੇਖੋ ਭਾਜੀ ਮੇਰੇ ਵਾਸਤੇ ਜਿਹੜਾ ਮੀਡੀਆ ਵਾ, ਚਾਹੇ ਇਲੈਕਟ੍ਰੋਨਿਕ ਮੀਡੀਆ, ਚਾਹੇ ਛੋਟਾ, ਚਾਹੇ ਪ੍ਰਿੰਟ ਮੀਡੀਆ ਛੋਟਾ, ਮੈਂ ਹਮੇਸ਼ਾ ਉਹਨੂੰ ਸਤਿ ਸ੍ਰੀ ਅਕਾਲ ਕਰਦਾ ਤੇ ਸਲੂਟ ਕਰਦਾ ਵਾਂ। ਫਿਰ ਸਾਰੇ ਹੀ ਕਹਿ ਰਹੇ ਨੇ ਲੋਕ ਨੈਸ਼ਨਲ ਚੈਨਲ ਗਲਤ ਗਾਈਡ ਕਰ ਰਿਹਾ ਵਾ। ਨੈਸ਼ਨਲ ਚੈਨਲ ਤਾਂ ਫਿਰ ਬਿੱਲਾਂ ਨੂੰ ਵੀ ਸਹੀ ਕਹਿ ਰਿਹਾ, ਤੁਸੀਂ ਉਹਨਾਂ ਨੂੰ ਵੀ ਕਹੋ ਕਿ ਨਹੀਂ ਮੈਂ ਉਹਨਾਂ ਨੂੰ ਕਹਿ ਰਿਹਾ, ਜਿਵੇਂ ਜੀ ਨਿਊਜ਼ ਤੇ ਖਾਲਿਸਤਾਨ ਦੀ ਮੋਹ ਧਾਰੀਵਾਲ ਦੀ ਗੱਲ ਚਲਾਉਂਦੇ ਆ, ਮੈਂ ਜੀ ਨਿਊਜ਼ ਦੇ ਨਾਲ ਸਹਿਮਤ ਹੋ ਜਾਂਦਾ ਕਈ ਵਾਰੀ। ਜਿਹੜੀ ਕੋਈ ਵੀ ਨੈਸ਼ਨਲ ਟੀਵੀ ਗਲਤ ਕਰਦਾ, ਮੈਂ ਗਲਤ ਕਮੈਂਟ ਕਰਦਾ ਉਹਦੇ ਵੀ ਨਹੀਂ ਇਹ ਗੱਲ ਨਹੀਂ ਤੁਸੀਂ ਕਰਨੀ ਹੈਗੀ। ਨਹੀਂ ਉਹੀ ਤਾਂ ਕਹਿਣਾ ਨਾ, ਨੈਸ਼ਨਲ ਮੀਡੀਆ ਜਿਹੜੀ ਜਦੋਂ ਦਿਖਾ ਰਿਹਾ ਵਾ ਉਹਨੂੰ ਇਹ ਤਾਂ ਦੱਸੋ ਨਾ, ਜਿਹੜੇ ਚੈਨਲ ਗਲਤ ਦਿਖਾ ਰਹੇ ਗਲਤ ਦਿਖਾ ਰਹੇ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੇ 1-2 ਕੰਮ ਸਹੀ ਕੀਤੇ ਆ ਜੀ, ਉਹਦੇ ਤੇ ਮੈਂ ਨਾਲ ਸਹਿਮਤ ਸੀਗਾ। ਜਿਵੇਂ ਕਹਿੰਦੇ ਆਪਣੇ
ਖਾਲਿਸਤਾਨ ਦੇ ਇਹਨਾਂ ਨੂੰ ਬੰਦਿਆਂ ਨੂੰ ਪਾਬੰਦੀ ਲਾਈ ਆ 9-10 ਬੰਦਿਆਂ ਜਿਹੜੇ ਵੀ ਲਾਏ ਆ ਜੀ ਤੇ ਮੈਂ ਉਹਦਾ ਸਮਰਥਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਤੌਰ ਪ੍ਰਧਾਨ ਮੰਤਰੀ। ਜੀ ਅੱਛਾ ਦੂਜਾ ਉਹ ਜਿਹੜਾ ਇਹਨਾਂ ਨੇ ਰਾਮ ਮੰਦਿਰ ਸ਼ੁਰੂ ਕੀਤਾ ਵੀ ਦੀਵੇ ਲਗਾਓ ਜੀ, ਆਪਾਂ ਵੀ ਦੀਵੇ ਲਗਾਏ, ਠੀਕ ਆ ਜੀ। ਜਿਹੜੇ ਕਿਸਾਨਾਂ ਦੇ ਬਿੱਲ ਆਉਂਦੇ ਆ ਇਹ ਬਿਲਕੁਲ ਹੀ ਗਲਤ ਆ। ਮੈਂ ਜਿੱਥੇ ਪ੍ਰਧਾਨ ਮੰਤਰੀ ਗਲਤ ਆ ਮੈਂ ਗਲਤ ਨੂੰ ਗਲਤ ਕਹੂੰਗਾ, ਚਾਹੇ ਮੈਂ ਗਲਤ ਆ ਗਲਤ ਨੂੰ ਮੈਂ ਗਲਤ ਹੀ ਕਹੂੰਗਾ, ਮੈਂ ਸਹੀ ਨਹੀਂ ਕਹੂੰਗਾ। ਨਹੀਂ ਉਹ ਤਾਂ ਗੱਲ ਨੂੰ ਗਲਤ ਕਹਿਣਾ ਹੀ ਹਾਂ ਚਾਹੀਦਾ, ਕਹਿਣਾ ਕਹੂੰਗਾ ਮੈਂ। ਆਪਾਂ ਰੱਬ ਤੋਂ ਡਰਨਾ ਹਮੇਸ਼ਾ ਡਰ ਕੇ ਗੱਲ ਕਰਦੇ ਆ। ਤੁਸੀਂ ਗੱਲ ਚੱਲੀ ਸੀ ਲਾਲ ਕਿਲੇ ਵੱਲ ਨੂੰ, ਲਾਲ ਕਿਲੇ ਵੱਲ ਨੂੰ ਅਸੀਂ ਉਸ ਦਿਨ ਉੱਥੇ ਮੌਜੂਦ ਸੀਗੇ। ਖੁਦ ਉਸ ਸਰਕਾਰ ਨੇ, ਜਿਹੜੀ ਸਰਕਾਰ ਤੁਸੀਂ ਕਹਿ ਰਹੇ ਹੋ ਬਿੱਲ ਗਲਤ ਲੈ ਕੇ ਆਈ ਆ ਬੀਜੇਪੀ ਸਰਕਾਰ, ਮੈਂ ਨਹੀਂ ਕਹਿ ਸਾਰਾ ਲੋਕ ਹੀ ਕਹਿ ਰਹੇ ਸਾਰੇ ਕਹਿ ਰਹੇ, ਸਾਰੇ ਹੀ ਕਹਿ ਰਹੇ ਨੇ, ਸੜਕਾਂ ਤੇ ਬੈਠੇ ਆ ਕਿਸਾਨ ਬੈਠੇ ਨੇ। ਜੇ ਉਹ ਰਸਤੇ ਉੱਥੇ ਖੋਲੇ ਗਏ ਉੱਧਰ, ਹਾਂਜੀ ਪੁਲਿਸ ਨੇ ਬੈਰੀਗੇਡ ਉੱਧਰ ਵਾਲੇ ਖੋਲੇ, ਲੋਕਾਂ ਦੇ ਵਹਾਅ ਨੂੰ ਉੱਧਰ ਵਹਾਇਆ, ਲੋਕਾਂ ਨੂੰ ਉੱਧਰ ਨੂੰ ਧੱਕਿਆ। ਕੱਲਾ ਉੱਥੇ ਦੀਪ ਸਿੱਧੂ ਜਾਂ ਕੋਈ ਹੋਰ ਨਹੀਂ ਗਿਆ, 7 ਜਥੇਬੰਦੀਆਂ ਗਈਆਂ, ਲੱਖਾਂ ਲੋਕ ਗਏ, ਲੱਖਾਂ ਲੋਕ ਕਿਤੇ ਆਪ ਮੁਹਾਰੇ ਨਹੀਂ ਚਲੇ ਗਏ। ਉਹ ਬੈਰੀਗੇਡ ਪੁਲਿਸ ਦੀ ਸਾਜ਼ਿਸ਼ ਸੀ ਸਾਰੀ, ਕੋਈ ਸਾਜ਼ਿਸ਼ ਨਹੀਂ। ਮੈਂ ਦਿੱਲੀ ਆ ਗਈ ਆ, ਉਧਰ ਨੂੰ ਲੋਕ ਤੋਰੇ ਗਏ। ਭਾਜੀ ਦਿੱਲੀ ਪੁਲਿਸ ਚਾਹੇ ਹੋਵੇ ਚਾਹੇ ਆਪਣੀ ਪੰਜਾਬ ਪੁਲਿਸ ਹੋਵੇ, ਮੈਂ ਹਮੇਸ਼ਾ ਉਹਨਾਂ ਨਾਲ ਆ। ਤੇ ਜਿਹੜੇ ਹੁਣ ਪੁਲਿਸ ਤਾਂ ਚੰਗੀ ਆ ਜੀ, ਅਸੀਂ ਕਦੋਂ ਪੁਲਿਸ ਨੂੰ ਮਾੜੀ ਕਹਿੰਦੇ ਆ। ਜਿਹੜੇ ਖਾਲਿਸਤਾਨੀ ਲੋਕ ਆ ਦੇਖੋ ਹੁਣ ਮੈਨੂੰ ਕਿਵੇਂ ਗਾਲ ਕੱਢੂਗਾ। ਆਜੋ ਬੈਠੀ ਜਿਹੜਾ ਕੋਈ ਕਿੱਦਾਂ ਫਿਰ ਕੁੜੀ ਦੇ ਆ। ਇਹ ਲੋਕ ਕੌਣ ਨੇ ਜੀ? ਇਹ ਲੋਕ ਖਾਲਿਸਤਾਨੀ ਜਿਹੜੇ ਬਾਹਰ ਬੈਠੇ ਮੈਨੂੰ ਰੋਜ਼ ਫੋਨ ਕਰਦੇ ਆ ਪ੍ਰਾਈਵੇਟ ਨੰਬਰ ਤੋਂ, ਇਹਦੀ ਟ੍ਰੇਸਿੰਗ ਨਹੀਂ ਹੋ ਰਹੀ ਕੋਈ। ਉਹ ਮਾਂ ਤੇਰੀ ਮਾਰੀ ਹੋਈ। ਚਲੋ ਇਹ ਗੱਲਾਂ ਬਾਅਦ ਦੀਆਂ। ਇਹ ਹੁਣ ਆਪਾਂ ਮੈਂ ਡਿਸੇਬਲ 'ਚ ਰਹਿ ਰਹੇ ਆ, ਤੁਹਾਡੇ ਮੀਡੀਆ ਸਾਹਮਣੇ ਮੈਨੂੰ ਕਿਵੇਂ ਬਕਵਾਸ ਕਰਦੇ ਆ। ਜਦੋਂ ਮੈਂ ਕਰਦਾ ਤਾਂ ਫਿਰ ਮੇਰੀ ਰਿਕਾਰਡਿੰਗ ਪਾਉਂਦੇ ਕੱਟ ਕੇ ਪਾਉਂਦੇ ਆ। ਇਹ ਮੈਂ ਉਹੀ ਕਹਿਣਾ ਜੀ, ਚਲੋ ਤੁਹਾਨੂੰ ਵੀ ਇਦਾਂ ਚਾਹੀਦਾ, ਕਿਹੜੇ ਸੈਂਸਿਟਿਵ ਮੁੱਦੇ ਨੇ ਕੁਝ ਉਹਨਾਂ ਨੂੰ ਨਹੀਂ ਛੇੜਨਾ ਚਾਹੀਦਾ, ਜਿਹਦੇ ਕਰਕੇ ਲੋਕ ਤੁਹਾਡੇ ਖਿਲਾਫ ਵੀ ਹੁੰਦੇ ਆ। ਭਾਜੀ ਆਪਾਂ ਲੋਕਾਂ ਤੋਂ ਕੀ ਲੈਣਾ, ਜਿਹੜੇ ਖਿਲਾਫ ਆ ਖਿਲਾਫ ਜੋ ਮਰਜ਼ੀ ਕਰ ਲਓ। ਮੈਨੂੰ ਲੱਗਦਾ ਕਿ ਕੁਝ ਦੇਖੋ ਫਿਰ ਫੋਨ ਆ ਰਿਹਾ। ਬਿਲਕੁਲ ਚਲੋ ਇਹ ਮੈਂ ਦੇਖ ਲਿਆ, ਸੁਣ ਲਿਆ। ਹਾਂਜੀ ਜਿਹੜੇ ਸੈਂਸਿਟਿਵ ਮੁੱਦੇ ਨੇ ਜੇ ਤੁਸੀਂ ਨਾ ਹੀ ਛੇੜੋ, ਜਿੱਦਾਂ ਤੁਸੀਂ ਭਿੰਡਰਾਂਵਾਲੇ ਦੀ ਗੱਲ ਕਰਦੇ ਹੋ, ਜਿੱਦਾਂ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਜੀ ਉਹਨਾਂ ਖਾਲਿਸਤਾਨ ਜਾਂ ਭਿੰਡਰਾਂਵਾਲਾ ਲੋਕਾਂ ਨੇ ਜਿਉਂਦਾ ਨਹੀਂ ਰੱਖਿਆ ਜਿੰਨਾ ਤੁਸੀਂ ਨਹੀਂ ਪਾ ਕੇ ਜਿਉਂਦਾ ਰੱਖਿਆ। ਮੈਂ ਜਦੋਂ ਤਾਂ ਸ਼੍ਰੀ ਰਾਜੀਵ ਗਾਂਧੀ ਦੇ ਬੁੱਤ ਸਾਹਿਬ ਕੀਤਾ, ਮੇਰੀ ਚੈਨ ਹਰਾਮ ਕੀਤੀ ਵੀ ਇਹਨਾਂ ਲੋਕਾਂ ਖਾਲਿਸਤਾਨੀਆਂ ਨੇ। ਮੈਂ ਤਾਂ ਕਹਿੰਦਾ ਜੇ ਸਾਹਮਣੇ ਫੋਨ ਤੇ ਗੱਲ ਨਾ ਕਰੋ, ਫੋਨ ਨਾ ਕਰੋ, 4 ਵਾਰ ਮੇਰਾ ਟਾਰਗੇਟ ਕਲਿੰਗ ਆਇਆ। ਜੇ ਤੁਸੀਂ ਸੱਚੇ ਹੋ, ਜੇ ਤੁਹਾਡੇ ਦਿਲ 'ਚ ਸਤਿਕਾਰ ਸੀ ਤਾਂ ਕਿਸੇ ਕੱਪੜੇ ਨਾਲ ਵੀ ਤਾਂ ਕੀਤਾ ਜਾ। ਭਾਜੀ ਜਦੋਂ ਐਕਸੀਡੈਂਟ ਹੁੰਦਾ, ਐਕਸੀਡੈਂਟ ਪੁੱਛ ਕੇ ਹੁੰਦਾ, ਐਕਸੀਡੈਂਟ ਪੁੱਛ ਕੇ ਹੁੰਦਾ ਕੋਈ। ਇੱਕ ਐਕਸੀਡੈਂਟ ਸ਼ਰਟ ਵੀ ਪਾਈ ਹੁੰਦੀ ਆ, ਆਪਣੇ ਪੈਂਟ ਵੀ ਪਾਈ ਹੁੰਦੀ ਆ। ਭਾਜੀ ਐਕਸੀਡੈਂਟ ਇੱਕ ਐਕਸੀਡੈਂਟ ਸੀ, ਇਹ ਦਸਤਾਰ ਹੀ ਕਿਉਂ? ਇਹ ਐਕਸੀਡੈਂਟ ਸੀ, ਜੇ ਕਰ ਲਿਆ ਫਿਰ ਕੀ ਹੋ ਗਿਆ? ਆਪਾਂ ਕੀਤਾ, ਖੁਸ਼ੀ ਨਾਲ ਕੀਤਾ, ਕੱਲ ਖਤਮ। ਪਰ ਦਸਤਾਰ ਦੀ ਤਾਂ ਨਹੀਂ, ਦਸਤਾਰ ਸਾਡੇ ਰਾਜੀਵ ਗਾਂਧੀ ਜੀ ਦੇਣਾ, ਜਿਹੜੀ ਆਪਣਾ ਤੁਸੀਂ ਮੰਨਦੇ ਹੋ ਦਸਤਾਰ ਰਾਜੀਵ ਗਾਂਧੀ ਦੀ ਦੇਣਾ? ਰਾਜੀਵ ਗਾਂਧੀ ਦੇਣ ਨਹੀਂ, ਔਰ ਜਿਹੜੀ ਦਸਤਾਰ ਆ ਮੈਂ ਰਾਜੀਵ ਗਾਂਧੀ ਹੁਣੇ ਤੁਹਾਡੇ ਮੂੰਹ ਤੋਂ ਸ਼ਬਦ ਨਿਕਲੇ ਆ। ਉਹ ਥੋੜੀ ਕਾਲੀ ਕਰ ਗਏ ਆਪਾਂ ਗੱਲ। ਜਿਹੜੀ ਦਸਤਾਰ ਰਾਜੀਵ ਗਾਂਧੀ ਜੀ ਦੀ ਬੁੱਤ ਲਈ ਮੈਂ ਸਾਫ਼ ਕੀਤੀ ਆ, ਵਰਤ ਲਿਆ, ਕੋਈ ਦਿੱਕਤ ਨਹੀਂ ਕੀਤੀ ਮੈਂ। ਪਰ ਜਿਹੜੇ ਗੁਰੂ ਸਾਹਿਬ ਨੇ 4 ਸੀਸ ਆਪਦੇ ਬੱਚੇ ਵਾਰਤੇ, ਆਪਦਾ ਪਿਓ ਵਾਰਤਾ, ਆਪਦੀ ਮਾਂ ਵਾਰਤੀ, ਇਹ ਦਸਤਾਰ ਦੇਣ ਦੀ ਜਿਹੜਾ ਗਿੱਲ ਸਾਹਿਬ ਅਸੀਂ ਰਾਜੀਵ ਗਾਂਧੀ ਨੂੰ ਉਹਦੇ ਬਰਾਬਰ ਕਰਤਾ। ਭਾਰਤ ਰਤਨ ਦੇ ਪ੍ਰਧਾਨ ਮੰਤਰੀ ਤੇ ਭਾਰਤ ਰਤਨ ਗੁਰੂ ਗੋਬਿੰਦ ਸਿੰਘ ਨਾਲ ਉੱਪਰ ਹੋ ਗਿਆ ਜੀ। ਜਦੋਂ ਨਹਿਰ ਡੁੱਬਦਾ ਬੰਦਾ ਉਹਦੇ ਪੱਗ ਲਾ ਕੇ ਆਪਾਂ ਨੂੰ ਬਚਾਉਣੇ ਨਾ, ਉਹਨੂੰ ਬਚਾਉਣਾ, ਕਿਸੇ ਦੀ ਜਾਨ ਬਚਾਉਣਾ ਬਹੁਤ ਵੱਡੀ ਗੱਲ ਆ। ਪਰ ਜਿਨ੍ਹਾਂ 'ਚ ਬੇਜਾਨੇ ਬੁੱਤ ਸਾਫ਼ ਕਰਨੇ ਬਹੁਤ ਮਾੜੀ ਗੱਲ। ਨਹੀਂ ਭਾਜੀ ਅਕਾਲੀ ਦਲ ਵਾਲਿਆਂ ਨੇ ਕਾਲੇ ਮੜਨ ਦੀ ਲੋੜ ਕੀ ਪਈ ਸੀ ਉਹਨਾਂ ਨੂੰ? ਜੇ ਅਸੀਂ ਉੱਥੇ ਕਹਿੰਦੇ ਗਏ ਹੋ, ਮੈਂ ਕਿਹਾ ਤੁਹਾਨੂੰ, ਮੈਂ ਕਹਿੰਦਾ ਨਾ ਜਾਂਦੇ ਆਪਾਂ ਨਾ ਹੀ ਕੰਮ ਕਰਦੇ ਹਾਂ। ਤੁਸੀਂ ਮੈਨੂੰ ਫੇਰ ਲਿਆ ਕੇ ਖੜਾ ਕਰਦੇ ਨੇ ਕਿ ਬਾਦਲ ਆ ਕਹਿੰਦਾ, ਉਹ ਐ ਕਿ ਮੈਂ ਉਹਨਾਂ ਨੂੰ ਪਹਿਲਾਂ ਕਿਹਾ ਮੈਂ ਜਸਟੀਫਾਈ ਕਰ। ਜਦ ਕਿ ਰਾਜੀਵ ਗਾਂਧੀ ਜੀ ਪਵਿੱਤਰ ਆਤਮਾ ਸੀ, ਆਪਾਂ ਗਾਂਧੀ ਪਰਿਵਾਰ ਨਾਲ ਖੜੇ ਆ, ਗਾਂਧੀ ਪਰਿਵਾਰ ਨਾਲ ਹਮੇਸ਼ਾ ਖੜੇ ਰਹਾਂਗੇ। ਫਿਰ ਪਰਿਵਾਰਵਾਦ ਤਾਂ ਚੱਲਦਾ ਆ ਰਿਹਾ ਜੀ, ਪੰਜਾਬ ਦਾ ਬਣਿਆ ਤਾਂ ਕੁਝ ਨਹੀਂ ਹੋਇਆ। ਸਭ ਕੁਝ ਇੰਨੀ ਤਰੱਕੀ ਹੋ ਗਈ ਪੰਜਾਬ ਵਿੱਚ, ਜ਼ਮੀਨਾਂ ਹਰਿਆਣਾ 'ਚ ਕਿੰਨੀਆਂ ਮਹਿੰਗੀਆਂ ਹੋ ਗਈਆਂ। ਕਿਹੜੀ ਤਰੱਕੀ ਮੈਨੂੰ ਦੱਸੋ, ਕੁਝ ਦੱਸੋ ਮੈਨੂੰ ਕਿ ਪੰਜਾਬ ਦੇ ਵਿੱਚ ਜਦੋਂ ਤੁਹਾਡੀ ਹੁਣ ਕਾਂਗਰਸ ਸਰਕਾਰ ਆਈ ਆ ਕੀ ਨਵਾਂ ਆਇਆ? ਆ ਸਾਰਾ ਜਿਹੜਾ ਫਿਰੋਜ਼ਪੁਰ ਰੋਡ ਬਣ ਰਿਹਾ, ਪੁਲ ਕਿਵੇਂ ਬਣ ਰਿਹਾ ਹੈ? ਇੱਕ ਰੋਡ ਬਣਨ ਨੂੰ ਤਰੱਕੀ ਨਹੀਂ, ਪੁਲ ਹਜ਼ਾਰਾਂ ਕਰੋੜ ਰੁਪਏ ਲੱਗਦੇ ਉਹਦੇ। ਪੁਲ ਬਣਨ ਨੂੰ ਤਰੱਕੀ ਕਹਿ ਰਹੇ? ਨਹੀਂ ਡਿਵੈਲਪਮੈਂਟ ਤਾਂ ਹੋ ਰਹੀ ਹੈ ਨਾ। ਮੈਂ ਉਹੀ ਕਹਿੰਦਾ, ਇੱਕ ਪੁਲ ਬਣਨ ਨੂੰ ਡਿਵੈਲਪਮੈਂਟ ਕਹਿ ਰਹੇ? ਪੁਲ ਨਹੀਂ, ਬਹੁਤ ਕੁਝ ਹੋ ਰਿਹਾ। ਆਪਣਾ 32 ਸੈਕਟਰ ਜਿਹੜਾ ਕਾਲਜ ਲੈ ਕੇ ਆ, ਸਪੋਰਟਸ ਕਾਲਜ, ਉਹ ਕੌਣ ਬਣਾ ਰਿਹਾ? ਲੋਕਡਾਊਨ ਦੇ ਵਿੱਚ ਹਾਂਜੀ 30% ਸਿਰਫ ਸਰਕਾਰ ਨੇ ਅਨਾਜ ਭੇਜਿਆ, 70% ਲੋਕਾਂ ਨੇ ਖਵਾਇਆ। ਨਹੀਂ ਲੋਕਾਂ ਦਾ ਗੁਰਦੁਆਰਿਆਂ ਨੇ ਖਵਾਇਆ, ਜ਼ਿੰਮੇਵਾਰੀ ਨਹੀਂ ਸਰਕਾਰ ਦੀ। ਇੱਕ ਮਿੰਟ ਭਾਜੀ, ਸਾਰੇ ਗੁਰਦੁਆਰਾ ਸਾਹਿਬ ਦਾ ਧੰਨਵਾਦ ਜਿਹੜੇ ਲੋਕਡਾਊਨ 'ਚ ਪ੍ਰਵਾਸੀ ਮਜ਼ਦੂਰਾਂ ਨੇ ਖਿਲਾਇਆ, ਜਾਂ ਆਮ ਜਿਹੜੇ ਪੰਜਾਬੀ ਜਿਹੜੇ ਨਹੀਂ ਰੋਟੀ ਰੋਜੀ ਦਾ ਜੁਗਾੜ ਸੀਗਾ, ਸਰਕਾਰ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ, ਪੰਜਾਬ ਪੁਲਿਸ ਨੇ ਬਹੁਤ ਯੋਗਦਾਨ ਪਾਇਆ। ਸੈਲਰਾਂ ਦੇ ਵਿੱਚ ਕਣਕਾਂ ਪਈਆਂ ਸੜਦੀਆਂ ਨੇ, ਜੇ ਦਿੱਤੀਆਂ ਸਰਕਾਰ ਨੇ ਤਾਂ ਆਸਾਨ ਨਹੀਂ ਕੀਤਾ।
ਨਹੀਂ ਆਸਾਨ ਨਹੀਂ ਕਰਦਾ, ਮਦਦ ਕੀਤੀ ਹੈ ਲੋਕਾਂ ਦੀ। ਮਦਦ ਵੀ ਨਹੀਂ ਕੀਤੀ, ਨਹੀਂ ਕੀਤੀ ਸਰਕਾਰ ਦੀ ਜ਼ਿੰਮੇਵਾਰੀ ਆ ਜੀ ਉਹ। ਨਹੀਂ। ਨਾ ਤੁਸੀਂ ਉਸ ਮਦਦ ਲਾਕਡਾਊਨ ਚ ਹਾਂ ਹਰ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਦੀ ਸਹੁੰ ਚੱਕ ਇਹ ਹੁੰਦੀ ਆ, ਇਹ ਜ਼ਿੰਮੇਵਾਰੀ ਹੁੰਦੀ ਆ ਕਿ ਮੇਰੇ ਸੂਬੇ ਦਾ ਕੋਈ ਵੀ ਇਨਸਾਨ ਰਾਤ ਨੂੰ ਭੁੱਖਾ ਨਹੀਂ ਸੌਣਾ ਚਾਹੀਦਾ, ਉਹਨੂੰ ਅਨਾਜ ਤੇ ਉਹਨੂੰ ਰੁਜ਼ਗਾਰ ਮਿਲਣਾ ਚਾਹੀਦਾ ਵਾ। ਇਹ ਜ਼ਿੰਮੇਵਾਰੀ ਆ, ਇਹ ਲੋਕਾਂ ਤੇ ਮਦਦ ਜਾਂ ਆਸਾਨ ਨਾ ਕਹੋ। ਨਹੀਂ ਆਸਾਨ ਦੀ ਗੱਲ ਨਹੀਂ ਕਰ ਰਹੇ, ਇੱਕ ਫਰਜ਼ ਨਿਭਾਇਆ ਸਰਕਾਰ ਨੇ, ਕਾਂਗਰਸ ਸਰਕਾਰ ਨੇ ਗਰੀਬਾਂ ਲਈ। ਨੌਕਰੀ ਦੇ ਵਾਅਦੇ ਕਰਕੇ ਆਏ ਸੀ, ਅੱਜ ਕਿੱਥੇ ਘਰ ਘਰ ਨੌਕਰੀਆਂ ਨੇ? 5000 ਪੈਨਸ਼ਨ ਦਾ ਵਾਅਦਾ ਕਰਕੇ ਆਏ ਸੀ, ਕਿੱਥੇ ਅੱਜ 5000 ਪੈਨਸ਼ਨ ਆ? ਚਿੱਟੇ ਦਾ ਲੱਕ ਤੋੜਨ ਵਾਲੀ ਗੱਲ ਕੀਤੀ ਚਿੱਟਾ ਹੈ ਹੀ ਨਹੀਂ, ਕੁਝ ਚਿੱਟਾ ਹੈ ਹੀ ਨਹੀਂ, ਹਜੇ ਵੀ ਮਰਦੇ ਨੇ ਮੁੰਡੇ। ਉਹਦਾ ਜਿਹੜਾ ਕੋਈ ਚੋਰੀ ਲੈ ਲੈਂਦਾ, ਜੇ 5000 ਪੁੜੀ ਮਿਲਦੀ 10000 ਲੈ ਲੈਂਦਾ, ਚੋਰੀ 1% ਵਿਕ ਰਿਹਾ, ਉਹ ਵੀ ਅਕਾਲੀ ਦਲ ਦਾ ਬਿਲਕੁਲ ਖਤਮ ਹੋ ਗਿਆ। ਅਕਾਲੀ ਦਲ ਦਾ ਸਾਬਕਾ ਸਰਪੰਚ ਫੜਿਆ ਜਾਂਦਾ, ਤੁਹਾਡੇ ਅੰਕਿਤ ਬੰਸਲ ਦੀਆਂ ਨਾਲ ਫੋਟੋਆਂ, ਤੁਹਾਡੇ ਮਜੀਠੀਏ ਦੀਆਂ ਫੋਟੋਆਂ, ਸਾਰਿਆਂ ਦੀਆਂ ਨਾਲ, ਸਾਰੇ ਸੁਖਬੀਰ ਬਾਦਲ ਤੱਕ ਦੀਆਂ। ਕਾਂਗਰਸ ਤੁਹਾਡੇ ਕਾਂਗਰਸ ਦਾ ਅੰਕਿਤ ਬੰਸਲ ਦੇ ਨਾਲ ਫੋਟੋਆਂ, ਇਸ ਤੋਂ ਵੱਧ ਕੀ ਕਰੋਗੇ ਜਿਹੜਾ ਕਰੋੜਾਂ ਰੁਪਏ ਦਾ ਚਿੱਟਾ ਫੋਟੋਆਂ ਤਾਂ ਮੇਰੇ ਨਾਲ ਕੋਈ ਕਰਾ ਲਵੇ, ਕੱਲ ਨੂੰ ਕੋਈ ਫੜਿਆ ਜਾਵੇ ਤਾਂ ਮੇਰੇ ਬਰਾਬਰ ਗੱਡੀ 'ਚ ਬਹਿ ਕੇ ਅੰਕਿਤ ਬੰਸਲ ਜੀ ਗੱਡੀ ਚਲਾ ਰਿਹਾ, ਨਾਲ ਬਰਾਬਰ ਬੈਠੇ ਅੰਕਿਤ ਬੰਸਲ ਦਾ ਪਤਾ ਹੀ ਨਹੀਂ ਵੀ ਇਹ ਕੌਣ ਹੈ ਕੌਣ ਨਹੀਂ, ਜਿਵੇਂ ਕੋਈ ਬੁਲਾ ਰਿਹਾ, ਹਾਂਜੀ ਭਾਜੀ ਬੜਾ ਬੰਦਾ ਦੇਖ ਕੇ ਅੱਛਾ ਨਾਲ ਬਹਿ ਕੇ ਚਲੇ ਗਏ, ਉਹਨਾਂ ਨੂੰ ਪਤਾ ਹੀ ਨਹੀਂ ਕਿ ਮੈਂ ਕਿਹਦੇ ਨਾਲ ਜਾ ਰਿਹਾ। ਰਾਣਾ ਸਰਪੰਚ ਆਏ, ਐਡੀ ਵਧੀਆ ਸ਼ਖਸੀਅਤ ਅੰਕਿਤ ਬੰਸਲ ਜੀ ਸਤਿਕਾਰਯੋਗ ਨੇ, ਉਹ ਨਾਲ ਜਾਂਦੇ, ਉਹਨਾਂ ਨੂੰ ਪਤਾ ਹੀ ਨਹੀਂ। ਨਹੀਂ ਰਾਣੋ ਸਰਪੰਚ ਅਗਲਾ ਸਰਪੰਚ ਆ ਜੀ, ਉਹਨੂੰ ਇਹ ਤਾਂ ਨਹੀਂ ਪਤਾ ਵੀ ਬੈਗ ਲਿਸਟ ਦੀ ਆਪਾਂ ਕਰਾਂਗੇ। ਤੇ ਫਿਰ ਚਿੱਟਾ ਵਿਕਦਾ ਤਾਂ ਪਿਆ ਸੀ ਨਾ। ਨਹੀਂ ਅੱਜ ਫੜਿਆ ਨਹੀਂ ਐਸਟੀਐਫ ਨੇ। ਅੱਛਾ ਇੱਕ ਸਰਪੰਚ ਹੋਵੇ, ਹਾਂਜੀ, ਇੱਕ ਸਾਡੇ ਮਹੱਲਿਆਂ ਦੇ ਸਰਪੰਚ ਨੇ, ਪਿੰਡਾਂ ਦੇ ਸਰਪੰਚ ਨੇ, ਗਿੱਲ ਪਿੰਡ ਦੇ ਵੀ ਸਰਪੰਚ ਆ, ਉਹਨੂੰ ਸਰਕਾਰ ਨੇ ਜਿਪਸੀਆਂ, ਕਿਹੜੀ ਸਰਕਾਰ ਨੇ ਦਿੱਤੀਆਂ? ਕਿਹੜੀ ਜਿਪਸੀ ਦਿੱਤੀ ਉਹਨੂੰ? ਮੂਰੇ ਹੁੱਟਰ ਵਾਲੀਆਂ ਗੱਡੀਆਂ ਕਿਹਨੇ ਦਿੱਤੀਆਂ? ਕਿਹਨੂੰ? ਉਹ ਤਾਂ ਜਿਹੜਾ ਵੀ ਕੋਈ ਦੋਸ਼ੀ ਆ ਉਹਦੇ ਖਿਲਾਫ ਕਾਰਵਾਈ ਹੋਏਗੀ। ਸਰ ਸਰਕਾਰ ਨੇ ਦਿੱਤੀਆਂ, ਕਾਂਗਰਸ ਸਰਕਾਰ ਨੇ ਦਿੱਤੀਆਂ। ਨਹੀਂ ਕਾਂਗਰਸ ਸਰਕਾਰ ਨੇ। ਚਲੋ ਬੀਜੇਪੀ ਮੰਨ ਲਓ ਅਕਾਲੀ ਦਲ ਨੇ ਦਿੱਤੀਆਂ, ਮੰਨ ਲਓ ਬਾਦਲਾਂ ਨੇ ਦਿੱਤੀਆਂ, ਪਹਿਲੀ ਸਰਕਾਰ ਦਿੱਤੀ ਉਹਨੇ, ਪਹਿਲਾਂ ਸਰਕਾਰ ਨੇ ਦਿੱਤੀਆਂ। ਉਸ ਤੋਂ ਬਾਅਦ ਇਹ ਨਹੀਂ ਪਤਾ ਲੱਗਦਾ, ਜਦੋਂ ਕਾਂਗਰਸ ਸਰਕਾਰ ਆਉਂਦੀ ਉਹਨੂੰ ਵੀ ਤਾਂ ਪਤਾ ਹੋਊਗਾ ਨਾ ਕਿ ਐਡਾ ਵੱਡਾ ਕੀ ਸ਼ਖਸੀਅਤ ਹੈ ਜਿਹਨੂੰ ਐਡੀ ਵੱਡੀ ਦਿੱਤੀਆਂ ਹੋਈਆਂ ਜਿਪਸੀਆਂ ਦਿੱਤੀਆਂ, ਸਿਕਿਉਰਿਟੀ ਦਿੱਤੀ ਹੋਈ ਆ। ਤੁਹਾਨੂੰ ਖਤਰਾ ਜਾਣਦਾ, ਤੁਹਾਨੂੰ ਦਿੱਤੀਆਂ ਹੋਈਆਂ ਨੇ, ਉਹ ਬੰਦੇ ਦਾ ਕੋਈ ਖਤਰਾ ਨਹੀਂ ਸੀ। ਨਹੀਂ ਮੈਂ ਤਾਂ ਡਰਦਾ ਹੀ ਨਹੀਂ, ਮੈਨੂੰ ਤਾਂ ਸਰਕਾਰ ਨੇ ਲੈ ਮੈਂ ਕਿਹਾ ਕੋਈ ਗੱਲ ਨਹੀਂ, ਮੈਨੂੰ ਮੈਂ ਤਾਂ ਕਹਿਣਾ ਵਿੱਚ ਬੱਚੋ ਮੇਰੀ ਜਾ ਕੇ ਗੱਲ ਚਿੱਟੇ ਦੀ ਚੱਲਦੀ ਸੀ। ਚਿੱਟਾ ਵੇਚਦੇ ਨੇ ਜਿਹੜੇ, ਉਹਨਾਂ ਨੂੰ ਸਿਕਿਉਰਿਟੀਆਂ ਦਿੱਤੀਆਂ ਜਾਂਦੀਆਂ ਨੇ। ਹਜੇ ਤੁਸੀਂ ਨਹੀਂ, ਕਾਂਗਰਸ ਸਰਕਾਰ ਬਿਲਕੁਲ ਕੋਈ ਵੀ ਗਲਤ ਕੰਮ ਨਹੀਂ ਕਰਦੀ, ਜਿਹੜਾ ਗਲਤ ਕਰਦਾ ਉਹਨੂੰ ਅੰਦਰ ਦਿੱਤਾ ਜਾਂਦਾ ਵਾ। ਇਹ ਤਾਂ ਉਹ ਗੱਲ ਹੋ ਗਈ ਨਾ ਜੀ ਕਿ ਕਿਤੇ ਮੈਂ ਕਾਂਗਰਸ ਦੀ ਗੱਲ ਨਹੀਂ ਪਿੱਠ ਨਹੀਂ ਬੋਲਦਾ, ਮੈਂ ਸਹੀ ਗੱਲ ਕਰਦਾ ਵਾਂ। ਮੈਂ ਉਹੀ ਦੱਸਣ ਲੱਗਿਆ ਨਾ ਕਿ ਜਿਹੜਾ ਰਾਜਾ ਸੀ ਇੱਕ ਦੇਸ਼ ਦਾ, ਹਾਂਜੀ, ਤੇ ਇੱਕ ਉਸ ਰਾਜੇ ਦਾ ਪੁਰੋਹਿਤ ਸੀਗਾ, ਉਹਨਾਂ ਦੋਨਾਂ ਨੇ ਸਲਾਹ ਬਣਾ ਲਈ ਸੀ ਕਿ ਤੂੰ, ਪੁਰੋਹਿਤ ਨੇ ਕਿਹਾ ਕਿ ਤੂੰ ਮੈਨੂੰ, ਪੰਡਤ ਨੇ ਕਿਹਾ ਕਿ ਰਾਜਾ ਸਾਹਿਬ ਤੁਸੀਂ ਸਾਰਿਆਂ ਸਾਹਮਣੇ ਮੈਨੂੰ ਮੱਥਾ ਟੇਕ ਦਿਓ, ਲੋਕੀ ਕਹਿਣਗੇ ਪੰਡਤ ਬਹੁਤ ਚੜ੍ਹਦੀ ਕਲਾ ਵਾਲਾ ਵਾ, ਬਹੁਤ ਪਹੁੰਚਿਆ ਹੋਇਆ ਵਾ, ਤੇ ਮੈਂ ਤੁਹਾਡੀ ਜੈ ਜੈਕਾਰ ਕਰ ਦੂੰਗਾ, ਤੇ ਲੋਕੀ ਕਹਿਣਗੇ ਰਾਜਾ ਵੀ ਬਹੁਤ ਵਧੀਆ। ਅੱਜ ਉਹ ਕੁਛ ਹੋ ਰਿਹਾ, ਤੁਸੀਂ ਕੈਪਟਨ ਸਾਹਿਬ ਨੂੰ ਬਹੁਤ, ਸਰਕਾਰ ਨੂੰ ਬਹੁਤ ਵਧੀਆ ਕਹੀ ਜਾਂਦੇ ਹੋ, ਉਹ ਤੁਹਾਨੂੰ ਕਹੀ ਜਾਂਦੇ ਨੇ ਕਿ ਹਾਂ ਜਿਹੜੇ। ਇੱਕ ਮਿੰਟ ਹੋਰ ਗੱਲ ਤੁਹਾਨੂੰ ਮੈਂ ਕਹਿਣਾ ਚਾਹੁੰਦਾ, ਮੇਰੇ ਦਿਮਾਗ 'ਚ ਆਈ ਆ, ਅਕਾਲੀ ਭਾਜਪਾ ਸਰਕਾਰ ਨੇ ਕੀ ਕੀਤਾ ਦੱਸੋ ਜੀ? ਅੱਜ ਇਹ ਵੱਖਰੇ ਹੋਏ ਫਿਰਦੇ ਆ, ਅੱਜ ਇਹ ਨਿੰਦਦੇ ਪਏ ਇੱਕ ਦੂਜੇ ਨੂੰ। ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 17 ਅਕਤੂਬਰ 2016 ਨੂੰ ਲੁਧਿਆਣੇ ਆਉਣਾ ਸੀ, ਉਹਨਾਂ ਨੇ 16 ਅਕਤੂਬਰ ਨੂੰ ਮੈਂ ਪ੍ਰੋਟੈਸਟ ਕੀਤਾ। ਮੈਨੂੰ ਅਕਾਲੀ ਭਾਜਪਾ ਸਰਕਾਰ ਨੇ ਉਸ ਸਮੇਂ ਦੇ ਨੇ ਘਰੇ ਮੇਰੇ ਇਸੇ, ਜਿੱਥੇ ਆਪਾਂ ਬੈਠੇ ਇਸੇ ਘਰੇ ਆਈ ਪੁਲਿਸ ਲੈਣ, ਐ ਲੈਣੇ ਜਿਵੇਂ ਅੱਤਵਾਦੀ ਹੁੰਦਾ ਬਹੁਤ ਵੱਡਾ ਮੈਂ। ਤੇ ਜਦੋਂ ਤੁਸੀਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਉਹ ਕਰੋਗੇ ਤਾਂ ਬਚਾਉਣਾ ਤਾਂ ਹੈਗਾ ਨਾ, ਜਦ ਕਿ ਮੇਰਾ ਬੇਟਾ ਵੀ ਮੇਰੇ ਨਾਲ ਸੀ, ਪੌਣੇ 18 ਸਾਲ ਦੀ ਉਸ ਟਾਈਮ ਉਮਰ ਸੀ ਉਹਦੀ, ਜੇਲ੍ਹ ਭੇਜਿਆ, ਥਾਲੀ ਟੌਰਚਰ ਚਲਾਈ ਚੱਲਿਆ। ਅੱਜ ਜਦੋਂ ਮੈਂ ਕਹਿੰਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਗਲਤ ਬੰਦਾ, ਉਦੋਂ ਮੇਰੀ ਕਹਿੰਦੇ ਮੰਨੀ ਨਹੀਂ। ਅੱਜ ਸਾਰਾ ਸੰਸਾਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਬੈਠਾ। ਤੁਸੀਂ ਤਾਂ ਮਾੜਾ ਵੀ ਕਿਹਾ, ਤੁਸੀਂ ਚੰਗਾ ਵੀ ਵਿੱਚ ਬਹੁਤ ਕਿਹਾ ਸੀ। ਨਹੀਂ ਚੰਗਾ ਇਹ ਕਿਹਾ ਵੀ ਦੋ ਗੱਲਾਂ ਕੀਤੀਆਂ। ਇੱਕ ਭਗਵਾਨ ਸ਼੍ਰੀ ਰਾਮ ਚੰਦਰ ਜੀ ਮੰਦਿਰ ਬਣਾਉਣ ਦੀ ਗੱਲ ਕੀਤੀ ਆ, ਇੱਕ ਜਿਹੜੇ ਖਾਲਿਸਤਾਨੀ ਗੁਰਪਤਵੰਤ ਪੰਨੂ ਆ ਜਾਂ ਪੰਮਾ ਵਾ ਨਿੱਜਰ ਆ, ਇਹਨਾਂ ਲੋਕਾਂ ਨੇ ਪਾਬੰਦੀ ਲਾਈ ਆ, ਸਖਤੀ ਨਾਲ ਪਾਬੰਦੀ ਲਾਈ ਆ। ਤੁਹਾਨੂੰ ਇੱਕ ਗੱਲ ਦਾ ਮੈਨੂੰ ਜਵਾਬ ਦਿਓਗੇ? ਤੁਸੀਂ ਕਹਿੰਦੇ ਜੀ ਰਾਮ ਮੰਦਿਰ ਦਾ ਬਹੁਤ ਵਧੀਆ ਉਹਨਾਂ ਨੇ ਕੰਮ ਕਰਤਾ, ਰਾਮ ਮੰਦਿਰ ਦਾ ਸੁਪਰੀਮ ਕੋਰਟ ਦਾ ਫੈਸਲਾ ਸੀ, ਪ੍ਰਧਾਨ ਮੰਤਰੀ ਉਹਦੇ ਵਿੱਚ ਕੋਈ ਦੇਣ ਨਹੀਂ ਸੀਗੀ, ਉਹ ਸੁਪਰੀਮ ਕੋਰਟ ਦਾ ਫੈਸਲਾ ਸੀਗਾ। ਨੰਬਰ 2 ਦੇ ਉੱਤੇ ਉੱਥੇ ਭੂਮੀ ਪੂਜਨ ਕੀਤਾ ਜਾਣਾ। ਤੁਸੀਂ ਸਿੱਖਾਂ ਦੇ ਘਰੇ ਪੈਦਾ ਹੋਏ ਹੋ, ਸਿੱਖ ਧਰਮ ਨੂੰ ਮੰਨਦੇ ਹੋ, ਉੱਥੇ ਕੀ ਗੱਲ, ਉਹ ਰਾਮ ਮੰਦਿਰ ਦੇ ਵਿੱਚ ਜਦੋਂ ਪੂਜਨ ਹੁੰਦਾ ਵਾ, ਚਲੋ ਅਸੀਂ ਮੰਨਦੇ ਹਾਂ ਕਿ ਉਹ ਹਿੰਦੂਆਂ ਦਾ ਧਰਮ ਦਾ ਮਸਲਾ ਵਾ, ਉੱਥੇ ਭੂਮੀ ਪੂਜਨ ਹੋ ਗਿਆ। ਜਦੋਂ ਅੱਜ ਸੰਸਦ ਭਵਨ ਦਾ ਭੂਮੀ ਪੂਜਨ ਕੀਤਾ ਜਾਂਦਾ, ਇਕੱਲੇ ਇੱਕ ਧਰਮ ਦੀ ਪੂਜਾ ਕਿਉਂ ਕੀਤੀ ਜਾਂਦੀ ਆ? ਉੱਥੇ ਤੁਸੀਂ ਕਿਉਂ ਨਹੀਂ ਬੋਲੇ? ਨਹੀਂ, ਉੱਥੇ ਸਾਰੇ ਧਰਮਾਂ ਨੂੰ ਸਤਿਕਾਰ ਹੋਣਾ ਚਾਹੀਦਾ। ਫਿਰ ਉਦੋਂ ਕਿਉਂ ਨਹੀਂ ਤੁਸੀਂ? ਮੈਂ ਕਿਹੜਾ ਐਮਪੀ ਆ, ਮੈਂ ਬੋਲੂੰਗਾ। ਫਿਰ ਤੁਸੀਂ ਜਿਹੜੇ ਖਾਲਿਸਤਾਨੀ ਨੇ ਜਾਂ ਕੋਈ ਹੋਰ ਆ, ਤੁਸੀਂ ਉਹਨਾਂ ਲਈ ਵੀ ਕਿਉਂ ਬੋਲਦੇ? ਤੁਸੀਂ ਕਿਹੜਾ ਐਮਐਲਏ ਐਮਪੀ ਹੋ? ਨਹੀਂ, ਇਹ ਤਾਂ ਉਹ ਦੇਸ਼ ਹਿੱਤ ਦੀ ਗੱਲ ਆ ਗਈ, ਇਹ ਦੇਸ਼ ਦੀ ਐਮਪੀ ਬੋਲਣਾ ਚਾਹੀਦਾ। ਉਹ ਦੇਸ਼ ਦੀ ਹਿੱਤ ਦੀ ਗੱਲ ਨਹੀਂ, ਸਿੱਖ ਉਹ ਐਮਪੀ ਐਮਐਲਏ ਦੀ ਗੱਲ ਆ। ਕੱਲਾ ਹਿੰਦੂ ਧਰਮ ਦੇ ਉੱਤੇ ਉੱਥੇ ਅਸੀਂ ਕਹਿੰਦੇ ਉੱਥੇ ਕੱਲੀ ਪੂਜਾ ਹੁੰਦੀ ਆ,
ਅਸੀਂ ਕਹਿੰਦੇ ਨੇ ਉੱਥੇ ਪਾਠ ਵੀ ਹੋਣਾ ਚਾਹੀਦਾ ਸੀ, ਹਾਂ ਉੱਥੇ ਈਸਾਈਆਂ ਦੇ ਸਾਰੇ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਸੀ। ਫਿਰ ਕਿਉਂ ਨਹੀਂ ਬੋਲਦੇ? ਮੰਦਿਰ ਦੇ ਪੁਜਾਰੀ ਵੀ ਹੋਣੇ ਚਾਹੀਦੇ ਸੀ, ਬਾਈਬਲ ਜੀ ਵੀ ਹੋਣੀ ਚਾਹੀਦੀ ਸੀ, ਹੋਣੀ ਚਾਹੀਦੀ ਸੀ ਨਾ, ਸਾਰੇ ਹੋਣੇ ਚਾਹੀਦੇ ਸੀ। ਕਿਉਂ ਨਹੀਂ? ਇਹ ਨਾ ਪੱਲਾ ਝਾੜੋ ਕਿ ਮੈਂ ਐਮਐਲਏ ਐਮਪੀ ਨਹੀਂ ਹੈਗਾ, ਜਦੋਂ ਹੋਰ ਮੁੱਦਿਆਂ ਤੇ ਬੋਲਦੇ ਉਦੋਂ ਕਿਹੜਾ ਤੁਸੀਂ ਐਮਐਲਏ ਐਮਪੀ ਹੁੰਦੇ ਹੋ? ਉਹ ਦੇਸ਼ ਹਿੱਤ ਲਈ ਖੜੇ ਆਪਾਂ। ਇਹ ਕੀ ਆ? ਇਹ ਵੀ ਦੇਸ਼ ਹਿੱਤ ਲਈ। ਹੁਣ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੀ ਅਗਵਾਈ ਆ, ਡਿਕਟੇਟਰਸ਼ਿਪ ਆ ਉਹਦੀ, ਹੁਣ ਆਪਾਂ ਕੀ ਕਰ ਸਕਦੇ ਹੋ ਜੀ? ਡਿਕਟੇਟਰਸ਼ਿਪ ਆ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਪੂਜਨ ਹੁੰਦਾ ਵਾ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਨਹੀਂ ਬੁਲਾਇਆ ਜਾਂਦਾ, ਇਹ ਵੀ ਬੜੀ ਮਾੜੀ ਗੱਲ ਆ, ਇਹ ਵੀ ਬਹੁਤ ਮਾੜੀ ਗੱਲ ਆ, ਕਿਉਂਕਿ ਰਾਸ਼ਟਰਪਤੀ ਆ, ਇਹ ਦਲਿਤ ਆ, ਸਾਡੇ ਦਲਿਤ ਆਗੂ ਨੇ। ਆਹੀ ਆ ਨਾ ਜੀ, ਇੱਕ ਮੰਦਿਰ ਦੇ ਵਿੱਚ ਪੂਜਾ ਕਰਨ ਜਾਂਦੇ ਆ, ਉਹਨਾਂ ਨੂੰ ਅੰਦਰ ਨਹੀਂ ਵਾੜਿਆ ਜਾਂਦਾ ਦਲਿਤ ਹੋਣ ਕਰਕੇ, ਉਦੋਂ ਤੁਸੀਂ ਕਿਉਂ ਨਹੀਂ? ਅੱਛਾ ਇੱਕ ਗੱਲ ਹੋਰ ਆ, ਕੱਲ ਇੱਕ ਅਖਬਾਰ ਦੇ ਵਿੱਚ ਖਬਰ ਛਪੀ ਆ, ਦਲਿਤ ਦੀ ਗੱਲ ਕਰ ਰਿਹਾ ਮੈਂ ਹੁਣ, ਦਲਿਤ ਭਰਾਵਾਂ ਦੇ ਨਾਮ ਪਹਿਲਾਂ ਵੀ ਖੜਾ ਸੀ, ਅੱਜ ਵੀ ਖੜਾ ਵਾਂ। ਜਿਹੜਾ ਦਿੱਲੀ ਵਿੱਚ ਮੰਦਿਰ ਤੋੜਿਆ ਸੀ, ਮੈਂ ਵੀ ਪਹਿਲਾਂ ਬੋਲਿਆ ਵੀ ਇਹ ਬਹੁਤ ਗਲਤ ਕੀਤਾ ਗਿਆ, ਮੰਦਿਰ ਉੱਥੇ ਹੀ ਰਹਿਣਾ ਚਾਹੀਦਾ ਸੀਗਾ। ਇੱਕ ਅੱਜ ਖਬਰ ਲੱਗੀ ਆ, ਕੋਈ ਲੜਕੀ ਦਾ ਪੱਟੀ ਤੋਂ ਖਬਰ ਲੱਗੀ ਆ ਤੁਹਾਡੇ ਕਿਸੇ ਨਿੱਜੀ ਅਖਬਾਰ ਵਿੱਚ, ਉੱਥੇ ਕੋਈ ਸਤਿਕਾਰ ਕਮੇਟੀ ਵਾਲਿਆਂ ਨੇ ਪੰਗਾ ਖੜਾ ਕਰਤਾ ਜੀ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਦਲਿਤ ਪਰਿਵਾਰ ਦੇ ਘਰੇ ਨਹੀਂ ਜਾਣਗੇ, ਨਾ ਜਿਹੜਾ ਬੇਟੀ ਦਾ ਵਿਆਹ ਕਰਨਾ ਸੀ ਉਹ ਲੈਣਗੇ, ਉਹਨਾਂ ਨੇ ਰੋਕ ਲਿਆ ਜੀ, ਕਹਿੰਦੇ ਦਲਿਤ ਘਰੇ ਜਾਣਾ ਅਸੀਂ ਨਹੀਂ ਜਾਣਦਾ। ਇਹ ਕੀ ਮਤਲਬ ਹੈ? ਸਤਿਕਾਰ ਕਮੇਟੀ ਵਾਲੇ ਕਹਿੰਦੇ ਪਏ। ਆਖਰ ਦੇ ਵਿੱਚ ਤੁਹਾਨੂੰ ਪੁੱਛਾਂ ਕਿ ਜਦੋਂ ਮਹਿੰਗਾਈ ਕਾਂਗਰਸ ਕਰਦੀ ਸੀ, ਉਦੋਂ ਬੀਜੇਪੀ ਦੇ ਛੋਟੇ ਦੇ ਵਰਕਰ ਤੋਂ ਲੈ ਕੇ ਸਮਿਤਰੀ ਰਾਣੀ ਵਰਗੀ ਟੱਪੀ ਫਿਰਦੀ ਸਿਲੰਡਰ ਲੈ ਕੇ ਆਉਂਦੀ ਸੀ। ਹਾਂ, ਅੱਜ ਓਪੋਜੀਸ਼ਨ ਚੁੱਪ ਕਿਉਂ ਆ? ਅੱਜ ਤੁਹਾਡੇ ਮੰਤਰੀ ਕਿਉਂ ਘਰਾਂ 'ਚ ਬੈਠੇ ਨੇ? ਅੱਜ ਤੁਹਾਡਾ ਓਪੋਜੀਸ਼ਨ ਕਿਉਂ ਨਹੀਂ ਸੜਕਾਂ ਤੇ ਉਤਰ ਰਿਹਾ? ਕੀ ਗੱਲ ਸਰਕਾਰ ਦਾ ਪ੍ਰੈਸ਼ਰ ਆ ਕਿ ਡਰੇ ਹੋਏ ਹੋ? ਨਹੀਂ, ਕੋਈ ਡਰਿਆ ਨਹੀਂ। ਮੈਂ ਜੰਮੂ ਜਾ ਕੇ ਪ੍ਰੋਟੈਸਟ ਕਰਕੇ ਆਇਆ ਕਿਸਾਨਾਂ ਦੇ। ਤੁਸੀਂ ਫਿਰ ਇਕੱਲੇ ਕਿਉਂ? ਨਹੀਂ ਇਕੱਲੇ ਨਹੀਂ, ਜਿਹੜੀ ਮੇਰੀ ਸੋਚ ਆ, ਮੈਂ ਤਾਂ ਪਹਿਲਾਂ ਇਹ ਗੱਲ ਸੁਣੋ, ਮੈਂ ਕੱਲ ਵੀ ਗੱਲ ਕਰਦਾ ਸੀ ਵੀ ਸਾਡੀ ਸਰਕਾਰ ਦੁਬਾਰਾ 2022 ਚ ਆਊਗੀ, ਦੁਬਾਰਾ 10-10 ਪਿੰਡ ਜਿਹੜੇ ਕਾਂਗਰਸ ਦੇ ਐਮਐਲਏ ਐਮਪੀ ਛੱਡ ਦਿਓ, ਬਾਹਰ ਕਰ ਦਿਓ, ਉਹਨਾਂ ਨੂੰ ਫ੍ਰੀ ਕਰ ਦਿਓ, ਉਹਨਾਂ ਕੋਲ ਤੁਸੀਂ ਵੋਟਾਂ ਲੈਣ ਆਇਓ ਵੀ 10-10 ਪਿੰਡਾਂ 'ਚ ਮੋਹਰ ਸੰਭਾਲ ਦਿਓ, ਜਿਹੜੇ ਆਗੂ ਨੇ ਜਿਹੜੇ ਕਹਿੰਦੇ ਅਸੀਂ ਵੋਟਾਂ ਪਾਵਾਂਗੇ, ਲੋਕਾਂ ਦੇ ਕੰਮ ਸਾਰੇ ਛੂਟ ਕਰ ਦਿਓ। ਹੁਣ ਤੋਂ 9-10 ਮਹੀਨੇ ਰਹਿ ਗਏ ਨੇ, ਕਿਉਂਕਿ ਕੋਈ ਦਿੱਕਤ ਹੀ ਨਾ ਆਵੇ ਕਿਸੇ ਨੂੰ। ਅੱਜ ਤਾਂ ਮਸਲਾ ਤਾਂ ਅੱਜ ਤਾਂ ਨਾ ਜੀ 750 ਦਾ ਸਿਲੰਡਰ ਹੋ ਗਿਆ, 100 ਰੁਪਏ ਨੂੰ ਪੈਟਰੋਲ ਬਹੁਤ ਜ਼ਿਆਦਾ ਮਾੜਾ ਕੀਤਾ ਹੋਇਆ। ਕਿਉਂ ਨਹੀਂ ਕਾਂਗਰਸ ਨਹੀਂ ਸੜਕਾਂ ਤੇ ਆ ਰਹੀ ਜੀ? ਕੱਲ ਜੰਮੂ 'ਚ ਹੋਇਆ, ਸਾਰੇ ਪਾਸੇ ਲੋਕ ਕਰ ਰਹੇ ਪ੍ਰੋਟੈਸਟ, ਆਲ ਇੰਡੀਆ 'ਚ ਪ੍ਰੋਟੈਸਟ ਹੋ ਰਿਹਾ, ਰਾਹੁਲ ਗਾਂਧੀ ਜੀ ਕਰ ਰਹੇ ਆ। ਪੱਤਰਕਾਰ ਆ, ਇੰਨਾ ਤਾਂ ਸਾਨੂੰ ਪਤਾ ਹੁੰਦਾ, ਨਹੀਂ ਪਤਾ ਹੀ ਲੱਗਦਾ ਕਿੱਡੇ ਵੱਡੇ ਲੈਵਲ ਦੇ ਉੱਤੇ ਸੜਕਾਂ ਤੇ ਆ ਜਾਂਦੇ ਸੀ, ਜਦ ਹੀ ਸਿਲੰਡਰ ਚੱਕ ਕੇ ਮੋਢਿਆਂ ਤੇ ਆ ਜਾਂਦੇ ਸੀ। ਅੱਜ ਓਪੋਜੀਸ਼ਨ ਚੁੱਪ ਆ, ਤਾਂ ਸਰਕਾਰ ਨੂੰ ਇੰਨਾ ਮੌਕਾ ਮਿਲਿਆ ਹੋਇਆ। ਭਾਜੀ ਆਪਾਂ ਤਾਂ ਇੱਕ ਗੱਲ ਕਰਦੇ ਹਾਂ, 2016 'ਚ ਆਪਾਂ ਪ੍ਰੋਟੈਸਟ ਕੀਤਾ, ਉਹਦੇ ਪਰਿਵਾਰ ਨੂੰ ਜੇਲ੍ਹ ਵੀ ਲੈ ਕੇ ਗਿਆ। ਆਪਾਂ ਤਾਂ ਸ਼ੁਰੂ ਤੇ ਕਹਿੰਦੇ ਬੰਦਾ ਮਾੜਾ ਪ੍ਰਧਾਨ ਮੰਤਰੀ, ਬੀਜੇਪੀ ਨਹੀਂ ਮੈਂ ਕਹੂੰਗਾ ਮਾੜਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮਾੜੇ ਸੀਗੇ। ਉਹ ਨਾ ਕਿਸੇ ਦਾ ਨਹੀਂ, ਨਾ ਦਲਿਤਾਂ ਦੇ ਆ ਨਾ ਉਹ ਸਿੱਖਾਂ ਦੇ ਆ, ਕਿਸੇ ਨਾਲ ਨਹੀਂ, ਉਹ ਹਰ ਨਾਲ ਬਿਲਕਾ ਕਰਦੇ ਆ। ਤੁਹਾਨੂੰ ਆਖਰ ਦੇ ਵਿੱਚ ਇਹੀ ਪੁੱਛਿਆ ਸੀ ਕਿ ਅੱਜ ਆਪੋਜੀਸ਼ਨ ਆਪਦੀ ਭੂਮਿਕਾ ਨਹੀਂ ਨਿਭਾ ਰਹੀ। ਪੰਜਾਬ ਸਰਕਾਰ ਦੱਸੋ ਬਹੁਤ ਵਧੀਆ। ਸੁਨੀਲ ਜਾਖੜ ਜੀ ਨੇ ਪ੍ਰੋਟੈਸਟ ਕੀਤੇ, ਕਿੰਨੀ ਵਾਰ ਕਰ ਰਹੇ ਸੁਨੀਲ ਜਾਖੜ ਜੀ? ਕਿਹੜੇ ਐਮਐਲਏ ਐਮਪੀ ਅੱਜ ਵਰਕਰਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਆ? ਰੋਸ ਪ੍ਰਦਰਸ਼ਨ ਆ, ਕਿਉਂਕਿ ਫਰਕ ਆਮ ਜਨਤਾ ਨੂੰ ਪੈ ਰਿਹਾ, ਗਲਾ ਆਮ ਜਨਤਾ ਦਾ ਕੁੱਟਿਆ ਜਾ ਰਿਹਾ। ਇਹ ਤਾਂ ਬਹੁਤ ਨਿੰਦਣਯੋਗ ਕੰਮ ਆ ਨਾ, ਜਿਹੜਾ ਮਹਿੰਗਾਈ ਆ ਨਿੰਦਣਯੋਗ ਹੈ। ਨਿੰਦਣਯੋਗ ਇਕੱਲੇ ਸੋਸ਼ਲ ਮੀਡੀਆ ਤੇ ਬਹਿ ਕੇ ਜਾਂ ਚੈਨਲਾਂ ਤੇ ਬਹਿ ਕੇ ਨਾ ਕਹੋ, ਸੜਕਾਂ ਤੇ ਉਤਰੋ ਤਾਂ ਕਿ ਲੋਕ ਤੁਹਾਡੀ ਸਪੋਰਟ ਚ ਆਉਣਗੇ ਵੀ ਹਾਂ ਯਾਰ ਕਾਂਗਰਸ ਨੇ ਸੜਕਾਂ ਤੇ ਆਈ ਆ, ਚੰਗਾ ਕੀਤਾ ਵਾ। ਨਹੀਂ, ਕੈਪਟਨ ਅਮਰਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਆ, ਜਾਖੜ ਸਾਹਿਬ ਵੀ ਜਿਹੜੇ ਕੰਮ ਕਰ ਰਹੇ ਆ, ਜਿੰਨੇ ਜੋਗੇ ਹਰ ਬੰਦਾ ਕਾਂਗਰਸੀ ਜਿਹੜਾ ਉਹ ਆਪਦਾ ਗਲੀ ਮਹੱਲੇ ਪ੍ਰੋਟੈਸਟ ਕਰਦਾ ਵਾ, ਚਾਹੇ ਉਹ ਅਖਬਾਰਾਂ 'ਚ ਇਸ ਕਰ ਲੈਂਦਾ। ਅਖਬਾਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਈ ਕਈ ਵਾਰ ਲੋੜ ਪੈ ਜਾਂਦੀ ਅਖਬਾਰ ਵਾਲਿਆਂ ਨੂੰ ਵੀ, ਅਖਬਾਰ ਵੀ ਚਲਾਉਣਾ ਸੌਖਾ ਨਹੀਂ ਨਾ ਹੈਗਾ, ਕਦੇ ਸਾਲ ਬਾਅਦ ਐਡ, ਉਹ ਵਿਚਾਰੇ ਐਡ ਤੋਂ ਭੱਜ ਜਾਂਦੇ ਆ। ਨਹੀਂ, ਪ੍ਰਦਰਸ਼ਨ ਬਹੁਤ ਹੋ ਰਹੇ ਆ, ਪਬਲਿਕਲੀ ਹੋ ਰਹੇ ਆ। ਚਲੋ ਉਹਨਾਂ ਨੂੰ ਤਾਂ ਐਡ ਦੀ ਲੋੜ ਹੁੰਦੀ ਆ, ਮੇਰੇ ਵਰਗੇ ਬੰਦੇ ਨੇ ਤਾਂ ਕਦੇ ਐ ਨਹੀਂ ਕਿਹਾ ਵੀ ਜੀ ਮੈਨੂੰ ਉਹ ਦੇ ਦਿਓ, ਅਸੀਂ ਤਾਂ ਸਾਨੂੰ ਤਾਂ ਦਿਖੇ ਕਿਤੇ, ਪੰਜਾਬ 'ਚ ਦਿਖੇ ਕਿਤੇ ਨਹੀਂ ਦਿਖਦਾ ਸਰ ਸੜਕਾਂ ਤੇ। ਕੋਈ ਨਹੀਂ, ਅੱਜ ਤੋਂ ਬਾਅਦ ਮੈਂ ਚਾਲੂ ਸਾਰੇ ਗਲੀ ਮਹੱਲੇ 'ਚ ਸਾਰੇ ਪੰਜਾਬ ਚਾਲੂ ਕਰਾ ਦੂੰਗਾ ਪ੍ਰਦਰਸ਼ਨ, ਹਰ ਵਾਰਡ ਮਹੱਲੇ ਹਰ ਗਲੀ ਪਿੰਡਾਂ 'ਚ ਕਰਾਉਂਗਾ ਜਾ ਕੇ। ਚੰਗੀ ਗੱਲ, ਮੈਂ ਕਰਾਉਂਗਾ ਜਾ ਕੇ, ਤੁਸੀਂ ਬਾਹਰ ਆਓਗੇ, ਕਿਉਂਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰਨ ਵਾਲਾ ਨਹੀਂ ਹੈਗਾ, ਚਾਹੀਦਾ ਵੀ ਨਹੀਂ। ਡਰ ਕਿਉਂ ਆ? ਅਸੀਂ ਜੇ ਤੁਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਹ ਗੱਲ ਕਿ ਸੰਵਿਧਾਨ ਦੇ ਅੰਡਰ ਰਹਿ ਕੇ ਕੰਮ ਕਰਨਾ, ਫਿਰ ਡਰਨਾ ਕਿਉਂ? ਦੇਖੋ ਸ਼ਿਵ ਸੈਨਾ ਵਾਲੇ ਵੀ ਮੇਰੇ ਭਰਾ ਨੇ ਨਿੱਜੀ ਤੌਰ ਤੇ, ਅਸੀਂ ਉਹਨਾਂ ਨਾਲ ਖੜੇ ਆ, ਉਹ ਸਾਡੇ ਨਾਲ ਖੜਦੇ ਆ। ਉਹਨਾਂ ਨੂੰ ਮੈਂ ਇੱਕ ਬੇਨਤੀ ਕੀਤੀ ਸੀ ਸ਼ਿਵ ਸੈਨਾ ਨੂੰ, ਜਿਹੜੇ ਪ੍ਰਧਾਨ ਮੰਤਰੀ ਦਾ ਸਪੋਰਟ ਕਰਦੇ ਆ, ਬਈ ਰੱਬ ਦਾ ਵਾਸਤਾ ਤੁਸੀਂ ਹੁਣ ਪੈਟਰੋਲ ਤੇ ਬੋਲਦੇ ਹੋ, ਪੈਟਰੋਲ ਡੀਜ਼ਲ ਤੇ ਬੋਲਦੇ ਹੋ, ਤੇ ਫਿਰ ਗੈਸ ਸਿਲੰਡਰ ਤੇ ਬੋਲਦੇ ਹੋ। ਨਹੀਂ ਫਿਰ ਕੀ ਹੋ ਗਿਆ ਜੇ ਉਹ ਸਪੋਰਟ ਕਰਦੇ ਆ? ਤੁਸੀਂ ਕੈਪਟਨ ਸਾਹਿਬ ਦੀ ਕਰਦੇ ਹੋ, ਮਨਮੋਹਨ ਸਿੰਘ ਦੀ ਕਰਦੇ ਹੋ। ਨਹੀਂ, ਮਹਿੰਗਾਈ ਦੇ ਮੁੱਦੇ ਤੇ, ਮਹਿੰਗਾਈ ਦੇ ਮੁੱਦੇ ਤੇ ਆਪਾਂ ਲੋਕਾਂ ਨਾਲ ਖੜਨਾ। ਮਹਿੰਗਾਈ ਦੇ ਮੁੱਦੇ ਤੇ ਤੁਹਾਡੀ ਓਪੋਜੀਸ਼ਨ ਕਿਹੜਾ ਬੋਲ ਰਹੀ ਹੈ ਜੀ? ਨਹੀਂ, ਜਿਹੜੇ ਪ੍ਰਧਾਨ ਮੰਤਰੀ ਅੱਜ ਪੰਜਾਬ 'ਚ ਰਹਿ ਕੇ ਬੋਲਦੇ ਪਏ ਨੇ ਹੱਕ 'ਚ ਅਡਾਨੀ ਮਾਨੀ ਦੇ, ਬਈ ਉਹਨੂੰ ਨਾ ਬੋਲੋ, ਸਾਡੇ ਪੰਜਾਬ ਜਿਹੜੀ ਇੰਡਸਟਰੀ ਆ ਉਹਨੂੰ ਚੁੱਕੋ, ਬੰਬੇ ਵਾਲੇ ਨੂੰ ਚੱਕੋ, ਏਵਨ ਸਾਈਕਲ ਨੂੰ ਚੱਕੋ, ਹੀਰੋ ਸਾਈਕਲ ਨੂੰ ਚੱਕੋ, ਉਸ ਵਾਲ ਨੂੰ ਚੱਕੋ, ਉਹਨਾਂ ਨੂੰ ਚੱਕੋ, ਨਾ ਕਿ ਦੂਜਿਆਂ ਨੂੰ। ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ, ਸਲਾਹ ਦਊਂਗਾ ਕਿ ਜਿਹੜਾ 2014 ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਇਹੀ ਬਿੱਲ ਲੈ ਕੇ ਆ ਰਹੀ ਸੀ, ਕਿਰਪਾ ਕਰਕੇ ਉਹਨੂੰ ਕਿਤੇ ਪ੍ਰੋਵਾਈਡ, ਮੈਂ ਜੇ ਹੋਇਆ ਸਕਿਆ ਮੈਂ ਤੁਹਾਨੂੰ ਕਰਵਾ ਦੂੰ, ਉਹਨੂੰ ਪੜ੍ਹਿਓ,
ਇਹੀ ਸਾਰਾ ਕੁਝ ਸੀਗਾ, ਇਹੀ ਕੁਛ ਨਹੀਂ ਕੰਡੀਸ਼ਨਾਂ ਸੀ, ਨਹੀਂ। ਇਹੀ ਆੜਤੀਆ ਖਤਮ ਕਰਨ ਦੀ ਗੱਲ ਸੀਗੀ। ਨਹੀਂ, ਕੋਈ ਨਹੀਂ ਸੀ। ਗੱਲ ਇਹ ਸੀ ਕਿ ਉਸ ਸਮੇਂ ਕਾਂਗਰਸ ਲੈ ਕੇ ਆ ਰਹੀ ਸੀ, ਅਮੈਂਡਮੈਂਟ ਹੋ ਸਕਦੀ ਸੀ। ਇੰਨਾ ਖਤਰਨਾਕ ਬਿੱਲ, ਜਿਹੜਾ ਖਤਰਨਾਕ ਬਿੱਲ ਮੈਂ ਕਹੂੰਗਾ। ਅਮੈਂਡਮੈਂਟਾਂ ਤਾਂ ਇਹ ਵੀ ਕਹਿੰਦੇ ਨੇ ਕਰਾ ਲਓ। ਨਹੀਂ ਮੈਂ ਹੁਣ ਕਿਉਂ ਕਰੋ, ਜੋ ਜੁੱਤੀਆਂ ਫਿਰੀਆਂ ਇਹਨਾਂ ਦੇ ਹੁਣ ਕਹਿੰਦੇ ਆ। ਪਹਿਲਾਂ ਕਿ ਸੁੱਤੇ ਪਏ ਸੀ ਇਹ। ਜੇ ਉਦੋਂ ਲਾਗੂ ਹੋ ਜਾਂਦਾ ਪੰਜਾਬ 'ਚ ਜਿਹੜੀ 2-3 ਸੀਟਾਂ ਆਈਆਂ ਨੇ, 4 ਆਈਆਂ ਤਾਂ ਨਹੀਂ ਕਿੰਨੀਆਂ, 5 ਆਈਆਂ ਨੇ ਆ ਹੁਣ ਕਮੇਟੀਆਂ 'ਚ। ਗਾਹਾਂ ਨੂੰ ਇਹਨਾਂ ਨੂੰ ਮੈਂ ਤੁਹਾਡੇ ਚੈਨਲ ਦੇ ਰਾਹੀਂ ਵਾਅਦਾ ਕਰਦਾ ਵਾਂ ਜੀ, ਪੰਜਾਬ ਵਿੱਚ 2022 ਜਿਹੜੀ ਇਲੈਕਸ਼ਨ ਆਊਗੀ ਉਹਦਾ 0 ਮਿਲੂਗੀ ਇਹਨਾਂ ਨੂੰ, ਬੀਜੇਪੀ ਨੂੰ। ਠੀਕ ਹੈ ਜੀ। ਚਲੋ ਹੋਣਾ ਵੀ ਚਾਹੀਦਾ, ਜਿਹੜਾ ਮਾੜਾ ਕੰਮ ਕਰੂਗਾ ਉਹ ਮਾੜਾ ਨਹੀਂ ਕਰੂਗਾ। ਸਾਡੇ ਜਿਹੜੇ ਸਾਨੂੰ 50 ਰੁਪਏ ਕਿਲੋ ਆਟਾ ਅਸੀਂ ਲੈਣ ਦੇ ਸਮਰੱਥ ਨਹੀਂ ਹੈਗੇ। ਜਿਹੜੇ ਸ਼ਿਵ ਸੈਨਾ ਦੇ ਦੋਸਤਾਂ ਦੀ ਤੁਸੀਂ ਗੱਲ ਕਰਦੇ ਹੋ, ਸਾਥੀਆਂ ਦੀ, ਉਹ ਕਹਿੰਦੇ ਅਸੀਂ 200 ਰੁਪਇਆ ਲੈ ਕੇ ਵੀ ਖਾ ਲੈਣਾ। ਨਹੀਂ ਲੈਣਗੇ, ਉਹ ਗੱਲਾਂ ਹੀ ਨੇ। ਉਹ ਕਹਿੰਦੇ ਅਸੀਂ 200 ਰੁਪਇਆ ਲੈ ਕੇ ਵੀ ਖਾ ਲੈਣਾ। ਨਹੀਂ ਗੱਲ ਫਿਰ ਕਿਹੜੀ ਗੱਲ ਆ, ਤੁਸੀਂ ਵੀ ਲੈ ਲਿਓ 200 ਰੁਪਇਆ। ਨਹੀਂ ਅਸੀਂ ਲੈਣਾ, ਭੁੱਖੇ ਮਰ ਜਾਵਾਂਗੇ। ਸੋ ਇੱਥੇ ਮੈਨੂੰ ਨਿਚੋੜ ਇਹੀ ਨਿਕਲਿਆ ਕਿ ਤੁਸੀਂ ਸਿਰਫ ਆਪਦੀ ਸਰਕਾਰ ਦੀ ਹਰੇਕ ਸਿਫਤ ਕਰਦਾ। ਨਹੀਂ ਮੈਂ ਮੋਦੀ ਜੀ ਦੀ ਸਿਫਤ ਕਰੀ ਆ। ਦੋ ਗੱਲਾਂ 98 ਖਿਲਾਫ ਬੋਲਿਆ ਮੈਂ। ਤੁਸੀਂ ਇੱਕ ਵੀ ਪ੍ਰਾਪਤੀ ਇਸ ਸਮੇਂ ਦੇ ਵਿੱਚ ਨਹੀਂ ਗਿਣਾ ਸਕੇ, ਸਿਰਫ ਪੁਲ ਬਣਾਉਣ ਤੋਂ ਇਲਾਵਾ ਕਿ ਸਰਕਾਰ ਨੇ ਪੰਜਾਬ ਪੁਲਿਸ ਦੇ ਜਿਹੜੇ ਪ੍ਰਮੋਸ਼ਨ ਕੀਤੇ ਆ, ਉਹ ਜਿਹੜੇ ਸਾਰੇ ਰੈਗੂਲਰ ਵਰਕ ਨੇ। ਇਹ ਪਹਿਲਾਂ ਪ੍ਰਮੋਸ਼ਨਾਂ ਨਹੀਂ ਹੁੰਦੀਆਂ ਸੀ। ਪਹਿਲਾਂ ਕਿਤੇ ਇੰਨੇ ਜਿਹੜੇ ਇੰਨੇ ਰੈਂਕ ਮਿਲੇ ਆ, ਉਹ ਕਿਤੇ ਮਿਲ ਗਏ? ਉਹ ਕੈਪਟਨ ਦੇ ਸਰਕਾਰ ਦਿੱਤੇ ਆ। ਹੁਣ ਤੱਕ ਏਐਸਆਈ ਕਦੇ ਐਸਐਚਓ ਨਹੀਂ ਬਣਿਆ। ਬਣਦੇ ਆ ਨਾ, ਇਹ ਤਾਂ ਟਾਈਮ ਪੀਰੀਅਡ ਦੇ ਹਿਸਾਬ ਨਾਲ ਹੋਣਾ ਹੀ ਹੁੰਦਾ। ਪ੍ਰਕਾਸ਼ ਦੇ ਬਾਅਦ ਉਹਨਾਂ ਦਾ ਕੁਝ ਕੀਤਾ ਹੀ ਨਹੀਂ, ਜਿੰਨਾ ਕਾਂਗਰਸ ਸਰਕਾਰ ਕਰ ਰਹੀ ਆ। ਨਿੱਜੀ ਤੌਰ ਤੇ ਮੈਂ ਗੱਲ ਕਰ ਰਿਹਾ, ਫਿਰ ਵੀ ਮੈਂ ਉਹਨਾਂ ਦਾ ਪਾਰਟੀ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ। ਮੈਂ ਉਹਨਾਂ ਦਾ ਪੱਖ ਨਹੀਂ ਲੈਂਦਾ। ਹਾਂਜੀ, ਜਿਹੜੇ ਨੀਲੇ ਕਾਰਡ ਘਰ ਘਰ ਕਣਕ ਦੇਣ ਦੀ ਗੱਲ ਕੀਤੀ ਸੀ, ਹਰ ਗਰੀਬ ਦੇ ਘਰ ਤੱਕ ਕਣਕ ਉਹਨਾਂ ਨੇ ਪਹੁੰਚਾਈ ਆ। ਪਰ ਅੱਜ ਕੈਪਟਨ ਸਰਕਾਰ ਅੱਧੇ ਤੋਂ ਵੱਧ ਉਹਨਾਂ ਦੇ ਕਾਰਡ ਕੱਟ ਚੁੱਕੀ ਆ। ਲੋਕ ਤਰਾ ਕਰ ਰਹੇ ਨੇ। ਕੋਈ ਨਹੀਂ ਕਰ ਰਿਹਾ। ਮੈਨੂੰ ਦੱਸੋ, ਮੈਂ ਤੁਹਾਡੇ ਕੋਲ ਚੈਨਲ ਰਾਹੀਂ ਕਹਿਣਾ, ਅੱਜ ਤੋਂ ਬਾਅਦ ਡਿਬੇਟ ਤੋਂ ਬਾਅਦ ਆਪਾਂ ਚੱਲਾਂਗੇ। ਕੋਈ ਭੁੱਖਾ ਨਹੀਂ ਸੌਗਾ ਨਾ, ਉਹਨੂੰ ਸਾਰਿਆਂ ਨੂੰ ਹਰ ਰਾਸ਼ਨ ਮਿਲੂਗਾ। ਜਿੱਥੇ ਸਰਕਾਰ ਦਾ ਜ਼ਿੰਮੇਵਾਰੀ ਹੁੰਦੀ ਹੈ, ਇਕੱਲੇ ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਨਹੀਂ, ਜਿਹੜੇ ਲੋਕਲ ਐਮਸੀ ਬੈਠੇ ਆ, ਲੋਕਲ ਪੰਚ ਬੈਠੇ ਆ, ਲੋਕਲ ਸਰਪੰਚ ਬੈਠੇ ਆ, ਉਹਨਾਂ ਦੀ ਜ਼ਿਆਦਾ ਜ਼ਿੰਮੇਵਾਰੀ ਆ। ਉਹ ਆਪਣੇ ਹਰ ਨੂੰ ਦੱਸਣ, ਉਹ ਦੱਸਦੇ ਨਹੀਂ ਹੈਗੇ। ਬਹੁਮਤ ਤੁਹਾਡਾ ਹੀ ਆ। ਤੁਸੀਂ ਚਲੋ ਆਉਣ ਵਾਲੇ ਸਮੇਂ ਤੁਹਾਨੂੰ ਵੀ ਲੱਗ ਜੂਗਾ ਪਤਾ। ਜਿਹੜੇ ਭੁੱਖੇ ਬੈਠੇ ਨੇ, ਅਸੀਂ ਚਾਹਾਂਗੇ ਕਿ ਤੁਹਾਡੇ ਸਾਹਮਣੇ ਲੈ ਕੇ ਆਈਏ। ਨਹੀਂ ਆਪਾਂ ਤੁਹਾਡੇ ਨਾਲ ਚੱਲਾਂਗੇ। ਬਿਲਕੁਲ। ਆਪਾਂ ਤਾਂ ਕਹਿਣਾ ਵੀ ਹਰ ਗਰੀਬ ਰਾਤ ਨੂੰ ਰੋਟੀ ਖੁਸ਼ੀ ਖਾਵੇ, ਰਾਤ ਨੂੰ ਸੁੱਖ ਸ਼ਾਂਤੀ ਨਾਲ ਸੌਵੇ ਆਪਦਾ। ਸੋ ਪ੍ਰਧਾਨ ਮੰਤਰੀ ਮੋਦੀ ਨੂੰ ਚੱਲਦਾ ਕਰ ਦਿਓ। ਮੈਂ ਤੁਹਾਡੇ ਚੈਨਲ ਰਾਹੀਂ ਕਰੂੰਗਾ, ਪ੍ਰਧਾਨ ਮੰਤਰੀ ਨੂੰ ਚੱਲਦਾ ਕਰ ਦਿਓ ਬੀਜੇਪੀ ਵਾਲਿਓ ਜੀ। ਜੇ ਸਾਡਾ ਪੰਜਾਬ ਬਚਾਉਣਾ ਜਾਂ ਹਿੰਦੁਸਤਾਨ ਬਚਾਉਣਾ, ਬੈਂਕਾਂ ਤੁਸੀਂ ਸਿਖਾ ਗਏ, ਰੇਲਵੇ ਤੁਸੀਂ ਪ੍ਰਾਈਵੇਟ ਕਰਤੀਆਂ, ਹੋਰ ਪਤਾ ਨਹੀਂ ਕੀ ਪ੍ਰਾਈਵੇਟ ਕਰਨਾ ਤੁਸੀਂ। ਮੈਂ ਤੁਹਾਨੂੰ ਲਾਸਟ 'ਚ ਇੱਕ ਹੋਰ ਬੇਨਤੀ ਕਰੂੰਗਾ, ਸਾਡੇ ਦੇਸ਼ ਦਾ ਨਾਂ ਭਾਰਤ ਜਾਂ ਇੰਡੀਆ ਵਾ, ਹਿੰਦੁਸਤਾਨ ਸ਼ਬਦ ਨਾ ਵਰਤਿਆ ਕਰੋ। ਤੁਸੀਂ ਸਿੱਖ ਹੋ, ਤੁਹਾਡੇ ਮੂੰਹੋਂ ਚੰਗਾ ਨਹੀਂ ਲੱਗਦਾ ਜਦੋਂ ਤੁਸੀਂ ਆਪ ਹਿੰਦੁਸਤਾਨ ਕਹਿ ਦਿੰਦੇ ਹੋ। ਤੁਸੀਂ ਹਿੰਦੂਆਂ ਦੇ ਸਥਾਨ ਨੂੰ ਮੋਹਰ ਲਾ ਦਿੰਦੇ ਹੋ ਕਿ ਹਿੰਦੂਆਂ ਦਾ ਸਥਾਨ ਆ। ਅੱਛਾ, ਇਹ ਗੱਲ ਹੋਰ ਮੈਂ ਕਹਿ ਦੇਵਾਂ ਥੋੜੇ, ਹੁਣ ਗੱਲ ਚਾਹੇ ਮੇਰੀ ਫੜ ਲਿਓ, ਚਾਹੇ ਮੇਰੀ ਕਿਤੇ ਵੀ ਚਲੀ ਜਾਵੇ, ਮੈਂ ਜਿਹੜਾ ਖਾਲਿਸਤਾਨੀ ਰਾਜ ਦੇ ਹਮੇਸ਼ਾ ਖਿਲਾਫ ਆ। ਚਾਹੇ ਹਿੰਦੂ ਰਾਸ਼ਟਰ ਆ ਜਾਏ, ਮੈਂ ਉਹਦਾ ਸਮਰਥਨ ਕਰੂੰਗਾ। ਮੈਂ ਤਾਂ ਇਸ ਵਿਸ਼ੇ ਤੇ ਲਿਆ ਹੀ ਨਹੀਂ, ਕਿਉਂਕਿ ਤੁਸੀਂ ਪਹਿਲਾਂ ਖਾਲਿਸਤਾਨ ਦੇ ਬਹੁਤ ਬੋਲ ਚੁੱਕੇ ਹੋ, ਕਹਿ ਚੁੱਕੇ ਹੋ ਚੈਨਲਾਂ ਦੇ ਉੱਤੇ ਤੁਸੀਂ ਕਹਿ ਚੁੱਕੇ ਹੋ। ਜੇ ਤੁਸੀਂ ਮੈਂ ਹਿੰਦੂ ਰਾਸ਼ਟਰ ਦੀ ਹਮੇਸ਼ਾ ਮੰਗ ਕਰੂੰਗਾ। ਜੇ ਤੁਸੀਂ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਹੋ, ਤੁਹਾਨੂੰ ਹੱਕ ਆ ਹਿੰਦੂ ਰਾਸ਼ਟਰ ਦੀ ਮੰਗ ਕਰਨ ਦਾ। ਤੁਸੀਂ ਸੰਵਿਧਾਨ 'ਚ ਰਹਿ ਕੇ, ਕਿਉਂਕਿ ਜਿਹੜੇ ਸਰਦਾਰ ਲੋਕ ਨੇ ਨਾ, ਇਹ ਮੈਨੂੰ ਮੇਰੀ ਬੇਨਤੀ ਸੁਣ ਲਓ। ਜੇ ਤੁਸੀਂ ਹਿੰਦੂ ਰਾਸ਼ਟਰ ਦੀ ਮੰਗ ਕਰ ਰੱਖ ਸਕਦੇ ਹੋ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ, ਉਸੇ ਤਰ੍ਹਾਂ ਉਹ ਵੀ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਖਾਲਿਸਤਾਨ ਦੀ ਮੰਗ ਰੱਖ ਸਕਦੇ। ਉਹਨਾਂ ਦਾ ਕੋਈ ਸੰਵਿਧਾਨ ਹੀ ਹੈ ਨਹੀਂਗਾ। ਜਿਹੜੇ ਲੋਕ ਸੁਪਰੀਮ ਕੋਰਟ ਦੇ ਗਾਲਾਂ ਕੱਢਦੇ ਆ, ਮਾਰਨ ਦੀਆਂ ਗੱਲਾਂ ਕਰਦੇ ਆ, ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਹੋ ਚੁੱਕਿਆ ਵਾ ਕਿ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਸ਼ਬਦ ਵੀ ਵਰਤ ਸਕਦੇ ਹੋ ਤੇ ਤੁਸੀਂ ਮੰਗ ਵੀ ਕਰ ਸਕਦੇ ਹੋ। ਮੈਂ ਹਾਈ ਕੋਰਟ ਜਾਊਂਗਾ, ਤੁਹਾਡੇ ਚੈਨਲ ਲਈ ਕਹਿ ਰਿਹਾ, ਆਪ ਦਿਲ ਦੀ ਗੱਲ ਦੱਸਣ ਲੱਗਾ ਅੱਜ ਤੁਹਾਨੂੰ। ਹੋਰ ਮੈਂ ਜਿੰਨੀ ਸਮੱਗਰੀ ਆ ਦੇਸ਼ ਵਿਰੋਧੀ, ਚਾਹੇ ਜਰਨੈਲ ਭਿੰਡਰਾਂਵਾਲੇ ਦੀ ਹੋਵੇ, ਚਾਹੇ ਜਗਤਾਰ ਹਵਾਰੇ ਦੀ, ਬਲਵੰਤ ਰਾਜੋਵਾਣੇ ਦੀ, ਇਹ ਸਾਰੀਆਂ ਹਾਈ ਕੋਰਟ ਜਾ ਕੇ ਪਾਉਂਦੇ ਲਗਾਉਂਗਾ। ਮੈਂ ਤਾਂ ਇਸ ਵਿਸ਼ੇ ਤੇ ਬੋਲਿਆ ਨਹੀਂ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀਗਾ ਕਿ ਇਹ ਤੇ ਤੁਸੀਂ ਪਹਿਲਾਂ ਬਹੁਤ ਚਰਚਾ 'ਚ ਆ ਚੁੱਕੇ ਹੋ, ਜਿਹਦੇ ਤੁਹਾਨੂੰ ਧਮਕੀਆਂ ਵੀ ਮਿਲੀਆਂ ਨੇ ਇਹਨਾਂ ਗੱਲਾਂ ਕਰਕੇ ਹੀ। ਮੈਂ ਇਸੇ ਕਰਕੇ ਜਿਹੜੇ ਅੱਜ ਅੰਦੋਲਨ ਦਾ ਮੁੱਦਾ, ਕਿਸਾਨੀ ਦਾ ਮੁੱਦਾ, ਮੈਂ ਉਹਦੇ ਤੇ ਗੱਲ ਇਸੇ ਕਰਕੇ ਜ਼ਿਆਦਾ ਕੀਤੀ ਹੈ ਜੀ। ਪ੍ਰਧਾਨ ਮੰਤਰੀ ਨੂੰ ਚੱਲਦਾ ਕਰ ਦਿਓ ਬੀਜੇਪੀ ਵਾਲਿਓ। ਮੈਂ ਤੁਹਾਡੇ ਆ ਪੱਲਾ ਫੜ ਕੇ ਕਹਿ ਰਿਹਾ, ਅਰਜ਼ ਕਰ ਰਿਹਾ ਬਈ ਪ੍ਰਧਾਨ ਮੰਤਰੀ ਮੋਦੀ ਜੀ ਬੰਦਾ ਠੀਕ ਨਹੀਂ ਹੈ, ਠੀਕ ਨਹੀਂ ਹੈਗਾ, ਇਸ ਗੱਲ ਚੱਲਦਾ ਕਰ ਦਿਓ। ਹੋਰ ਬਣਾ ਲਓ ਜਿਹੜਾ ਬਣਾ ਸਕਦੇ ਹੋ। ਚਲੋ ਇਸ ਚੀਜ਼ ਦੀ ਵੀ ਕੋਈ ਗਰੰਟੀ ਨਹੀਂ ਕਿ ਜਿਹੜੇ ਹੋਰ ਬਣਾਉਣਗੇ ਉਹ ਦੇਸ਼ ਹਿੱਤ ਲਈ ਕੰਮ ਕਰਨਗੇ, ਕਿਉਂਕਿ ਮੈਂ ਸਾਰੀ ਸਟੱਡੀ ਕੀਤੀ ਆ। ਜਦੋਂ ਦੇਖਿਆ ਵਾ ਤਾਂ ਇਹ ਬਿੱਲ ਸੀਗੇ ਜਿਹੜੇ ਇਹ 2014 ਤੋਂ ਪਹਿਲਾਂ ਦੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਉਸ ਸਮੇਂ ਬੀਜੇਪੀ ਮਾੜਾ ਕਹਿੰਦੀ ਸੀ ਕਿ ਇਹ ਬਿੱਲ ਮਾੜੇ ਨੇ। ਅੱਜ ਕਾਂਗਰਸ ਕਹਿ ਰਹੀ ਆ ਮਾੜਾ ਵਾ। ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ, ਪਰ ਹੁਣ ਲੋਕ ਮੂਰਖ ਨਹੀਂ ਰਹੇ। ਲੋਕ ਆਪਦੇ ਹੱਕਾਂ ਦੇ ਲਈ ਜਾਗਰੂਕ ਨੇ। ਜੇ ਜਾਗਰੂਕ ਸੀ ਤਾਂ ਹੀ ਅੱਜ ਦਿੱਲੀ ਦੀ ਹਿੱਕ ਦੇ ਉੱਤੇ ਚੜ੍ਹ ਕੇ ਬੈਠੇ ਨੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦਾ ਜਿਹੜਾ ਫੈਸਲਾ ਉਹ ਕਿੰਨੀ ਜਲਦੀ ਹੁੰਦਾ ਵਾ, ਕਦੋਂ ਤੱਕ ਲੋਕ ਆਪਣੇ ਖੁਸ਼ੀ ਘਰਾਂ ਨੂੰ ਆਉਂਦੇ ਨੇ, ਕਿਉਂਕਿ ਬਹੁਤ ਸਾਰੀਆਂ ਮੌਤਾਂ ਵੀ ਉੱਥੇ ਹੋ ਚੁੱਕੀਆਂ ਨੇ। ਜਲਦੀ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਕਹਾਂਗੇ
ਕਿਸਾਨ ਆਗੂਆਂ ਨੂੰ ਤੇ ਸਰਕਾਰਾਂ ਨੂੰ ਕਿ ਬੈਠ ਕੇ ਮਸਲੇ ਦਾ ਜਲਦੀ ਹੱਲ ਕੱਢਿਆ ਜਾਵੇ, ਕਿਉਂਕਿ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਾ ਬਹੁਤ ਮੁਸ਼ਕਲ ਆ। ਧੰਨਵਾਦ। ਤਰਲੋਚਨ ਸਿੰਘ, ਏਕਮ ਨਿਊਜ਼ ਕੈਨੇਡਾ ਲਈ।